ਇੱਕ ਵਾਰ ਫਿਰ ਤੋਂ ਹਾਜ਼ਰ ਜੀ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਅਸੀਂ ਆਪਣੇ ਸਮੇਂ ਮੁਤਾਬਕ ਪਹੁੰਚ ਜਾਈਦਾ ਜੀ ਤੇ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੀਆਂ ਵੀ ਖਬਰਾਂ ਇੱਧਰ ਉੱਧਰ ਆਪ ਜੀ ਨੂੰ ਜਾਣਨੀਆਂ ਜ਼ਰੂਰੀ ਹੋਣ ਉਹ ਜ਼ਰੂਰ ਆਪ ਜੀ ਨਾਲ ਸਾਂਝੀਆਂ ਕਰ ਲਈਏ। ਅੱਜ ਵੀ ਗੱਲਬਾਤ ਕਰਾਂਗੇ। ਇੱਕ ਤਾਂ ਸ਼੍ਰੀਲੰਕਾ ਵਾਲਾ ਮੁੱਦਾ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਦੇਖੋ ਆਪਣੇ ਗੁਆਂਢ 'ਚ ਇੱਕ ਦੇਸ਼ ਹੈ ਤੇ ਜਿਸ ਦੇਸ਼ ਦੇ ਇਹ ਹਾਲਾਤ ਬਣ ਗਏ ਕਿ ਇਸ ਵਕਤ ਐਮਰਜੈਂਸੀ ਲੱਗੀ ਪਈ ਕਿਉਂਕਿ 150 ਰੁਪਏ ਨੂੰ ਤਾਂ ਪੈਕਟ ਬ੍ਰੈਡ ਦਾ ਹੀ ਮਿਲ ਜਾਂਦਾ ਜੀ ਉੱਥੇ। ਸੋ ਇਸ ਤੋਂ ਇਲਾਵਾ ਬਾਕੀ ਪੂਰੀ ਦੇਸ਼ ਦੁਨੀਆ ਦੀਆਂ ਖਬਰਾਂ ਵੀ ਕਰਾਂਗੇ ਜਿਹਦੇ ਵਿੱਚ ਆਪਾਂ ਜੇ ਭਾਰਤ ਵਾਲੇ ਪਾਸਿਓਂ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਕੁਝ ਚੱਕਰ ਹੈ। ਫਿਰ ਪੰਜਾਬ ਹਰਿਆਣੇ ਦਾ ਮਸਲਾ ਹੈ, ਚੰਡੀਗੜ੍ਹ ਦੀ ਰਾਜਧਾਨੀ ਨੂੰ ਲੈ ਕੇ ਪੰਜਾਬ ਦੀ ਗੱਲ ਵੀ ਕਰਾਂਗੇ ਜਿਹਦੇ ਵਿੱਚ ਮੰਤਰੀ ਸਾਹਿਬਾਨਾਂ ਦੇ ਬਿਆਨ ਤਾਂ ਹੈਗੇ ਆ ਪਰ ਮੁੱਖ ਮੰਤਰੀ ਸਾਹਿਬ ਦੇ ਗੁਜਰਾਤ ਦੌਰੇ ਦੀ ਬੜੀ ਚਰਚਾ। ਕੋਈ ਹੋਰ ਵੀ ਖਬਰਾਂ ਨੇ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਹੋਰ ਸਾਹਿਬ। ਸਿਹਤਾਂ ਚੜ੍ਹਦੀ ਕਲਾ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਕਿੱਦਾਂ? ਸਿਹਤਾਂ ਠੀਕ ਆ ਸੰਧਾਲੀਆ ਸਾਹਿਬ। ਅੱਜ ਨਾ ਫਿਰ ਜਦੋਂ ਆਉਂਦੇ ਹੋਏ ਤੁਸੀਂ ਇਸ਼ਨਾਨ ਕੀਤਾ ਉਹਦੇ ਤੋਂ ਬਾਅਦ ਫਿਰ ਮੈਂ ਇਸ਼ਨਾਨ ਕੀਤਾ। ਹਾਂ ਸਾਬਣ ਥੋੜਾ ਰਹਿ ਗਿਆ ਸੀ ਤੇ ਅੱਜ ਜਾਂਦਿਆਂ ਲੈ ਕੇ ਜਾਣਾ ਮੈਨੂੰ ਫਿਰ ਇਹ ਵੀ ਆਪਾਂ ਡਾਇਰੀ ਲਾਈਏ ਰੋਕਾ ਲਾ ਲਈਏ ਕਹਿੰਦਾ ਰੋਕੇ ਤੇ ਲਿਖ ਲਿਆ ਵੀ ਭਾਈ ਆਹ ਚੀਜ਼ਾਂ ਨੋਟ ਕਰਨ ਵਾਲੀਆਂ। ਮੈਨੂੰ ਫਿਰ ਚੇਤਾ ਆ ਗਿਆ ਪਤਾ ਨਹੀਂ ਜਾਣੀ ਸਾਡੇ ਪਿੰਡਾਂ ਦੇ ਵਿੱਚ ਤਾਂ ਚਾਕੀ ਕਹਿੰਦੇ ਸੀ ਸਾਬਣ ਦੀ, ਤੁਹਾਡੇ ਕਹਿੰਦੇ ਚਾਕੀ ਕਹਿੰਦੇ ਹੋਣੀ। ਉਹ ਚਾਕੀ ਜਦੋਂ ਹੁਣ ਤਾਂ ਕਈ ਤਰ੍ਹਾਂ ਦੇ ਆ ਨਾ, ਹੁਣ ਤਾਂ ਹੈਗਾ ਵੀ ਇਹ ਵਾਲੀ ਮਹਿਕ ਸਾਬਣ ਮੇ ਨਿੰਬੂ ਪਤਾ ਨਹੀਂ ਕਿਆ ਹੈ ਨਾ, ਇੱਦਾਂ ਦੀ ਗੱਲ ਕਿ ਆ ਸਾਬਣ ਮਹਿੰਗੇ ਬੜੇ ਆ। ਅਤੇ ਜਦੋਂ ਛੋਟੇ ਹੁੰਦੇ ਸੀ ਉਦੋਂ 2-3 ਤਰ੍ਹਾਂ ਦੇ ਹੁੰਦੇ ਸੀਗੇ ਸਾਬਣ। ਅਤੇ ਇੱਕ ਸਾਬਣ ਮੈਂ ਚਾਹੁੰਦਾ ਕਿ ਉਹਦਾ ਨਾਂ ਦੱਸਣ ਆਪਣੇ ਪਰਿਵਾਰ ਦੇ ਮੈਂਬਰ, ਦੇਖਣ ਵਾਲੇ, ਸੁਣਨ ਵਾਲੇ। ਉਹ ਨਹਾਉਣ ਵਾਲਾ ਸਾਬਣ ਖੁਰਦਾ ਘੱਟ ਹੁੰਦਾ ਸੀ, ਠੀਕ ਹੈ ਜੀ, ਘੱਟ ਬਹੁਤ ਖੁਰਦਾ ਸੀ, ਜਾਣੀ ਵੀ ਇੰਨਾ ਘੱਟ ਖੁਰਦਾ ਸੀ ਕਿ ਕਈ ਮਹੀਨੇ ਕੱਢ ਦਿੰਦਾ ਸੀ। ਅਤੇ ਉਹ ਹੌਲੀ ਹੌਲੀ ਨਾ ਉਹਦੇ ਵਿੱਚ ਤਰੇੜਾਂ ਆ ਜਾਂਦੀਆਂ ਸੀ ਉਹਦੇ ਵਿੱਚ ਤਰੇੜਾਂ ਆ ਜਾਂਦੀਆਂ, ਤਰੇੜਾਂ ਆਈਆਂ ਅਤੇ ਵੀ ਉਹ ਬੜਾ ਸਖਤ ਜਾਨ ਜਿਹਾ ਹੁੰਦਾ ਸੀ ਵੀ ਉਹ ਸਾਬਣ ਕਿਹੜਾ ਸੀ। ਮਤਲਬ ਰੰਗ ਉਹਦਾ ਲਾਲ ਜਿਹਾ ਹੁੰਦਾ ਸੀ, ਆਪਾਂ ਇੰਨਾ ਕੁ ਦੱਸ ਦਿੰਦੇ ਹਾਂ। ਸਹਿ ਫਿਰ ਆ ਤਾਂ ਗੱਲ ਫਿਰ ਲਾਲ ਰੰਗ ਦੇ ਕਈ ਸਾਬਣ ਆਉਂਦੇ, ਕਈ ਸਾਬਣ ਆਉਂਦੇ, ਠੀਕ ਹੈ। ਇਹ ਵੀ ਚੱਕਰ ਨੇ, ਸਸਤਾ ਵੀ ਹੁੰਦਾ ਸੀ ਆਮ ਸਾਬਣਾਂ ਨਾਲੋਂ। ਹਾਂ ਸੋ ਇਹਦਾ ਤੁਸੀਂ ਨਾਂ ਦਾ ਵੈਸੇ ਆਪਾਂ ਕਿਧਰੋਂ ਅੱਜ ਨਹਾਉਣ ਵਾਲਾ ਸਾਬਣ ਕਿਧਰੋਂ ਚੇਤੇ ਆ ਗਿਆ। ਉਹਨੇ ਫਿਰ ਚੇਤਾ ਜਦੋਂ ਮੇਰੇ ਲਈ ਬਚਿਆ ਥੋੜਾ, ਤੁਸੀਂ ਕਹਿੰਦੇ ਹੋਣੇ ਇਹਦੇ ਥੋੜਾ ਹੀ ਲੱਗਣਾ ਤੇ ਅੱਜ ਲੈ ਜਾਾਂਗੇ ਨਵਾਂ। ਹੁਣ ਦੱਸੋ ਮਤਲਬ ਆਹ ਹੋਈ ਨਾ ਗੱਲ ਵੀ ਮਤਲਬ ਵੀ ਕਹਿੰਦੇ ਲਾਈਵ ਟੈਲੀਵਿਜ਼ਨ ਤੇ ਬਦਨਾਮੀ ਕਰਾਂਗੇ ਹੁਣ ਸਾਬਣ ਦੀ। ਬਦਨਾਮੀ ਨਹੀਂ ਕਰਾਂਗੇ ਸਾਬਣ ਦੀ ਨਹੀਂ, ਸਾਬਣ ਥੋੜਾ ਛੱਡਣ ਵਾਲੇ ਦੀ। ਬਾਕੀ ਕੋਈ ਗੱਲ ਨਹੀਂ ਵੀ ਛੱਡਿਆ ਤਾਂ ਹੈ ਨਾ ਬੰਦੇ ਨੇ, ਨਹੀਂ ਛੱਡਿਆ ਹੈ। ਮੈਂ ਦੇਖਿਆ ਵੀ ਹੁਣ ਨਾ ਅੱਜ ਕੱਲ੍ਹ ਪਦਾਰਥ ਬਹੁਤ ਹੋ ਗਏ। ਅੱਗੇ ਬੀਬੀਆਂ ਨੇ ਨਾ ਜਿਹੜਾ ਕੱਪੜੇ ਧੋਣ ਵਾਲਾ ਬਰੱਸ਼ ਹੁੰਦਾ ਸੀ, ਬੁਰਸ਼, ਉਹ ਬੁਰਸ਼ ਵੀ ਮੈਂ ਦੇਖਿਆ ਕਿ ਬੀਬੀਆਂ ਨੇ ਹੌਲੀ ਹੌਲੀ ਘਸਾ ਦੇਣਾ, ਉਹਦੇ ਅੱਧੇ ਕੁ ਦੰਦੇ ਟੁੱਟ ਜਾਣੇ। ਜਿੱਧਰਲੇ ਪਾਸਿਓਂ ਬੀਬੀਆਂ ਜ਼ਿਆਦਾ ਜ਼ੋਰ ਮਾਰਦੀਆਂ, ਉੱਧਰਲੇ ਪਾਸਿਓਂ ਦੰਦੇ ਬਹੁਤੇ ਭੁਰੇ ਹੋਏ ਹੁੰਦੇ ਸੀ। ਫਿਰ ਜਦੋਂ ਉਹਨਾਂ ਨੇ ਦੇਖਣਾ ਕਿ ਕੱਪੜੇ ਧੋਣ ਵਾਲਾ ਸਾਬਣ ਥੋੜ੍ਹਾ ਰਹਿ ਗਿਆ, ਜਿਹਨੇ ਹੱਥ ਦੇ ਵਿੱਚ ਛੂਹ ਦੇਣੀ, ਉਹ ਜਾਣ ਲੱਗ ਪਿਆ, ਫਿਰ ਸਾਡੀਆਂ ਬੀਬੀਆਂ ਨੇ ਉਹ 'ਚ ਫਸਾ ਲੈਣਾ। ਉਹ ਕੱਪੜੇ ਧੋਣ ਵਾਲੇ ਸਾਬਣ ਦੇ ਵਿੱਚ, ਜਿਹੜੇ ਬੁਰਸ਼ ਦੇ ਵਿੱਚ ਹੀ ਸਾਬਣ ਫਸਾ ਕੇ ਉਹਦੇ ਨਾਲ ਜੋ ਮਾੜਾ ਛੋਟੇ ਕੱਪੜੇ ਜਿੰਨੇ ਜਾਣੀ ਕਹਿਣ ਦਾ ਭਾਵ ਰੁਮਾਲ ਧੋਣਾ, ਜਰਾਬਾਂ ਧੋਣੀਆਂ, ਸਾਰੀਆਂ ਉਹਦੇ ਵਿੱਚੋਂ ਨਿਕਲ ਦੇਣੀਆਂ। ਉਹਦਾ ਇੱਕ ਹੋਰ ਤਰੀਕਾ ਵੀ ਹੁੰਦਾ। ਕਿਹੜਾ? ਉਹ ਤਰੀਕਾ ਇਹ ਹੁੰਦਾ ਸੀ ਵੀ ਕੌਲੀ ਜਿਹੜੀ ਹੈ ਇੱਕ ਲਾ ਲੈਣੀ ਆ, ਜਿਹੜੀ ਚਿੱਪਰ ਬਚੀ ਉਹਦੇ 'ਚ ਅਗਲੀ ਚਿੱਪਰ ਉਹਦੇ 'ਚ, ਮੁੜ ਕੇ ਹੌਲੀ ਹੌਲੀ ਕੀ ਹੋਣਾ ਵੀ ਜਦੋਂ 3-4 ਚਿੱਪਰਾਂ ਜੋੜ ਕੇ ਉਹਦਾ ਇੱਕ ਵੱਖਰਾ ਗੋਲਾ ਜਿਹਾ ਬਣ ਜਾਣਾ। ਉਹਨੂੰ ਫਿਰ ਜਾਂ ਤੇ ਹੱਥ ਧੋਣ ਲਈ ਦੇ ਜਾਂ ਫਿਰ ਕਦੀ ਕਦਾਈ ਇਸੇ ਵਾਲੀ ਵਰਤ ਲੈਣਾ। ਇਹ ਨਾ ਫਿਰ ਜਿਹਦੇ ਬਹੁਤੇ ਲੀੜੇ ਲੂੜੇ ਜੇ ਹੋ ਜਾਂਦੇ, ਚੰਗਾ ਸਾਬਣ ਨਹੀਂ ਲਾਈ, ਉਹ ਫਿਰ ਇਹਦੇ ਨਾਲ ਧੋ ਲਈਦੇ। ਇੱਕ ਹੋਰ ਚੀਜ਼ ਹੁੰਦੀ ਸੀ, ਕਿਉਂਕਿ ਹੁਣ ਤਾਂ ਚਲੋ ਵਾਸ਼ਰੂਮ ਵਧੀਆ ਬਣ ਗਿਆ, ਸਾਰਿਆਂ ਨੇ ਚੰਗੇ ਬਣਾ ਲਏ ਨਾ, ਟਾਈਲਾਂ ਟੂਇਲਾਂ ਲਾ ਲਈਆਂ। ਉਦੋਂ ਹੁੰਦਾ ਸੀ ਕਿ ਥੋੜ੍ਹਾ ਜਿਹਾ ਸਾਬਣ ਜਦੋਂ ਚਿੱਪਰਾਂ ਹੀ ਰਹਿ ਜਾਣੀਆਂ ਬਹੁਤੀਆਂ ਨਹੀਂ ਆ, ਉਹ ਕਿਤੇ ਨਾ ਕਿਤੇ ਡਿੱਗ ਪੈਣਾ, ਉਹ ਫਿਰ ਚੱਕ ਬਣਾਉਣਾ, ਨਵਾਂ ਪੱਟ ਹੋਣਾ ਕਿਸੇ ਨਹੀਂ, ਪਰ ਉਹ ਤੋਂ ਬੰਦਾ ਤਿਲਕਦਾ ਬੁਰਾ ਸੀ। ਹਾਂ ਇਹ ਗੱਲ ਹੈਗੀ। ਮੈਨੂੰ ਯਾਦ ਆ ਗਿਆ ਵੀ ਉਹ ਸਾਬਣ ਦੀ ਨਾ ਚੇਚਾ ਇਸ ਪਾਸੇ ਨਹੀਂ ਰੱਖਣਾ ਵੀ ਜਿਹੜੇ ਕੋਈ ਜਦੋਂ ਹੁਣ ਮੰਨ ਲਓ ਜੇ ਬਾਹਰ ਕੰਮ ਧੰਦਾ ਕਰਦੇ ਆ, ਕੋਈ ਡੀਜ਼ਲ ਵਾਲੇ ਹੱਥ ਆ ਜਾਂ ਕੋਈ ਮੰਨ ਲਓ ਵੀ ਕਿਤੇ ਤੇਲ ਤੂਲ ਲਗਾ ਜਾਂ ਗਰੀਸ ਵਾਲਾ ਕੰਮ ਆ ਜਾਂ ਕਿਤੇ ਸਪਰੇਅ ਸਪਰੂ ਕਰਦੇ ਆ, ਕੋਈ ਦਵਾਈ ਬੂਟੀ ਵਾਲੇ ਹੱਥ, ਵੀ ਉਹ ਪਹਿਲਾਂ ਉਹਦੇ ਨਾਲ ਧੋਣੇ ਆ। ਨਵਾਂ ਸਾਬਣ ਨਹੀਂ ਖਰਾਬ ਕਰਦਾ, ਮਤਲਬ ਉਹ ਕੱਢਿਆ ਵਾ ਦੇਸੀ ਹੁੰਦੇ ਆ। ਬੰਦਾ ਇਹ ਸੋਚਦਾ ਵੀ ਸਾਬਣ ਮਤਲਬ ਤਾਂ ਲਾਉਂਦਾ ਵੀ ਇਹ ਚੀਜ਼ਾਂ ਲੱਥ ਜਾਣ, ਆਪਾਂ ਲੱਗਦਾ ਇਹਨੂੰ ਹੱਥ ਲਾਦਾ ਸਾਬਣ ਹੀ ਖਰਾਬ ਕਰ ਦੇਣਾ। ਇੱਕ ਹੋਰ ਦੇਖੋ ਤੁਸੀਂ ਕਿਆ ਬਾਤਾਂ ਹੁੰਦੀਆਂ, ਇਹ ਮੋਟਰ ਤੇ ਨਹਾਉਣ ਜਾਣਾ ਹੀ, ਮੋਟਰ ਤੇ ਨਹਾਉਣ ਜਾਣਾ, ਮੋਢੇ ਤੇ ਤੌਲੀਆ ਰੱਖ ਲਿਆ, ਸਾਬਣ ਹੱਥ 'ਚ ਫੜ ਲਿਆ ਜਾਂ ਲਿਫਾਫੇ 'ਚ ਪਾ ਲਿਆ, ਜਾਂ ਕਈ ਵਾਰ ਅਖਬਾਰ 'ਚ ਵੀ ਲਪੇਟ ਲੈਣਾ। ਤਾਂ ਬਾਕੀ ਬੀਬੀਆਂ ਨੇ ਇਹ ਘੱਟ ਹੀ ਕਹਿਣਾ ਵੀ ਆਪ ਮੁੜਿਆ ਹੀ, ਆਹ ਸਾਬਣ ਨਾ ਛੱਡਿਆ ਹੀ ਉੱਥੇ, ਆਹ ਸਾਬਣ ਜ਼ਰੂਰ ਲੈ ਆਉਣਾ ਹੈ, ਸਾਬਣ ਨਾ ਉੱਥੇ ਕਿਤੇ ਰਹਿ ਜਵੇ। ਜਾਣੀ ਜੇ ਕਿਤੇ ਸਾਬਣ ਰਹਿ ਗਿਆ, ਕਾਂ ਕੂੰ ਚੱਕ ਕੇ ਲੈ ਗਿਆ ਉੱਥੋਂ ਮੁੜ ਕੇ ਗਏ ਤਾਂ ਫਿਰ 4 ਦਿਨ ਰੋਟੀ ਰਾਟੀ ਘੱਟ ਹੀ ਹੋਣੀ, ਸਾਬਣ ਬਹੁਤਾ ਹੋਣਾ। ਆਹੋ ਕਾਂ ਵੀ ਕਿੱਡੇ ਕਮਲੇ ਦਾ, ਸਾਬਣ ਹੀ ਲੈਂਦੇ, ਹੁਣ ਵੀ ਖੜਦੇ ਜੇ ਕਿਹੜਾ ਨਹੀਂ ਖੜਦੇ। ਤੁਸੀਂ ਕਹਿਣਾ ਯਾਰ ਇੱਕ ਚੀਜ਼ ਤੁਹਾਡੀ ਘਟ ਗਈ, ਤੁਸੀਂ ਕਿੱਡਾ ਢੰਡੋਰਾ ਪੇਟਾ ਵੀ ਕੀ ਕਰੀਏ ਦੱਸੋ, ਮਾਤੜ ਬੰਦੇ ਆ ਯਾਰ। ਨਹੀਂ ਜ਼ਰੂਰੀ ਆ ਮਹਾਰਾਜ, ਦੇਖੋ ਸਾਬਣ ਤੋਂ ਬਿਨਾਂ ਵੀਰੇ ਕਾਹਦੇ। ਅੱਛਾ ਗੱਲ ਇਹ WhatsApp ਕਿ ਆਪਾਂ ਹੁਣ ਪੰਜਾਬ ਵਾਲੇ ਪਾਸੇ ਚੱਲੀਏ
ਪੰਜਾਬ 'ਚ ਇਕੱਠ ਹੋਇਆ ਇੱਕ ਆਹਾ ਸਾਡੇ ਮਾਝੇ 'ਚ ਇਕੱਠ ਵੈਸੇ ਉਹ ਕਿਸੇ ਉਹੋ ਜਿਹੇ ਮੌਕੇ ਤੇ ਹੋਇਆ ਦੁਆਬੇ 'ਚ ਵੀ ਉਹਨੂੰ ਹੀ ਕਹਿੰਦੇ ਆ ਵੀ ਇਕੱਠ ਕਰਨਾ ਹੀ। ਅੱਛਾ ਨਹੀਂ ਇਹ ਚੰਗਾ ਇਕੱਠ ਹੋਇਆ, ਚੰਗਾ ਇਕੱਠ ਇਹ ਉਹ ਇਕੱਠ ਨਹੀਂ, ਚੰਗਾ ਇਕੱਠ ਹੋਇਆ। ਉਹ ਜਿਹੜਾ ਇਕੱਠ ਆ ਉਹਦੇ 'ਚ 50 ਦੇ ਕਰੀਬ ਕਹਿੰਦੇ ਵੱਡੇ ਲੀਡਰ ਆਏ ਨੇ ਜੀ, ਛੋਟੇ ਤੋਂ ਲੈ ਕੇ ਵੱਡੇ ਲੀਡਰ। ਤੇ ਮੋਢੀ ਜਿਹੜੇ ਉਸ ਇਕੱਠ ਦੇ ਸੀਗੇ ਉਹ ਸਰਦਾਰ ਨਵਜੋਤ ਸਿੰਘ ਸਿੱਧੂ ਸਾਹਿਬ ਜੀ, ਬਹਿ ਕੇ ਫਿਰ ਚਰਚਾਵਾਂ ਕੀਤੀਆਂ ਉਹਨਾਂ ਨੇ ਵੀ ਮਹਾਰਾਜ ਕਾਂਗਰਸ ਪਾਰਟੀ ਨੂੰ ਹੁਣ ਉੱਪਰ ਕਿੱਦਾਂ ਚੁੱਕਣਾ। ਆਹਾ ਤੇ ਹੁਣ ਚਰਚਾ ਲੋਕ ਇਹ ਚਲਾਈ ਜਾਂਦੇ, ਉਹ ਕਹਿੰਦੇ ਨਾ ਇਹ ਤਾਂ ਪ੍ਰਧਾਨਗੀ ਦਾ ਕਰਕੇ ਸ਼ਕਤੀ ਪ੍ਰਦਰਸ਼ਨ ਕਰ ਰਹੇ ਸਿੱਧੂ ਸਾਹਿਬ। ਉਹ ਕਹਿੰਦੇ ਵੀ ਆਪਾਂ ਕਾਹਨੂੰ ਕੀ ਲੋੜ ਪਈ ਸ਼ਕਤੀ ਪ੍ਰਦਰਸ਼ਨ ਕਰਨ ਦੀ, ਆਪਾਂ ਤਾਂ ਸਿਪਾਹੀ ਹਾਂ ਤੇ ਵੀ ਇਸ ਵਕਤ ਜਿਹੜੀ ਡਿਊਟੀ ਲੱਗੀ ਉਹ ਆਪਾਂ ਨਿਭਾ ਰਹੇ ਹਾਂ। ਜਦੋਂ ਜੇ ਕੇਂਦਰ ਸਰਕਾਰ ਦੇ ਨਾਲ ਜਿਹੜੇ ਰੌਲੇ ਉਹਦੀ ਨਜਿੱਠਾਂਗੇ, ਜਿਹੜੀਆਂ ਪੰਜਾਬ ਸਰਕਾਰ ਨੇ ਗਰੰਟੀਆਂ ਦਿੱਤੀਆਂ ਜੇ ਇਹ ਨਾ ਪੂਰੀਆਂ ਕੀਤੀਆਂ ਆਪਾਂ ਇਹਨਾਂ ਨਾਲ ਨਜਿੱਠਾਂਗੇ। ਤੁਸੀਂ ਦੇਖੋ ਕਿ ਕਾਂਗਰਸ ਪਾਰਟੀ ਵਾਲੀ ਹਾਈ ਕਮਾਂਡ ਵੈਸੇ ਸੋਚਦੀ ਤਾਂ ਹੋਣੀ ਆ ਵੀ ਅਸੀਂ ਹਰ 6-7 ਮਹੀਨੇ ਕਿਸੇ ਨਾ ਕਿਸੇ ਸੂਬੇ 'ਚੋਂ ਹਾਰ ਜੀਦਾ, ਅਸੀਂ ਤਾਂ ਸਰਗਰਮ ਹੋਈਦਾ ਨਹੀਂ ਮੁੜ ਕੇ ਵੀ ਇਹ ਬੰਦੇ 15 ਦਿਨਾਂ ਦੇ ਵਿੱਚ ਦੁਬਾਰਾ ਸਰਗਰਮ ਹੋਏ ਫਿਰਦੇ ਆ। ਤੁਸੀਂ ਦੇਖੋਗੇ ਇੱਕ ਗੱਲ ਤਾਂ ਪੱਕੀ ਹੈ, ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ 'ਤੇ ਵੀ ਹੌਲੀ ਹੌਲੀ ਦੁਬਾਰਾ ਲਿਖਣ ਲੱਗ ਪਿਆ। ਸੁਲਤਾਨਪੁਰ ਲੋਧੀ 'ਚ ਇਕੱਠ ਹੋਇਆ, ਲੁਧਿਆਣੇ 'ਚ ਹੋਇਆ, ਫਿਰ ਅੰਮ੍ਰਿਤਸਰ ਦੇ ਵਿੱਚ ਹਾਈ ਕਮਾਂਡ ਦੇ ਹੁਕਮਾਂ ਦੇ ਉੱਤੇ ਜਿਹੜਾ ਇੱਕ ਪ੍ਰਦਰਸ਼ਨ ਕਰਨਾ ਸੀ ਡੀਜ਼ਲ ਪੈਟਰੋਲ ਦੀ ਕੀਮਤ ਦੇ ਖਿਲਾਫ, ਜਿਹੜੀ ਵਧੀ ਹੋਈ ਕੀਮਤ ਹੈ। ਹੁਣ ਪਟਿਆਲੇ ਚਲੇ ਗਏ, ਹਾਲਾਂਕਿ 5-7 ਬੰਦੇ ਉਹਨਾਂ ਦੇ ਪੱਕੇ ਨੇ। ਜਿੱਥੇ ਵੀ ਕਿਤੇ ਸਿੱਧੂ ਸਾਹਿਬ ਇਕੱਠ ਕਰਦੇ, ਅਸ਼ਵਨੀ ਸੇਖੜੀ ਸਾਹਿਬ ਜ਼ਰੂਰ ਜਾਂਦੇ ਕਿਉਂਕਿ ਟਿਕਟ ਦਵਾਈ ਸੀ, ਨਵਤੇਜ ਸਿੰਘ ਚੀਮਾ ਸਾਹਿਬ ਜ਼ਰੂਰ ਜਾਂਦੇ ਆ। ਇਹਦੇ ਤੋਂ ਇਲਾਵਾ ਮਹਿੰਦਰ ਸਿੰਘ KP ਸਾਹਿਬ ਵੀ ਚਲ ਜਾਂਦੇ ਆ, ਖਹਿਰਾ ਸਾਹਿਬ ਜ਼ਰੂਰ ਜਾਂਦੇ। ਜੇ ਆਪ ਨਾ ਜਾਣ ਤਾਂ ਆਪਣੇ ਬੇਟੇ ਮਹਿਤਾਬ ਸਿੰਘ ਖਹਿਰਾ ਜ਼ਰੂਰ ਭੇਜ ਦਿੰਦੇ ਕਿ ਭਾਈ ਮੇਰੇ ਨੂੰ ਹਾਜ਼ਰੀ ਜ਼ਰੂਰ ਲਵਾਉਣੀ ਆ। ਹੁਣ ਜਿਸ ਤਰੀਕੇ ਦੇ ਨਾਲ ਜਾਣੀ ਇਹਨਾਂ ਦਾ ਹੋ ਗਿਆ ਕਿ ਇੱਕ ਖਾਸ ਧੜਾ ਜਿਹੜਾ ਉਹ ਕਾਇਮ ਹੋ ਗਿਆ, ਬਿਲਕੁਲ ਖਾਸ ਧੜਾ ਕਿ ਭਾਈ ਆਹ ਦੇਖੋ ਅਸੀਂ ਤਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਆ। ਪਹਿਲਾਂ ਖਹਿਰਾ ਸਾਹਿਬ ਨੇ ਕਿਹਾ ਸੀ, ਫਿਰ ਮਹਿੰਦਰ ਸਿੰਘ KP ਹੋਰਾਂ ਨੇ ਕਿਹਾ ਕਿ ਦੇਖੋ ਸਿੱਧੂ ਸਾਹਿਬ ਦੀ ਪ੍ਰਧਾਨਗੀ ਅਜੇ ਗਈ ਨਹੀਂ। ਐਤਕੀ ਪਟਿਆਲੇ ਦੇ ਵਿੱਚ ਜਿਹੜੀ ਵੱਖਰੀ ਗੱਲ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਜੀ, ਕਈ ਲੀਡਰਾਂ ਨੇ ਕਹਿੰਦੇ ਜੀ ਦੇਖੋ ਸਾਨੂੰ ਐਂ ਲੱਗਦਾ ਹੈ ਲੀਡਰ ਹੋਰ ਵੀ ਬਹੁਤ ਸਿਆਣੇ ਹੈਗੇ ਆ ਸਾਡੀ ਪਾਰਟੀ 'ਚ, ਪਰ ਜੇ ਨਵਜੋਤ ਸਿੰਘ ਸਿੱਧੂ ਨੂੰ ਹੀ ਕਮਾਂਡ ਦੇ ਕੇ ਰੱਖੀ ਜਾਵੇ ਤਾਂ ਸਾਨੂੰ ਲੱਗਦਾ ਕਿ ਕਾਂਗਰਸ ਛੇਤੀ ਜਿਉਂਦੀ ਹੋ ਸਕਦੀ ਹੈ। ਹੁਣ ਪਟਿਆਲੇ ਦੇ ਵਿੱਚ ਇਕੱਠ 50 ਕੁ ਲੀਡਰਾਂ ਦਾ ਉੱਥੇ ਆਉਣਾ ਤੇ ਉੱਥੇ ਆ ਕੇ ਆਹ ਗੱਲ ਕਰਨੀ, ਇਹਦਾ ਮਤਲਬ ਹੈ ਕਿ ਹਾਈ ਕਮਾਂਡ ਦੇ ਲਈ ਹੋ ਸਕਦਾ ਕਿ ਉੱਤਰ ਪ੍ਰਦੇਸ਼ 'ਚ, ਉੱਤਰਾਖੰਡ 'ਚ, ਗੋਆ 'ਚ, ਮਣੀਪੁਰ ਦੇ ਵਿੱਚ ਕਿਹਨੂੰ ਸੂਬਾ ਪ੍ਰਧਾਨ ਬਣਾਉਣਾ ਕਿਹਨੂੰ ਨਹੀਂ ਬਣਾਉਣਾ ਸੌਖੇ ਹੋਵੇ, ਪੰਜਾਬ 'ਚ ਔਖਾ। ਨਹੀਂ ਇਹ ਤਾਂ ਗੱਲ ਹੈਗੀ, ਪਰ ਇੱਕ ਗੱਲ ਤੇ ਪੱਕੀ ਆ ਵੀ ਹੋਰ ਕਿਸੇ ਲੀਡਰ ਵਾਲੇ ਪਾਸਿਓਂ ਬਹੁਤੀ ਸਰਗਰਮੀ ਆਪਾਂ ਦੇਖੀ ਨਹੀਂ। ਜੇ ਸਰਗਰਮੀ ਹੈਗੀ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜੀ। ਹੁਣ ਇਹਦੇ ਤੇ ਹਾਈ ਕਮਾਂਡ ਕੀ ਫੈਸਲਾ ਲੈਂਦੀ ਇਹਦਾ ਇੰਤਜ਼ਾਰ ਕਰਨਾ ਪੈਣਾ। ਪਰ ਇੱਕ ਚੱਕਰ ਹੈ ਵੀ ਜੇ ਆਪਾਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਖੁਲਾਸਾ ਇਲੈਕਸ਼ਨਾਂ ਤੋਂ ਪਹਿਲਾਂ ਜੀ ਜਾਖੜ ਸਾਹਿਬ ਨੇ ਕੀਤਾ ਸੀ ਵੀ ਯਾਰ ਜਦੋਂ ਤਾਂ ਚਰਚਾ ਚੱਲਦੀ ਵੀ ਓਕੇ ਜੀ ਫਿਰ ਕੁਰਸੀ ਤੇ ਕਿਹਨੂੰ ਬਿਠਾਈਏ, ਤੇ 5-4 ਨਾਵਾਂ ਦੇ ਵਿੱਚੋਂ ਉਸ ਬੰਦੇ ਨੂੰ ਜਿਹਨੂੰ ਸਭ ਤੋਂ ਵੱਧ ਵੋਟਾਂ ਪੈਂਦੀਆਂ ਉਹਨੂੰ ਇਗਨੋਰ ਕਰ ਦਿੱਤਾ ਜਾਂਦਾ। ਜੇ ਇਹੀ ਕਲਚਰ ਹੋਇਆ ਕਿ ਯਾਰ ਵੋਟਾਂ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਕਿਹਦੇ ਮਗਰ ਕਿੰਨੇ ਬੰਦੇ ਬੋਲਦੇ ਆ ਜੀ, ਤੇ ਫਿਰ ਸਿੱਧੂ ਸਾਹਿਬ ਜਿਸ ਹਿਸਾਬ ਨਾਲ ਇਸ ਵਕਤ ਸਰਗਰਮੀ ਕਰ ਰਿਹਾ, ਕੀ ਪਤਾ ਹਾਈ ਕਮਾਂਡ ਉਹ ਫੈਸਲਾ ਲਵੇ ਨਾ ਲਵੇ। ਨਹੀਂ ਕੁਝ ਵੀ ਹੋ ਸਕਦਾ। ਦੇਖੋ ਹਾਈ ਕਮਾਂਡ ਮੈਨੂੰ ਲੱਗਦਾ ਕਿ 3 ਬੰਦਿਆਂ ਦੇ ਉੱਤੇ ਵਿਚਾਰੂਗੀ। ਸਿੱਧੂ ਸਾਹਿਬ ਦਾ ਨਾਂ ਤਾਂ ਵਿਚਾਰਨਗੇ ਜ਼ਰੂਰ ਕਿਉਂਕਿ ਬੀਬੀ ਪ੍ਰਿਯੰਕਾ ਗਾਂਧੀ ਹੋਰੀ ਉਹਨਾਂ ਦੇ ਹੱਕ 'ਚ ਹੁੰਦੇ ਆ। ਹਾਂ ਐਤਕੀ ਜਦੋਂ ਬੀਬੀ ਪ੍ਰਿਯੰਕਾ ਗਾਂਧੀ ਆਏ ਸੀ ਤਾਂ ਸਿੱਧੂ ਸਾਹਿਬ ਨੂੰ ਕਿਹਾ ਸੀ ਕਿ ਸੰਬੋਧਨ ਕਰੋ, ਉਹ ਕਹਿੰਦੇ ਸੀ ਨਹੀਂ ਤੁਸੀਂ ਚੰਨੀ ਸਾਹਿਬ ਤੋਂ ਹੀ ਕਰਾ ਲਓ। ਉਸ ਕਰਕੇ ਜੇ ਤਾਂ ਬੀਬੀ ਜੀ ਨੂੰ ਚੇਤਾ ਹੋਇਆ ਕਿ ਮੇਰੀ ਹਾਜ਼ਰੀ ਦੇ ਵਿੱਚ ਸਿੱਧੂ ਸਾਹਿਬ ਨੇ ਭਾਸ਼ਣ ਨਹੀਂ ਸੀ ਦਿੱਤਾ ਫਿਰ ਔਖਾ ਹੋ ਜੂ। 2 ਬੰਦੇ ਹੋਰ ਨੇ ਜਿਹੜੇ ਜੇਤੂ ਵੀ ਨੇ ਤੇ ਜਿਹੜੇ ਹਾਈ ਕਮਾਂਡ ਦੀਆਂ ਨਜ਼ਰਾਂ ਦੇ ਵਿੱਚ ਜਿਨ੍ਹਾਂ ਦੇ ਨੰਬਰ ਵੀ ਹੈ। ਉਹਨਾਂ ਦੇ ਵਿੱਚ ਇੱਕ ਰਵਨੀਤ ਸਿੰਘ ਬਿੱਟੂ ਨੇ, ਕਿਉਂਕਿ ਲਗਾਤਾਰ 3 ਇਲੈਕਸ਼ਨ ਲੜੀਆਂ, ਤਿੰਨੋਂ ਜਿੱਤੇ ਆ। ਇੱਕ ਵਾਰੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ, 2 ਵਾਰੀ ਲੁਧਿਆਣੇ ਤੋਂ। ਤੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਉਹ ਹਾਈ ਕਮਾਂਡ ਦੇ ਨੇੜੇ ਤੇੜੇ ਰਹਿ ਕੇ ਹਾਈ ਕਮਾਂਡ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਆ ਤੇ ਇਹ ਜ਼ਰੂਰ ਕਹਿੰਦੇ ਹੁੰਦੇ ਆ ਕਿ ਭਾਵੇਂ ਹਾਰਿਆ ਭਾਵੇਂ ਜਿੱਤੇ ਹਾਈ ਕਮਾਂਡ ਦਾ ਕੋਈ ਕਸੂਰ ਨਹੀਂ। ਬਿੱਟੂ ਸਾਹਿਬ ਵੀ ਕੋਸ਼ਿਸ਼ ਕਰ ਰਹੇ ਤੇ ਗੁਣਾ ਉਹਨਾਂ ਦੇ ਉੱਤੇ ਵੀ ਪੈ ਸਕਦਾ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਹੋ ਜਾਣ। ਇੱਕ ਨਾਮ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਹੈ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਕਿ ਰਾਜਾ ਵੜਿੰਗ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਆ। ਇਹਦੇ ਤੋਂ ਇਲਾਵਾ ਹਾਈ ਕਮਾਂਡ ਦੇ ਨਾਲ ਉਹਨਾਂ ਦੀ ਸਿੱਧੀ ਜਾਣੀ ਆਉਣੀ ਵੀ ਹੈਗੀ ਹੈ। ਇਹਦੇ ਤੋਂ ਇਲਾਵਾ ਉਸ ਬੰਦੇ ਨੇ ਸੀਟ ਵੀ ਗਿੱਦੜਵਾਹੇ ਦੀ ਕਈ ਵਾਰੀ ਜਿੱਤ ਕੇ ਦਿਖਾਈ ਹੈ। ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਉਹਨਾਂ ਚੰਦ ਲੀਡਰਾਂ 'ਚੋਂ ਜਿਨ੍ਹਾਂ ਨੇ ਧੰਨਵਾਦੀ ਦੌਰਾ ਵੀ ਸ਼ੁਰੂ ਕਰਤਾ, ਜਿਨ੍ਹਾਂ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਭਾਈ ਜੇ ਉਹਨਾਂ ਨੂੰ ਪ੍ਰਧਾਨ, ਮੈਨੂੰ ਨਹੀਂ ਪਤਾ ਕਿ ਉਹ ਪੰਜਾਬ ਦੇ ਲਈ ਚੰਗੇ ਹੋਣਗੇ ਜਾਂ ਨਹੀਂ। ਬਾਦਲਾਂ ਨਾਲ ਟੱਕਰ ਪਿਛਲੇ ਸਮੇਂ 'ਚ ਲਈ ਸੀ ਉਹਨਾਂ ਨੇ, ਉਹ ਕਹਿੰਦੇ ਸੀ ਮੈਂ ਬੱਸਾਂ ਬੰਦ ਕਰਨੀਆਂ, ਮੁੜ ਕੇ ਅਦਾਲਤ ਦੇ ਰਾਹੀਂ ਭਾਵੇਂ ਉੱਥੇ ਹੀ ਕੰਮ ਹੋ ਗਿਆ। ਪਰ ਉਹਨਾਂ ਨੂੰ ਜਿੰਨੇ ਕੁ ਮਹੀਨੇ ਮਿਲੇ ਸੀ ਉਹਨਾਂ ਨੇ ਹਾਈ ਕਮਾਂਡ ਦੇ ਨਜ਼ਰ ਨਾਲ ਸਰਗਰਮੀ ਕਰ ਲਈ। ਤੇ ਜੇ ਕਿਤੇ ਕਾਂਗਰਸ ਨੂੰ ਇਹ ਲੱਗਾ ਕਿ ਭਾਈ ਨੌਜਵਾਨ ਜਿਹਾ ਬੰਦਾ ਚਾਹੀਦਾ ਜਿਹੜਾ ਸਾਰੇ ਪੰਜਾਬ ਦੇ ਯੂਥ ਨੂੰ ਥੋੜਾ ਬਹੁਤ ਆਪਣੇ ਵੱਲ ਖਿੱਚ ਸਕੇ, ਫਿਰ ਹੋ ਸਕਦਾ ਭਾਈ ਰਾਜਾ ਵੜਿੰਗ ਸਾਹਿਬ ਵੱਲ ਗੁਣਾ ਪੈ ਜਾਏ। ਨਹੀਂ ਇਹ ਚਰਚਾ ਤਾਂ ਹੈਗੀ, ਪਰ ਇੱਕ ਗੱਲ ਤੇ ਪੱਕੀ ਹੈ ਵੀ ਐਤਕੀ ਚਿਹਰਾ ਜਿਹੜਾ ਜਿੱਦਾਂ ਹੁੰਦਾ ਸੀ ਵੀ ਪਹਿਲੇ ਸਮੇਂ ਦੇ ਵਿੱਚ ਜਿਹੜੀ ਇੱਕ ਲੇਅਰ ਪਿਛਲੀ ਹੈ ਕਾਂਗਰਸ ਪਾਰਟੀ ਦੀ,
ਸ਼ਾਇਦ ਉਹਨਾਂ ਦੇ ਵਿੱਚੋਂ ਕੋਈ ਨਾਂ ਚਰਚਾ 'ਚ ਹੁੰਦਾ ਸੀ, ਪਰ ਐਤਕੀ ਉਸ ਲੇਅਰ 'ਚੋਂ ਕੋਈ ਨਾਂ ਚਰਚਾ 'ਚ ਹੈ ਨਹੀਂ। ਮਤਲਬ ਜਿੰਨੇ ਨਾਂ ਨੇ ਉਹ ਜਾਂ ਤਾਂ ਨਵੀਂ ਪੀੜ੍ਹੀ ਦੇ ਨੇ ਜਾਂ ਨਵੇਂ ਬੰਦਿਆਂ 'ਚੋਂ ਨੇ। ਬਾਕੀ ਇਹ ਫੈਸਲਾ ਡਿਸੀਜਨ ਤਾਂ ਭਾਈ ਸਾਹਿਬ ਹੁਣ ਹਾਈ ਕਮਾਂਡ ਨੇ ਕਰਨਾ, ਕਿਉਂਕਿ ਉਹ ਹਾਈ ਕਮਾਂਡ ਆ। ਦੇਖੋ ਕਮਾਂਡ ਉਹਨਾਂ ਕੋਲ ਆ। ਹਾਂ, ਉਹਨਾਂ ਕੋਲ ਆ। ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਕਿ ਬਾਕੀ ਤਾਂ ਜੋ ਪਾਰਟੀਆਂ ਦੇਖਦੀਆਂ ਹੁੰਦੀਆਂ ਕਿ ਇਸ ਭਾਈਚਾਰੇ 'ਚ ਕਿਹਦਾ ਆਧਾਰ ਹੈ, ਕੌਣ ਬੰਦਾ ਕਿੰਨੀ ਵਾਰੀ ਜਿੱਤਿਆ, ਖਾਨਦਾਨੀ ਜੇ ਉਹ ਸਾਰਾ। ਐਤਕੀ ਜਿਹੜੇ 4-5 ਬੰਦੇ ਪ੍ਰਧਾਨ ਬਣਨਾ ਚਾਹਣ, ਉਹਨਾਂ ਤੋਂ ਪਹਿਲਾਂ ਨਾ 5-7 ਵਾਰੀ ਬੈਠਕਾਂ ਬੂਠਕਾਂ ਕਢਾ ਕੇ ਦੇਖਣ ਕਿ ਬੈਠ ਕੇ ਦਿਖਾਓ, ਖੜੇ ਹੋ ਕੇ ਦਿਖਾਓ, 4 ਘੰਟੇ ਦਰੀ ਤੇ ਬੈਠ ਕੇ ਦਿਖਾਓ, ਨਾਅਰੇ ਮਾਰ ਕੇ ਦਿਖਾਓ, ਧੁੱਪੇ ਖੜ ਕੇ ਦਿਖਾਓ, ਧੁੱਪੇ ਬਹਿ ਕੇ ਦਿਖਾਓ। ਇਹ ਕੰਮ ਜ਼ਰੂਰ ਕਰ ਲੈਣ, ਕਿਉਂਕਿ ਹੁਣ 5 ਸਾਲ ਸਰਕਾਰ ਹੈ ਨਹੀਂ ਨਾ, ਤੇ ਜਦੋਂ ਸਰਕਾਰ ਨਹੀਂ ਹੁੰਦੀ ਫਿਰ ਧਰਨੇ ਦੇਣੇ ਹੁੰਦੇ ਆ, ਫਿਰ ਨਾਅਰੇ ਮਾਰਨੇ ਹੁੰਦੇ ਆ। ਇਹ ਨਾ ਹੋਵੇ 2 ਬੰਦੇ ਚੱਕ ਕੇ ਠਾਲਦੇ ਹੋਣ। ਨਹੀਂ, ਚਲੋ ਇਹ ਤਾਂ ਹੁਣ ਕਾਂਗਰਸ ਪਾਰਟੀ ਦਾ ਅੰਦਰੂਨੀ ਮਾਮਲਾ, ਕੀ ਫੈਸਲਾ ਲੈਂਦੀ ਹੈ ਤਾਂ ਟਾਈਮ ਦੱਸੂ। ਪਰ ਦੂਜੇ ਪਾਸੇ ਇਹ ਨਹੀਂ ਆ ਵੀ ਕੋਈ ਜੇ ਬੰਦਾ ਜਿੱਤ ਗਿਆ ਤੇ ਉਹਨੇ ਸਰਗਰਮੀ ਕਰਨੀ ਹੈ, ਬਿਹਾਰੇ ਸਰਗਰਮੀ ਨਹੀਂ ਕਰਦੇ। ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਜੀ, ਉਹ ਵੱਖ ਹੋਏ, ਪਾਰਟੀ ਉਹਨਾਂ ਨੇ ਵੱਖ ਬਣਾਈ, ਉਸ ਤੋਂ ਬਾਅਦ ਚਲੋ ਗੱਠਜੋੜ ਕਰਕੇ ਇਲੈਕਸ਼ਨ ਲੜੀ, ਨਹੀਂ ਕੁਛ ਗੱਲ ਬਣੀ। ਉਹਨਾਂ ਨੇ ਬਾਅਦ 'ਚ ਕਿਹਾ ਵੀ ਹਾਂ ਜੀ ਸਮਾਂ ਥੋੜ੍ਹਾ ਸੀਗਾ ਜਾਂ ਜੋ ਵੀ ਸੀਗਾ, ਕਿਤੇ ਨਾ ਕਿਤੇ ਫਿਰ ਉਹ ਖੇਤੀ ਅੰਦੋਲਨ ਦੀ ਗੱਲ ਵੀ ਕਰਦੇ ਆ ਵੀ ਉਹ ਉਹਦਾ ਕਰਕੇ ਵੀ ਕਾਰਨ ਬਣ ਗਿਆ। ਪਰ ਹੁਣ ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਇਹ ਪੰਜਾਬ 'ਤੇ ਹੈ ਹੀ ਆ, ਅਤੇ ਜੇ ਪੰਜਾਬ ਦੇ ਲੀਡਰ ਨੇ ਫਿਰ ਪੰਜਾਬ ਦੀ ਗੱਲ ਕਰਨੀ ਆ। ਹੁਣ ਮੁਲਾਕਾਤ ਕਰਨੀ ਉਹਨਾਂ ਨੇ ਹੋਮ ਮਿਨਿਸਟਰ ਸਾਹਿਬ ਨਾਲ। ਦੇਖੋ, ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਨੇ, ਦੇਸ਼ ਦੇ ਲੋਕਾਂ ਨੇ ਚੁਣੇ ਆ, ਗ੍ਰਹਿ ਮੰਤਰੀ ਉਹਨਾਂ ਨੂੰ ਬਣਾਇਆ। ਤੇ ਪਿਛਲੇ ਦਿਨੀ ਜਿਹੜਾ BBMB ਦਾ ਮੁੱਦਾ ਪਿਆ ਸੀ, ਉਹਦੇ ਤੋਂ ਬਾਅਦ ਚੰਡੀਗੜ੍ਹ ਦੇ ਕਰਮਚਾਰੀਆਂ ਦੇ ਉੱਤੇ ਲਾਗੂ ਹੋਣ ਵਾਲੇ ਨਿਯਮਾਂ ਦਾ ਮੁੱਦਾ ਸੀ। ਉਹਦੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਲੀਡਰ ਬੜੇ ਕਲੀਅਰ ਸੀ ਕਿ ਇਹਦੇ ਨਾਲ ਪੰਜਾਬ ਦਾ ਹੱਕ ਨਹੀਂ ਘਟਦਾ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ, ਉਹਨਾਂ ਨੇ ਵੀ ਕਿਹਾ ਸੀ ਕਿ ਭਾਈ ਇਹਦੇ ਨਾਲ ਕੀ ਫਰਕ ਪੈਂਦਾ, ਮੈਨੂੰ ਤੇ ਸਮਝਾ ਦਿਓ ਮਾੜਾ ਜਿਹਾ, ਕਿਹੜੇ ਫਾਰਮੂਲੇ ਦੇ ਤਹਿਤ ਤੁਹਾਨੂੰ ਲੱਗਦਾ ਹੈ ਕਿ ਜੇ ਕਰਮਚਾਰੀਆਂ ਦੇ ਉੱਤੇ ਕੇਂਦਰ ਸਰਕਾਰ ਦੇ ਨਿਯਮ ਲਾਗੂ ਹੋ ਗਿਆ ਤਾਂ ਪੰਜਾਬ ਦਾ ਦਾਅਵਾ ਕਮਜ਼ੋਰ ਕਿੱਦਾਂ ਹੋਗਾ। ਕਹਿੰਦੇ ਮੈਨੂੰ ਦੱਸੋ, ਹੋਇਆ ਹੀ ਨਹੀਂ। ਭਾਜਪਾ ਕੈਪਟਨ ਸਾਹਿਬ ਦੇ ਨਾਲ ਜਿਹੜੀ ਤੀਸਰੀ ਧਿਰ ਸੀ ਉਹ ਢੀਂਡਸਾ ਸਾਹਿਬ ਦੀ ਪਾਰਟੀ ਸੀ, ਅਕਾਲੀ ਦਲ ਸੰਯੁਕਤ। ਹੁਣ ਅਕਾਲੀ ਦਲ ਸੰਯੁਕਤ ਜਿਹੜਾ ਹੈ, ਉਹਦੇ ਵੱਲੋਂ ਸੁਖਦੇਵ ਸਿੰਘ ਢੀਂਡਸਾ ਸਾਹਿਬ ਇੱਕ ਗੱਲ ਤਾਂ ਕਹਿ ਕੇ ਗਏ ਆ, ਕਹਿੰਦੇ ਜੀ ਚੰਡੀਗੜ੍ਹ ਪੰਜਾਬ ਦਾ, ਪੰਜਾਬ ਨੂੰ ਮਿਲਣਾ ਚਾਹੀਦਾ, ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ, ਤੇ ਮੈਂ ਕਹਿੰਦੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਨੂੰ ਮਿਲੂੰਗਾ, ਚੰਡੀਗੜ੍ਹ ਦਾ ਮੁੱਦਾ ਵੀ ਚੁੱਕੂੰਗਾ, BMB ਦਾ ਮੁੱਦਾ ਵੀ ਚੁੱਕੂੰਗਾ, ਬਾਕੀ ਵੀ ਜਿਹੜੇ ਪੰਜਾਬ ਦੇ ਮੁੱਦੇ ਕੇਂਦਰ ਸਰਕਾਰ ਦੇ ਨਾਲ ਅੱਧ ਵਿਚਾਲੇ ਫਸੇ ਪਏ ਆ ਉਹ ਚੁੱਕੂੰਗਾ। ਤੇ ਕਹਿੰਦੇ ਮੈਨੂੰ ਆਸ ਬੜੀ ਆ, ਜਿੰਨੀ ਵਾਰੀ ਵੀ ਮੈਂ ਅਮਿਤ ਸ਼ਾਹ ਸਾਹਿਬ ਨੂੰ ਮਿਲਿਆ ਰਿਸਪੌਂਸ ਬੜਾ ਵਧੀਆ ਦਿੰਦੇ, ਕੰਮ ਝੱਟ ਕਰ ਦਿੰਦੇ ਆ, ਤੇ ਆ ਵੀ ਸਾਡੀਆਂ ਗੱਲਾਂ ਜਿਹੜੀਆਂ ਉਹ ਸੁਣਨਗੇ ਵੀ, ਵਿਚਾਰਨਗੇ ਵੀ, ਤੇ ਫੈਸਲਾ ਵੀ ਲੈਣਗੇ। ਚਲੋ ਮੈਂ ਕਹਿੰਦਾ ਕਿ ਬਾਕੀਆਂ ਨਾਲੋਂ ਭੂਰਾ ਅੱਗੇ ਨੇ। ਕੈਪਟਨ ਸਾਹਿਬ ਨੇ ਤਾਂ ਇਹ ਵੀ ਨਹੀਂ ਕਿਹਾ ਮੈਂ ਜਾਣਾ ਉੱਥੇ ਮਿਲਣ, ਉਹਨਾਂ ਨੇ ਤਾਂ ਇਹ ਵੀ ਨਹੀਂ ਕਿਹਾ ਕਿ ਭਾਈ ਕਿੱਧਰਲੇ ਪਾਸੇ ਨੂੰ ਗੱਲ ਜਾਂਦੀ ਹੈ ਜਾਂ ਕਮਜ਼ੋਰ ਹੋਇਆ ਕੁਝ ਦਾਵਾ। ਚਲੋ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੀ ਪਾਰਟੀ ਦੇ ਕੋਲ ਹੁਣ ਕੋਈ MLA MP ਤਾਂ ਹੈ ਨਹੀਂ ਮੈਨੂੰ ਲੱਗਦਾ, ਕਿਉਂਕਿ ਕੰਮ ਨਿਬੜ ਗਿਆ ਨਾ, ਸਾਰੀ ਟੈਨਿਓਰ ਉਹਨਾਂ ਦੀ ਵੀ ਗਈ, ਤਾਂ ਇੱਧਰਲੇ ਪਾਸੇ ਪਰਮਿੰਦਰ ਸਿੰਘ ਢੀਂਡਸਾ ਵੀ ਹਰ ਗਏ। ਪਰ ਫਿਰ ਵੀ ਗੱਠਜੋੜ ਤਾਂ ਹੈਗਾ ਨਾ, ਇਹ ਕੰਮ ਉਹ ਕਰਾ ਲਿਆ, ਹੁਣ ਪੰਜਾਬ ਦੇ ਪੱਲੇ ਕੁਝ ਪੈ ਜਾ ਤਾਂ ਚੰਗੀ ਗੱਲ ਹੈ। ਵਧੀਆ ਗੱਲ ਆ। ਹੁਣ ਦੇਖੋ ਪਿਛਲੇ ਦਿਨ ਹੀ ਬੜੀ ਚਰਚਾ ਸੀ ਨਾ, ਜਦੋਂ ਵਿਧਾਨ ਸਭਾ ਦਾ ਸੈਸ਼ਨ ਹੋਇਆ, ਤੇ ਸੈਸ਼ਨ ਦੇ ਵਿੱਚ ਜਦੋਂ ਸਾਰੇ MLA ਸਾਹਿਬਾਨ ਬੋਲਦੇ ਆ, ਅਸ਼ਵਨੀ ਸ਼ਰਮਾ ਸਾਹਿਬ ਜਿੱਦਾਂ ਬੋਲੇ ਐਂਡ ਉਹਨਾਂ ਨੇ ਕਿਹਾ ਕਿ ਵੀ ਦੇਖੋ ਜੀ ਮੈਂ ਕਹਿੰਦਾ ਵੀ ਚੰਡੀਗੜ੍ਹ ਦਾ ਹੈਗਾ ਪੰਜਾਬ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਕਿਤੇ ਨਾ ਕਿਤੇ ਨੀਚ ਸਾਨੂੰ ਉਹ ਗੱਲ ਲੱਗਦੀ। ਫਿਰ ਉਹ ਵਾਕਆਊਟ ਕਰ ਗਏ। ਉਹਦੇ ਤੋਂ ਬਹੁਤੇ ਲੋਕਾਂ ਨੇ ਇਹ ਕਹਿ ਤਾ ਵੀ ਹਾਂ ਦੇਖੋ ਜੀ ਇਹਨਾਂ ਨੇ ਮਤਲਬ ਪੰਜਾਬ ਦੀ ਗੱਲ ਨਹੀਂ ਕੀਤੀ ਹੈ, ਹਾਲਾਂਕਿ ਉਹ ਕਹਿੰਦੇ ਵੀ ਅਸੀਂ ਆਪਣੇ ਤੌਰ 'ਤੇ ਕੀਤੀ, ਪਰ ਮੰਨਣ ਵਾਲੇ ਕਹਿੰਦੇ ਵੀ ਨਹੀਂ ਕੀਤੀ। ਹੁਣ ਢੀਂਡਸਾ ਸਾਹਿਬ ਉਸੇ ਪਾਰਟੀ ਦੇ ਵੱਡੇ ਲੀਡਰ ਸਾਹਿਬ ਨੂੰ ਜਾ ਕੇ ਇਹ ਗੱਲ ਸਮਝਾਉਣ 'ਚ ਕਿੰਨੇ ਕੁ ਕਾਮਯਾਬ ਹੁੰਦੇ ਆ ਵੀ ਮਹਾਰਾਜ ਜਿਹੜਾ ਪੰਜਾਬ ਹੈ ਉਹ ਉਹਦੀ ਰਾਜਧਾਨੀ ਚੰਡੀਗੜ੍ਹ ਆ, ਤੇ ਜਿਵੇਂ ਤੁਸੀਂ ਕਰ ਰਹੇ ਹੋ ਤਾਂ ਪੰਜਾਬੀਆਂ ਨੂੰ ਜਾਂ ਪੰਜਾਬ ਵਾਲਿਆਂ ਨੂੰ ਲੱਗਦਾ ਵੀ ਯਾਰ ਸਾਡਾ ਜਿਹੜਾ ਹੱਕ ਖੋਇਆ ਜਾ ਰਿਹਾ ਉਹਨੂੰ ਤੁਸੀਂ ਹੱਕ ਨੂੰ ਹੱਕ ਦੇ ਦਿਓ। ਹੁਣ ਦੇਖੋ ਇਹਦੇ ਨਾਲ ਇਮੀਡੀਏਟਲੀ ਆਖੀਏ ਵੀ ਢੀਂਡਸਾ ਸਾਹਿਬ ਨੂੰ ਕੋਈ ਫਾਇਦਾ ਹੋ ਜਾਣਾ, ਉਹ ਤਾਂ ਜਾਪਦਾ ਨਹੀਂ। ਪਰ ਹਾਂ ਲੀਡਰ ਹੋਣ ਦੇ ਨਾਤੇ ਜੇ ਉਹ ਗੱਲ ਕਰ ਰਹੇ ਤੇ ਉਹ ਤਾਂ ਐਪਰੀਸ਼ੀਏਟ ਕਰਨੀ ਬਣਦੀ। ਤਰਾਜ ਆ ਗਿਆ ਨਾ, ਹਾਂ ਗੱਲ ਆਈ ਆ, ਨਹੀਂ ਉਹ ਨਹੀਂ ਰੱਖਣੀ ਅੰਦਰ, ਇਹ ਐਵੇਂ ਸਾਬਣਾ ਨੂੰ ਆਣ ਕੇ ਕਦੇ ਹੋਰ ਕਰੋਗੇ। ਅੱਛਾ ਦੱਸੋ, ਗੱਲ ਤੁਹਾਡੀ ਕਹਾਂ ਚੱਕ ਕੇ ਲੈ ਜਾਵੇ, ਮੁੜ ਕੇ ਲੱਭਦੇ ਫਿਰ। ਸੰਧਾਲੀਆ ਸਾਹਿਬ, ਮੈਨੂੰ ਇਹ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਫਰਕ ਪਵੇ ਨਾ ਪਵੇ, ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਇਕਾਈ ਨੂੰ ਫਰਕ ਨਾ ਪਵੇ, ਢੀਂਡਸਾ ਸਾਹਿਬ ਨੂੰ ਪੈ ਸਕਦਾ। ਉਹਦੇ ਕਾਰਨ ਹੈ ਸੰਗਰੂਰ ਦੀ ਸੀਟ ਵਿਹਲੀ ਹੋਈ ਹੈ ਲੋਕ ਸਭਾ ਦੀ, ਤੇ ਸੰਗਰੂਰ ਤੋਂ ਕਈ ਵਾਰ ਇਲੈਕਸ਼ਨ ਜਿਹੜੀ ਹੈ ਉਹ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਲੜੀ ਹੈ। ਜੇ ਭਗਵੰਤ ਮਾਨ ਸਾਹਿਬ ਜਿਨ੍ਹਾਂ ਨੇ ਜਿਹੜੇ ਮੁੱਖ ਮੰਤਰੀ ਬਣੇ ਆ ਤੇ ਜਿਨ੍ਹਾਂ ਨੇ ਹੁਣ ਲੋਕ ਸਭਾ ਦੀ ਸੀਟ ਉਹ ਛੱਡੀ ਹੈ, ਜਦੋਂ ਉਹ ਪਹਿਲੀ ਵਾਰੀ ਚੁਣ ਕੇ ਮੈਂਬਰ ਪਾਰਲੀਮੈਂਟ ਬਣੇ ਸੀ, 2 ਲੱਖ ਵੋਟਾਂ ਦਾ ਫਰਕ ਸੀ, ਤਾਂ ਉਦੋਂ ਉਹਨਾਂ ਨੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੂੰ ਹੀ ਹਰਾਇਆ ਸੀ। ਇਸ ਕਰਕੇ ਸੰਗਰੂਰ ਬਹੁਤ ਇੰਪੋਰਟੈਂਟ ਹੈ ਢੀਂਡਸਾ ਸਾਹਿਬ ਦੇ ਲਈ ਵੀ, ਕਿਉਂਕਿ ਸੁਨਾਮ ਤੋਂ ਉਹ ਚੋਣ ਲੜਦੇ ਰਹੇ ਆ। ਲਹਿਰੇ ਗਾਗੇ ਤੋਂ ਉਹਨਾਂ ਦਾ ਬੇਟਾ ਸਾਬਕਾ ਕੈਬਨਿਟ ਮੰਤਰੀ ਫਾਈਨਾਂਸ ਮਿਨਿਸਟਰ ਰਹਿ ਚੁੱਕੇ ਪਰਮਿੰਦਰ ਸਿੰਘ ਢੀਂਡਸਾ ਸਾਹਿਬ, ਉਹ ਲਹਿਰੇ ਗਾਗੇ ਤੋਂ ਵੀ MLA ਰਿਹਾ ਤੇ ਸੁਨਾਮ ਤੋਂ ਵੀ ਰਿਹਾ, ਤੇ ਦੋਨੋਂ ਹੀ ਹਲਕੇ ਉਸੇ ਸੰਗਰੂਰ ਲੋਕ ਸਭਾ ਦਾ ਹਿੱਸਾ ਨੇ।
ਹੁਣ ਭਾਜਪਾ ਵੀ ਹੈ, ਕੈਪਟਨ ਸਾਹਿਬ ਵੀ ਨੇ, ਢੀਂਡਸਾ ਸਾਹਿਬ ਵੀ ਨੇ, ਗੱਠਜੋੜ ਨਹੀਂ ਟੁੱਟਿਆ। ਆਮ ਤੌਰ ਤੇ ਹੁੰਦਾ ਕਿ ਇਲੈਕਸ਼ਨ ਤੋਂ ਪਹਿਲਾਂ ਗੱਠਜੋੜ ਹੁੰਦੇ ਆ, ਚੋਣਾਂ ਹਾਰ ਜਾਓ ਬੜੀ ਛੇਤੀ ਗੱਠਜੋੜ ਟੁੱਟਦੇ ਆ, ਇਹਨੇ ਆਹ ਕੀਤਾ, ਸਾਡੀ ਪਾਰਟੀ ਨਾਲ ਧੋਖਾ ਕੀਤਾ, ਇਹਨਾਂ ਦੀਆਂ ਵੋਟਾਂ ਸਾਨੂੰ ਨਹੀਂ ਪਈਆਂ, ਉਹਨੂੰ ਨਹੀਂ ਪਈਆਂ। ਪਰ ਤੁਸੀਂ ਦੇਖੋ ਭਾਜਪਾ, ਢੀਂਡਸਾ ਸਾਹਿਬ ਤੇ ਕੈਪਟਨ ਸਾਹਿਬ ਦੀ ਪਾਰਟੀ ਵੱਲੋਂ ਕਿਸੇ ਦਾ ਵੀ ਇੱਕ ਦੂਜੇ ਦੇ ਖਿਲਾਫ ਬਿਆਨ ਨਹੀਂ ਆਇਆ। ਇੱਕ ਮਾੜੀ ਹਲਚਲ ਹੋਈ ਸੀ ਰਾਜਪੁਰ ਵਾਲੇ ਪਾਸਿਓਂ, ਉਹ ਤੋਂ ਇਲਾਵਾ ਨਹੀਂ। ਇਹਦਾ ਮਤਲਬ ਹੈ ਗੱਠਜੋੜ ਕਾਇਮ ਹੈ। ਜਦੋਂ ਗੱਠਜੋੜ ਕਾਇਮ ਹੈ, ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਆ ਰਹੀ ਹੈ, ਹੋ ਸਕਦਾ ਕਿ ਢੀਂਡਸਾ ਸਾਹਿਬ ਦੀ ਪਾਰਟੀ ਨੂੰ ਮਿਲ ਜਾ ਟਿਕਟ ਕਿ ਭਾਈ ਤੁਸੀਂ ਲੜੋ, ਕਿਉਂਕਿ ਉੱਥੋਂ ਦੇ ਬਹੁਤੇ ਵਿਧਾਨ ਸਭਾ ਹਲਕਿਆਂ ਦੇ ਉੱਤੇ ਥੋੜਾ ਬਹੁਤਾ ਕਰਕੇ ਬਾਕੀਆਂ ਨਾਲੋਂ ਢੀਂਡਸਾ ਸਾਹਿਬ ਦਾ ਪ੍ਰਭਾਵ ਹੈਗਾ, ਚਾਹੇ ਉਹ 2% ਵੋਟਾਂ ਤੇ ਆ, ਚਾਹੇ 22% ਵੋਟਾਂ ਤੇ ਆ। ਇਸ ਕਰਕੇ ਜਾਣਾ ਵੀ ਬਣਦਾ ਹੈ, ਗੱਲ ਵੀ ਕਰਨੀ ਬਣਦੀ ਹੈ, ਬਾਅਦ ਵਿੱਚ ਪ੍ਰੈਸ ਕਾਨਫਰੰਸ ਕਰਨੀ ਵੀ ਬਣਦੀ ਹੈ, ਤੇ ਫਿਰ ਚੋਣ ਲੜਨੀ ਵੀ ਬਣਦੀ ਹੈ, ਚਾਹੇ ਕੋਈ ਲੜੇ। ਜਿਹੜੀ ਇੰਨੀ ਕੁ ਗੱਲ ਨਾਲ ਮੈਂ ਸਹਿਮਤ ਹਾਂ ਵੀ ਢੀਂਡਸਾ ਸਾਹਿਬ ਇਲੈਕਸ਼ਨ ਲੜ ਸਕਦੇ। ਨਹੀਂ, ਚਾਹੇ ਬੇਟਾ ਲੜ ਲੈ, ਨਹੀਂ ਉਹਨਾਂ ਦਾ ਚਲੋ ਬੇਟਾ ਲੜ ਲੈ, ਪਰ ਇਹਦੇ ਨਾਲ ਮੈਂ ਬਹੁਤਾ ਸਹਿਮਤ ਨਹੀਂ ਵੀ ਉਹਨਾਂ ਦੀ ਪਾਰਟੀ ਨੂੰ ਟਿਕਟ ਮਿਲ ਜਾਣੀ। ਕਿਉਂਕਿ ਇਹ ਪਹਿਲਾ ਰਿਵਾਜ ਦਿੱਲੀ 'ਚ ਸੀਗਾ, ਇਹਨਾਂ ਲੰਘੀਆਂ ਇਲੈਕਸ਼ਨਾਂ ਦੇ ਵਿੱਚ ਪੰਜਾਬੀਆਂ ਨੇ ਪੰਜਾਬ 'ਚ ਵੀ ਵੇਖ ਲਿਆ ਵੀ ਬੰਦਾ ਕਿਸੇ ਪਾਰਟੀ ਦਾ ਹੁੰਦਾ, ਉਹ ਕਹਿੰਦੇ ਚੋਣ ਨਿਸ਼ਾਨ ਕਮਲ ਦਾ ਫੁੱਲ ਹੋਵੇਗਾ। ਨਹੀਂ, ਟਿਕਟ ਉਹਨਾਂ ਦੀ ਪਾਰਟੀ ਨੂੰ ਮਿਲਣੀ ਹੈ, ਚੋਣ ਨਿਸ਼ਾਨ ਕੀ ਹੋਊਗਾ? ਆਹੋ, ਚੋਣ ਨਿਸ਼ਾਨ ਕਮਲ ਦਾ ਫੁੱਲ ਹੋਏਗਾ। ਹੁਣ ਇਹ ਹੋ ਸਕਦਾ ਵੀ ਢੀਂਡਸਾ ਸਾਹਿਬ ਜਾਂ ਉਹਨਾਂ ਦੇ ਪਰਿਵਾਰ 'ਚੋਂ ਪਰਮਿੰਦਰ ਢੀਂਡਸਾ ਹੋਰੀ ਉਹ ਇਲੈਕਸ਼ਨ ਲੜਨ, ਤੇ ਕੈਂਡੀਡੇਟ ਹੋ ਸਕਦਾ ਵੀ ਉਹ ਆਪਣੇ ਵੱਲੋਂ ਕਹਿਣ ਵੀ ਸਾਡਾ ਜਿਹੜਾ ਐਨਡੀਏ ਗੱਠਜੋੜ ਨੂੰ ਕਹਿੰਦੇ ਨੇ ਵੀ ਐਨਡੀਏ ਗੱਠਜੋੜ ਦੇ ਕੈਂਡੀਡੇਟ ਨੇ ਢੀਂਡਸਾ ਸਾਹਿਬ ਦੇ ਪਰਿਵਾਰ 'ਚੋਂ ਆਪ ਜਾਂ ਉਹਨਾਂ ਦਾ ਬੇਟਾ, ਹਾਂ ਚੋਣ ਨਿਸ਼ਾਨ ਕਮਲ ਦਾ ਫੁੱਲ ਹੋਊਗਾ। ਇਹ ਹੋ ਸਕਦਾ ਜੇ ਗੱਲਾਂ ਨੇ। ਇੱਕ ਹੋਰ ਵੀ ਚਰਚਾ ਹੋ ਸਕਦੀ ਹੈ, ਅਰਵਿੰਦ ਖੰਨਾ ਸਾਹਿਬ ਸੰਗਰੂਰ ਤੋਂ ਇਲੈਕਸ਼ਨ ਲੜਿਆ ਭਾਰਤੀ ਜਨਤਾ ਪਾਰਟੀ ਟਿਕਟ ਤੇ, ਲੋਕ ਸਭਾ ਦੀ ਚੋਣ ਵੀ ਲੜ ਚੁੱਕੇ ਆ, ਵੱਡੇ ਬੰਦੇ ਨੇ, ਪੈਸੇ ਟੱਕੇ ਪੱਖੋਂ ਵੀ ਸੌਖੇ ਆ, ਹੋ ਸਕਦਾ ਕਿ ਫਿਰ ਬਿਠਾ ਕੇ ਆ ਜਾਣਾ ਯਾਰ ਉਹਨਾਂ ਨੂੰ ਲੜ ਲੈਣ ਦਿਓ, ਕੋਈ ਗੱਲ ਨਹੀਂ। ਚਲੋ ਇਹ ਤਾਂ ਹੁਣ ਟਾਈਮ ਦੱਸੂਗਾ ਨਾ, ਕਿਉਂਕਿ ਜਿੱਦਾਂ ਦੇ ਹਾਲਾਤ ਨੇ ਸਾਰੇ ਇਹ ਵੀ ਕਹਿ ਸਕਦੇ ਕੋਈ ਗੱਲ ਤੁਸੀਂ ਲੜ ਲਓ ਭਾਜੀ। ਨਹੀਂ, ਇਹੋ ਜਿਹੀਆਂ ਗੱਲਾਂ ਕਰਕੇ ਫਿਰ ਨਾ ਮਿਲ ਢੀਂਡਸਾ ਸਾਹਿਬ। ਨਹੀਂ, ਮੈਂ ਇਹ ਨਹੀਂ ਕਹਿੰਦਾ, ਫਿਰ ਰਹਿੰਦੇ ਚੰਡੀਗੜ੍ਹ ਉੱਥੇ। ਨਹੀਂ, ਮੈਂ ਕਹਿੰਦਾ ਕੱਲ ਨੂੰ ਜਿਹੜਾ ਜਾਣਾ ਅੱਜ ਹੀ ਜਾਣ। ਫਿਰ ਇਹੋ ਜਿਹੀਆਂ ਗੱਲਾਂ ਨਾ ਕਰੋ। ਗੱਲ ਇਹ ਆ ਵੀ ਚੰਡੀਗੜ੍ਹ ਦੇ ਮਾਮਲੇ ਤੇ ਇੱਕ ਹੋਰ ਬਿਆਨ ਆਇਆ, ਉਹ ਬਿਆਨ ਆਇਆ ਮਨੋਹਰ ਲਾਲ ਖੱਟਰ ਸਾਹਿਬ ਦਾ। ਠੀਕ ਹੈ ਜੀ। ਹਰਿਆਣੇ ਦੇ ਮੁੱਖ ਮੰਤਰੀ ਨੇ, ਉਹ ਕਹਿੰਦੇ ਸਾਨੂੰ ਤਰਾਜ ਹੈ ਵੀਰ ਜੀ, ਜਿੱਦਾਂ ਤੁਸੀਂ ਤਾਂ ਕਹਿੰਦੇ ਮੈਨੂੰ ਤਾਂ ਸਿਰਫ ਗੱਲ ਆਈ, ਉਹਨੂੰ ਤਰਾਜ ਵੀ ਆਇਆ ਨਾਲ। ਉਹ ਕਹਿੰਦਾ ਕਮਾਲ ਹੋ ਗਈ, ਤੁਸੀਂ ਕਿੱਦਾਂ ਗੱਲਾਂ ਕਰੀ ਜਾਂਦੇ, ਮਤਲਬ ਮੁੱਖ ਮੰਤਰੀ ਪੰਜਾਬ ਜਾਂ ਤੁਸੀਂ ਉੱਥੇ ਕਹਿੰਦੇ ਮਤਾ ਪਾਸ ਕਰ ਲਿਆ ਹੈ ਚੰਡੀਗੜ੍ਹ ਤੇ ਪੰਜਾਬ ਦਾ, ਕਿੱਦਾਂ ਆ ਗਿਆ? ਚੰਡੀਗੜ੍ਹ ਕਹਿੰਦੇ ਰਾਜਧਾਨੀ ਹੈ, ਰਾਜਧਾਨੀ ਹਰਿਆਣੇ ਦੀ ਹੈ, ਸਾਡੀ ਵੀ ਉਨੀ ਰਾਜਧਾਨੀ ਜਿੰਨੀ ਤੁਹਾਡੀ ਰਾਜਧਾਨੀ, ਤੁਸੀਂ ਕਿੱਦਾਂ ਮਤਾ ਪਾ ਸਕਦੇ ਹੋ ਵੀ ਹਾਂਜੀ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੈ? ਇਹ ਸਾਰੀ ਕਾਰਵਾਈ ਦੇ ਲਈ ਮਾਫੀ ਮੰਗਣੀ ਚਾਹੀਦੀ ਸੀਐਮ ਸਾਹਿਬ ਨੂੰ। ਇਹ ਖੱਟਰ ਸਾਹਿਬ ਦਾ ਕਹਿਣਾ, ਉਹ ਮੰਗਦੇ ਨਹੀਂ ਮੰਗਦੇ ਬਾਅਦ ਦੀ ਗੱਲ। ਨਹੀਂ, ਗੱਲ ਤੁਹਾਡੀ ਠੀਕ ਹੈ। ਦੇਖੋ ਵੈਸੇ ਤਾਂ ਹਰਿਆਣੇ ਦੇ ਵਿੱਚੋਂ ਚਟਾਲਿਆਂ ਦੀ ਪਾਰਟੀ, ਦੁਸ਼ਯੰਤ ਚੌਟਾਲਾ ਸਾਹਿਬ ਦੀ ਪਾਰਟੀ, ਕਾਂਗਰਸ ਦੇ ਬੰਦੇ, ਹੁੱਡਾ ਸਾਹਿਬ, ਇਧਰਲੇ ਪਾਸਿਓਂ ਭਾਜਪਾ ਵਾਲੇ ਲੀਡਰ, ਸਾਰੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਲੋਕਾਂ ਦੇ ਚੁਣੇ ਹੋਏ ਸਤਿਕਾਰਯੋਗ ਆ, ਲਗਾਤਾਰ ਦੂਜੀ ਵਾਰੀ ਸੀਐਮ ਬਣੇ ਆ। ਇਧਰੋਂ ਪੰਜਾਬ ਵਾਲੇ ਪਾਸੇ ਮਤਾ ਮੈਨੂੰ ਨਹੀਂ ਪਤਾ ਰਾਜਪਾਲ ਸਾਹਿਬ ਕੋਲ ਜੇ ਪਹੁੰਚਾ ਕਿ ਨਹੀਂ ਪਹੁੰਚਾ, ਪਰ ਉਹਦੀ ਗੱਲ ਖੱਟਰ ਸਾਹਿਬ ਕੋਲ ਪਹੁੰਚ ਗਈ ਤੇ ਉਹ ਕਹਿੰਦੇ ਜੀ ਗਲਤ ਹੈ। ਜਦੋਂ ਤੁਸੀਂ ਦੱਸਿਆ ਬਿਲਕੁਲ ਉਹਨੇ ਇਦਾਂ ਹੀ ਕਿਹਾ ਕਿ ਮਾਫੀ ਮੰਗਣੀ ਚਾਹੀਦੀ ਹੈ, ਕਹਿੰਦੇ ਸਾਂਝੀ ਰਾਜਧਾਨੀ ਹੈ। ਤਿੰਨ ਚੀਜ਼ਾਂ ਹੋਰ ਗਈਆਂ, ਕਹਿੰਦੇ ਕਮਾਲ ਹੋ ਗਈ ਹੈ। ਚੰਡੀਗੜ੍ਹ ਤੁਹਾਨੂੰ ਚਾਹੀਦਾ, ਪੰਜਾਬ ਵਾਲਿਆਂ ਨੂੰ, ਮੁੱਖ ਮੰਤਰੀ ਨੂੰ, ਸਰਕਾਰ ਨੂੰ, SYL ਦੀ ਤੁਸੀਂ ਗੱਲ ਹੀ ਨਾ ਕਰੋ। ਉਹ ਕਹਿੰਦੇ ਪਹਿਲਾਂ SYL ਤੇ ਫੈਸਲਾ ਕਰੋ, ਬਾਕੀ ਬਾਅਦ ਚ ਦੇਖਦੇ ਹਾਂ। ਉਹ ਕਹਿੰਦੇ ਹਿੰਦੀ ਭਾਸ਼ੀ ਬੋਲਦੇ ਇਲਾਕੇ ਜਿਹੜੇ ਪੰਜਾਬ 'ਚ ਨੇ, ਹਰਿਆਣਾ ਕਦੋਂ ਦੋਗੇ ਬਈ, ਹਰਿਆਣੇ ਨੂੰ ਕਦੋਂ ਦੇਣੇ ਆ ਉਹ ਇਲਾਕੇ, ਉਹਦੇ ਬਾਰੇ ਗੱਲ ਕਰੋ। ਕਹਿੰਦੇ ਅੱਛਾ ਚੰਡੀਗੜ੍ਹ ਤੁਹਾਨੂੰ ਚਾਹੀਦਾ ਪੰਜਾਬ ਨੂੰ, ਤੇ ਜਿਹੜਾ ਹਿਮਾਚਲ ਦਾ ਵੀ ਹਿੱਸਾ ਤੀਜੇ ਬੰਦੇ ਦਾ, ਉਹਦੀ ਤੁਸੀਂ ਗੱਲ ਹੀ ਨਾ ਕਰੋ। ਤੁਸੀਂ ਇਹ ਦੇਖੋ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ, ਤੇ ਬੜੀ ਛੇਤੀ ਉਧਰਲੇ ਪਾਸੇ ਨੂੰ ਚਰਚਾ ਚੱਲ ਪਈ ਹੈ। ਹੁਣ ਜਦੋਂ ਮਨੋਹਰ ਲਾਲ ਖੱਟਰ ਸਾਹਿਬ ਨੇ ਮਾਫੀ ਤੱਕ ਮੰਗਣ ਦੇ ਲਈ ਕਹਿਤਾ ਕਿ ਭਾਈ ਮਾਫੀ ਵੀ ਮੰਗੋ, ਹਿੰਦੀ ਭਾਸ਼ੀ ਖੇਤਰਾਂ ਦੀ ਗੱਲ ਵੀ ਕਰਤੀ, ਰਾਜਧਾਨੀ ਦੀ ਗੱਲ ਵੀ ਕਰਤੀ, SYL ਦੀ ਵੀ ਗੱਲ ਕਰਤੀ, ਤੇ ਅਚਾਨਕ ਕਿਉਂਕਿ ਅੱਜ ਤੱਕ ਤਾਂ ਹਰਿਆਣਾ ਚੰਡੀਗੜ੍ਹ ਮੰਗਦਾ ਰਿਹਾ, ਇਹ ਜਿਹੜੇ ਬਿਆਨ ਦੇ ਵਿੱਚ ਇੱਕ ਟਵਿਸਟ ਆਇਆ ਨਵਾਂ ਕਿ ਭਾਈ ਜੇ ਤੁਹਾਡੀ ਰਾਜਧਾਨੀ ਹੈ, ਸਾਡੀ ਵੀ ਰਾਜਧਾਨੀ ਹੈ, ਤਾਂ ਹੱਕ ਹਿਮਾਚਲ ਪ੍ਰਦੇਸ਼ ਦਾ ਵੀ ਬਣਦਾ ਹੈ। ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਨਹੀਂ ਪੂਰਾ, ਉਹ ਕਹਿੰਦੇ ਵੀ ਵੀਰ ਜੀ ਇਹ ਇੱਕ ਟੁਕੜਾ ਬਚਿਆ ਹੈ, ਕਹਿੰਦਾ 50-50 ਐਦਾਂ ਕਿੱਦਾਂ 50-50 ਬੰਦੇ ਤਿੰਨ ਨੇ, ਤਿੰਨ ਬੰਦੇ ਨੇ 33-33 ਕਰਨਾ ਪੈਣਾ ਤੁਹਾਨੂੰ। ਹੁਣ ਦੇਖੋ ਹੁੰਦਾ ਕਿ ਨਹੀਂ ਹੁੰਦਾ, ਪਰ ਇਹਨਾਂ ਵੀ ਚਲੋ ਆਪਾਂ ਅੱਗੇ ਵੀ ਬੜੀਆਂ ਨਾਲ ਜ਼ਿਕਰ ਕੀਤਾ ਵੀ ਇਹ ਉਹ ਮੁੱਦਾ ਜੀ ਜਿਹਨੂੰ ਜਦੋਂ ਮਰਜ਼ੀ ਕੱਢ ਕੇ ਤੁਸੀਂ ਐ ਲਾਲਟੈਨਾਂ ਨੂੰ ਬਾਹਰ ਰੱਖ ਲਓ, ਇਹ ਜਗਣ ਲੱਗ ਪੈਂਦਾ। ਜਿੰਨਾ ਚਿਰ ਮਰਜ਼ੀ ਤੁਸੀਂ ਜਗਾਉਣਾ ਚਾਹੋ ਉਹਨਾਂ ਚਿਰ ਜਗਣ ਲੱਗ ਪੈਂਦਾ। ਹਾਂ, ਜਦੋਂ ਮਰਜ਼ੀ ਉਹਦੀ ਉਹ ਬੱਤੀ ਜੀ ਬੁਝਾ ਕੇ ਤੇ ਉਹਨੂੰ ਦੁਬਾਰਾ ਸਾਂਭਦੇ, ਉਸੇ ਵੇਲੇ ਅਗਲੇ ਦਿਨ ਹੀ ਸਾਂਭਿਆ ਜਾਂਦਾ, ਫੂਕ ਮਾਰਨ ਦੀ ਵੀ ਨਹੀਂ ਲੋੜ। ਹਾਂ, ਮਤਲਬ ਇਹ ਹੈ। ਹੁਣ ਪਤਾ ਨਹੀਂ ਵੀ ਇਹਦਾ ਕੋਈ ਫਰਕ ਪੈਂਦਾ ਸਿਆਸਤਦਾਨਾਂ ਨੂੰ ਜਾਂ ਨਹੀਂ ਪੈਂਦਾ, ਪਰ ਹਾਂ ਇਹ ਮਸਲਾ ਹੈਗਾ, ਇਹ ਐਗਜ਼ਿਸਟ ਕਰਦਾ ਤੇ ਉਹਨਾਂ ਨੂੰ ਲੱਗਦਾ ਹੈ ਕਿ ਐਗਜ਼ਿਸਟ ਕਰਦਾ ਰਹਿਣਾ ਜੀ। ਪਰ ਇੱਕ ਚੱਕਰ ਹੈ ਵੀ ਜਿਹੜਾ ਉਹਨਾਂ ਨੇ ਕਿਹਾ ਵੀ ਹਿਮਾਚਲ ਦਾ ਵੀ ਹੈਗਾ ਹੱਕ, ਇਹਦਾ ਅਸਰ ਹਿਮਾਚਲ 'ਚ ਪੈਂਦਾ ਨਹੀਂ ਪੈਂਦਾ, ਇਹ ਮੈਨੂੰ ਸਮਝ ਨਹੀਂ ਲੱਗਦੀ ਹੈ ਜੀ। ਨਹੀਂ, ਅਜੀਬ ਲੱਗਦੀ ਗੱਲ। ਰੌਲਾ ਪਤਾ ਕੀ ਹੈ ਸੰਧਾਲੀਆ ਸਾਹਿਬ, ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ,
ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਗੁਜਰਾਤ ਗਏ, ਉੱਥੇ ਕੀ ਕੀਤਾ ਇੱਕ ਵੱਖਰੀ ਗੱਲ ਹੈ, ਪਰ ਪਤਾ ਲੱਗਾ ਕਿ 6 ਅਪ੍ਰੈਲ ਨੂੰ ਉਹਨਾਂ ਨੇ ਹਿਮਾਚਲ ਪ੍ਰਦੇਸ਼ ਜਾਣਾ। ਤੇ ਜਦੋਂ 6 ਅਪ੍ਰੈਲ ਨੂੰ ਹਿਮਾਚਲ ਪ੍ਰਦੇਸ਼ ਜਾਣਾ, ਕੇਜਰੀਵਾਲ ਸਾਹਿਬ ਨਾਲ ਹੋਣਗੇ। ਮੰਡੀ ਜੈਰਾਮ ਠਾਕੁਰ ਸਾਹਿਬ ਜਿਹੜੇ ਭਾਜਪਾ ਦੇ ਲੀਡਰ ਨੇ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ, ਉਹਨਾਂ ਦਾ ਆਪਦਾ ਜ਼ਿਲ੍ਹਾ, ਉੱਥੇ ਰੋਡ ਸ਼ੋਅ ਕਰਨਾ ਹੈ। ਐਨ ਉੱਥੇ ਜਦੋਂ ਰੋਡ ਸ਼ੋਅ ਕਰਨਾ, ਤੇ ਇਧਰਲੇ ਪਾਸਿਓਂ ਹਰਿਆਣੇ ਵਾਲੇ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਹਿਮਾਚਲ ਦਾ ਵੀ ਹੱਕ ਬਣਦਾ ਉੱਥੇ ਪ੍ਰਚਾਰ ਕਰਨਾ, ਪੂਰਾ ਕਿ ਸਖਾਲਾ ਹੋਊਗਾ ਭਾਰਤੀ ਜਨਤਾ ਪਾਰਟੀ ਲਈ ਕਿ ਭਾਈ ਆਹ ਤਾਂ ਵੱਖਰੀਆਂ ਹੀ ਗੱਲਾਂ ਨੇ, ਚੰਡੀਗੜ੍ਹ ਦੇ ਵੀ ਹੱਕ ਬਣਦਾ ਹੀ। ਇਕੱਲੇ ਅਸੀਂ ਨਹੀਂ ਕਹਿੰਦੇ, ਜਿਹੜਾ ਤੀਸਰਾ ਬੰਦਾ ਭਾਈਵਾਲ ਹੈ ਪਰਲੇ ਪਾਸੇ, ਇਹ ਹਰਿਆਣੇ 'ਚ ਕਿਉਂਕਿ ਸਾਡੀ ਸਰਕਾਰ ਹੈ, ਸਾਡੇ ਮੁੱਖ ਮੰਤਰੀ ਉਹ ਵੀ ਕਹਿੰਦੇ ਆ। ਆਏ ਨੇ ਬੰਦੇ, ਇਹਨਾਂ ਨੂੰ ਪੁੱਛਿਓ ਖਾਂ ਜਰਾ ਕਿ ਵੀ ਹੱਕ ਬਣਦਾ ਹੈ ਕਿ ਨਹੀਂ। ਮੈਨੂੰ ਇੱਕ ਗੱਲ ਹੋਰ ਲੱਗਦੀ ਹੈ, ਸ਼ਾਇਦ ਉਹ ਇਹਨਾਂ ਇਲੈਕਸ਼ਨਾਂ 'ਚ ਮੁੱਦਾ ਉੱਠ ਪਵੇ। ਉਹ ਸੀਗਾ ਕਿ ਬੜੀ ਦੇਰ ਪਹਿਲਾਂ ਤੋਂ ਇਹ ਚਰਚਾ ਚੱਲਦੀ ਸੀ ਵੀ ਯਾਰ ਜਿਹੜੇ ਦਰਿਆ ਨੇ ਨਾ ਜੀ, ਇਹਨਾਂ ਨੂੰ ਕਿਤੇ ਨਾ ਕਿਤੇ ਜੋੜਿਆ ਜਾਊਗਾ, ਤੇ ਜਿਹੜੇ ਪਾਣੀ ਹੈ ਉਹਦੀ ਜਿਹੜੀ ਕਾਣੀ ਵੰਡ ਆ ਉਹਨੂੰ ਠੀਕ ਕਰਕੇ, ਦਰੁਸਤ ਕਰਕੇ, ਜਦੋਂ ਜਿੱਥੇ ਜਿਵੇਂ ਹੈ ਉੱਦਾਂ ਕੀਤਾ ਜਾਊਗਾ। ਇਹ ਕੇਂਦਰ ਸਰਕਾਰ ਦੇ ਪਿਛਲੇ ਸਮੇਂ ਦੇ ਵਿੱਚ ਫੈਸਲਿਆਂ ਦੇ ਵਿੱਚ ਸੀਗਾ ਵੀ ਹਾਂਜੀ ਜੇ ਭਾਰਤ ਤੋਂ ਪਾਕਿਸਤਾਨ ਨੂੰ ਪਾਣੀ ਜਾਂਦਾ ਤੇ ਉਹਦੀ ਵੀ ਇੱਕ ਵਾਰ ਦੁਬਾਰਾ ਚੈੱਕ ਕੀਤਾ ਜਾਊਗਾ ਵੀ ਯਾਰ ਉਹਦੀ ਲੋੜ ਹੈ, ਸਮਝੌਤੇ 'ਚ ਹੈ ਨਹੀਂ ਹੈ। ਹਾਂ ਜੇ ਇਹ ਲਿਖਿਆ ਵੀ ਯਾਰ ਸਾਡੇ ਤੋਂ ਵੱਧ ਹੋਇਆ ਤਾਂ ਦਿਆਂਗੇ, ਇਹ ਤਾਂ ਸਾਡੇ ਨਹੀਂ ਸਰਦਾ, ਕਿਸੇ ਨੂੰ ਕਿਵੇਂ ਦੇ ਦਈਏ। ਫਿਰ ਇਹ ਵੀ ਹੈ ਕਿ ਵੀ ਜੇ ਉਹ ਪਾਣੀ ਉੱਪਰੋਂ ਆ ਰਿਹਾ, ਪਹਾੜਾਂ 'ਚੋਂ ਆ ਰਿਹਾ, ਪਹਾੜ ਕਿੱਥੇ ਹਿਮਾਚਲ 'ਚ ਜੀ, ਤੇ ਸੂਬਾ ਤੇ ਉਹ ਹੋਇਆ ਜਿੱਥੋਂ ਪਾਣੀ ਆਉਂਦਾ, ਤੇ ਫਿਰ ਡਿਸੀਜਨ ਮੇਕਿੰਗ ਉਹ ਕਰੇਗਾ ਵੀ ਹਾਂਜੀ ਓਕੇ ਜੀ ਮੇਰੇ ਕੋਲੇ ਇੰਨਾ ਪਾਣੀ ਹੈ 1 ਲੀਟਰ, ਇਹਦੇ 'ਚੋਂ ਮੈਂ ਆ ਜਿਹੜਾ 250 ml ਜਿਹੜਾ ਇਹਨੂੰ ਦੇਣਾ, 250 ml ਇਹਨੂੰ ਦੇਣਾ, ਬਾਕੀ 500 ml ਮੈਂ ਆਪਣੇ ਕੋਲ ਰੱਖਾਂਗਾ, ਇਹਦਾ ਮੈਂ ਜਾਂ ਤਾਂ ਸੌਦਾ ਕਰਾਂਗਾ ਜਾਂ ਮੈਂ ਖੁਦ ਸੋਚਾਂਗਾ ਵੀ ਕਿਹਨੂੰ ਹੋਰ ਦੇਣਾ ਵੱਧ। ਇਹ ਚਰਚਾ ਚੱਲੀ ਆ। ਐਤਕੀ ਹੁਣ ਜੇ SYL ਤੋਂ ਚੱਲ ਕੇ ਤੇ ਚੰਡੀਗੜ੍ਹ ਹਿਮਾਚਲ ਤੱਕ ਜੁੜ ਗਿਆ, ਤੇ ਫਿਰ ਪਾਣੀ ਤੇ ਅੱਗੇ ਹੀ ਉੱਧਰੋਂ ਆਉਂਦਾ। ਉਹ ਮੈਨੂੰ ਨਹੀਂ ਲੱਗਦਾ ਵੀ ਬਹੁਤਾ ਟਾਈਮ ਲੱਗਣਾ ਜੋੜਨ ਦੇ ਵਿੱਚ। ਮੈਂ ਕਹਿੰਦਾ ਹਾਂਜੀ ਉਹ ਤਾਂ ਉਹ ਸਕੀਮ ਚੱਲ ਰਹੀ ਹੈ, ਛੇਤੀ ਤੁਸੀਂ ਦੇਖੋਗੇ ਕਿ ਵੀ ਕਿਵੇਂ ਇਸ ਪਾਣੀ ਦੀ ਬਿਲਕੁਲ ਸੁਚੱਜੀ ਵੰਡ ਨੂੰ ਯਕੀਨੀ ਬਣਾਇਆ ਜਾਂਦਾ। ਦੇਖੋ ਸੰਧਾਲੀਆ ਸਾਹਿਬ, ਬਹੁਤ ਸਾਰੇ ਲੋਕਾਂ ਦੇ ਵੱਖਰੇ ਵਿਚਾਰ ਹੋ ਸਕਦੇ ਆ, ਇਹ ਅਸੀਂ ਨਹੀਂ ਕਹਿੰਦੇ, ਇਹ ਚਰਚਾ ਚੱਲਦੀ ਹੈ। ਕਿਉਂਕਿ ਇੱਕ ਫਾਰਮੂਲਾ ਤਾਂ ਇਹ ਵੀ ਹੁੰਦਾ ਨਾ ਕਿ ਪਹਾੜਾਂ 'ਚੋਂ ਤਾਂ ਪਾਣੀ ਨੀਵੇਂ ਥਾਂ ਨੂੰ ਜਾਣਾ, ਉਹ ਰੋਕ ਕੇ ਨਹੀਂ ਰੱਖ ਸਕਦੇ, ਤੇ ਪਾਣੀ ਤੇ ਹੱਕ ਉਹਨਾਂ ਦਾ, ਜਿੱਥੇ ਉਹ ਹੜ੍ਹ ਲਿਆਉਂਦੇ ਆ, ਜਿੱਥੇ ਨੁਕਸਾਨ ਕਰਦੇ ਆ, ਉਹਨਾਂ ਦਾ ਹੱਕ ਹੁੰਦਾ। ਤੇ ਪੱਧਰਾ ਇਲਾਕਾ ਉਹਨਾਂ ਦਰਿਆਵਾਂ ਦਾ ਆਣ ਕੇ ਪੰਜਾਬ 'ਚ ਹੀ ਹੁੰਦਾ ਕਿ ਉੱਥੋਂ ਦਾ ਪਾਣੀ ਆਉਣਾ। ਹਾਂ, ਪਰ ਕਿਉਂਕਿ ਆਉਂਦੇ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਆ, ਤੇ ਕੋਈ ਬੰਦਾ ਕੱਲ੍ਹ ਨੂੰ ਡੱਕਣ ਤੋਂ ਪਹਿਲਾਂ ਕਿ ਭਾਈ ਅਸੀਂ ਥੋੜ੍ਹਾ ਜਿਹਾ ਪਾਣੀ ਐਂ ਦੀ ਕੱਢ ਦੇਣਾ ਹੀ, ਮੰਨ ਲਓ ਆਹ ਹਰਿਆਣਾ, ਉਹ ਹਿਮਾਚਲ ਹੈ, ਆਹ ਪੰਜਾਬ ਹੈ, ਇੱਧਰਲੇ ਪਾਸੇ ਮਾੜਾ ਜਿਹਾ ਇੱਧਰਲੇ ਪਾਸੇ ਐਂ ਨੂੰ ਵੀ ਲੱਗਦਾ, ਅਗਲੇ ਕਹਿਣ ਕਿ ਠੀਕ ਹੈ ਐਨੂੰ ਜਾਂਦਾ ਸੀ, ਅਸੀਂ ਮਾੜਾ ਜਿਹਾ ਐਂ ਦੀ ਉਗ ਲੈ ਜਾਣਾ। ਆਹੋ, ਤਾਂ ਉੱਥੇ ਫਿਰ ਸਮੱਸਿਆ ਤਾਂ ਪੈ ਸਕਦੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਕਿਉਂਕਿ ਲੌਜਿਕ ਉਹਦੇ 'ਚ ਇਹ ਦਿੰਦੇ ਸੀ ਵੀ ਜਦੋਂ ਡੈਮ ਬਣਾਏ ਗਏ ਜੀ, ਡੈਮਾਂ ਦੇ ਲਈ ਜਿਹੜਾ ਪਾਣੀ ਦੇ ਪਿੱਛੇ ਝੀਲਾਂ ਬਣੀਆਂ, ਉਹਨੇ ਕਿਹੜੇ ਪ੍ਰਦੇਸ਼ ਦਾ ਏਰੀਆ ਜਿਹੜਾ ਸੀਗਾ, ਵੀ ਆਪੋ ਆਪਣੇ ਲੌਜਿਕ ਨੇ, ਆਪੋ ਆਪਣਾ ਲੌਜਿਕ ਹੈ ਵੀ ਜਿਸ ਪ੍ਰਦੇਸ਼ ਦਾ ਇੰਨਾ ਹਿੱਸਾ, ਇੰਨਾ ਏਰੀਆ, ਉੱਥੇ ਕਹਿੰਦੇ ਵਸੋਂ ਵਾਲੇ ਵੀ ਕੁਝ ਇਲਾਕੇ ਸੀਗੇ ਉਹ ਡੁੱਬੇ ਜੀ, ਫਿਰ ਉਹਨਾਂ ਦਾ ਹਰਜਾਨਾ ਕੌਣ ਭਰੂਗਾ। ਮਤਲਬ ਗੱਲ ਤੇ ਉਨੀ ਕਿ ਉਹ ਕਹਿੰਦੇ ਇੰਨੀ ਕੁ ਲੱਸੀ ਹੋ, ਕਹਿੰਦਾ ਪਾ ਜੱਗ ਪਾਣੀ ਬਣਾਈਏ ਫਿਰ ਇਹਨੂੰ, ਬਣਾਈਏ ਜਰਾ। ਉਹ ਇੱਕ ਵਾਰੀ ਇੱਦਾਂ ਹੀ ਪੁੱਛਿਆ ਕਿਸੇ ਨੇ, ਗਰਮੀਆਂ ਸੀਗੀਆਂ, ਜਦੋਂ ਜੂਨ ਮਹੀਨਾ ਚਮਕਦੀ ਕਾਂ ਅੱਖ ਨਿਕਲਦੀ ਹੁੰਦੀ, ਜਦੋਂ ਧੁੱਪ ਇੰਨੀ ਹੁੰਦੀ ਹੈ, ਉਦੋਂ ਕੋਈ ਬੰਦਾ ਆਇਆ ਕਿਸੇ ਦੇ ਘਰੇ ਤੇ ਆਣ ਕੇ ਬੈਠਾ, ਵੀ ਉਹ ਕਹਿੰਦੇ ਕਿੱਦਾਂ ਵੀ ਲੱਸੀ ਲਿਆਓ, ਬਈ ਲੱਸੀ ਤਾਇਆ ਆਇਆ ਤੁਹਾਡਾ, ਲੱਸੀ ਲਿਆਓ, ਹੈ ਨਾ। ਉਹ ਆਇਆ ਕਹਿੰਦੇ ਜੀ ਕਿੱਦਾਂ ਫਿਰ ਜੱਗ ਲਿਆਏ, ਹੁਣ ਉਹਨੂੰ ਕੀ ਪਤਾ ਬਾਹਰ ਇੱਦਾਂ ਫਰਿੱਜ ਦੇ ਵਿੱਚੋਂ ਜੱਗ ਕੱਢਿਆ, ਪਾਣੀ ਦੀਆਂ ਬੂੰਦਾਂ ਜਿਹੀਆਂ ਬਾਹਰ ਬਣਨ। ਹਾਂ ਤਾਇਆ ਫਿਰ ਲੱਸੀ ਕਿੱਦਾਂ, ਸੰਘਣੀ ਪੀਣੀ ਆ ਕਿ ਪਤਲੀ? ਉਹ 30 ਸਕਿੰਟ ਸੋਚ ਕਹਿੰਦਾ ਚੋ ਸੰਘਣੀ ਦੇ ਦਿਓ ਵੀ। ਉਹਨਾਂ ਨੇ ਪਾਤੀ ਵਿੱਚੋਂ, ਜਦੋਂ ਇੱਦਾਂ ਪਾਉਂਦੇ ਹੀ ਸੀ ਨਾ, ਵਿੱਚੋਂ ਕਿਤੇ ਕਿਤੇ ਲੱਸੀ ਦਾ ਦਾਣਾ ਜਾਂ ਵਿੱਚ ਪਵੇ, ਬਾਕੀ ਸਾਰਾ ਪਾਣੀ। ਉਹਨੇ ਜਦੋਂ ਪੀਤੀ, ਉਹ ਕਹਿੰਦਾ ਯਾਰ ਕਿਤੇ ਪਤਲੀ ਨਹੀਂ ਕਹਿ ਬੈਠਾ। ਆ ਵੀ ਮਤਲਬ ਉਹ ਕੰਮ ਨਾ ਹੋ ਜਾਵੇ ਕਿਤੇ। ਪਰ ਚਲੋ ਇਹ ਉਹ ਮੁੱਦੇ ਨੇ ਜਿਹੜੇ ਹੁਣ ਗਾਂ ਇਲੈਕਸ਼ਨਾਂ 'ਚ ਬਣਨੇ ਆ। ਤੁਸੀਂ ਜ਼ਿਕਰ ਕੀਤਾ ਸੀ ਵੀ ਗੁਜਰਾਤ ਗਏ ਕੇਜਰੀਵਾਲ ਸਾਹਿਬ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ, ਰੋਡ ਸ਼ੋਅ ਕੀਤਾ ਉੱਥੇ ਉਹਨਾਂ ਨੇ ਵੱਡਾ, ਤੇ ਐਲਾਨ ਉਹਨਾਂ ਨੇ ਇਹ ਕੀਤਾ ਕਿ ਵੀ ਪਿਛਲੇ ਲੰਮੇ ਸਮੇਂ ਤੋਂ ਗੁਜਰਾਤ ਦੇ ਵਿੱਚ ਚੱਲ ਰਹੀ ਸਰਕਾਰ, ਕਿਉਂਕਿ ਉੱਥੇ ਕਾਫੀ ਲੰਮੇ ਸਮੇਂ ਤੋਂ BJP ਦੀ ਸਰਕਾਰ ਹੈ, ਉਹਨਾਂ ਨੇ ਗੁਜਰਾਤ ਦਾ ਸਵਾਰਿਆ ਕੁਛ ਨਹੀਂ, ਜਿਵੇਂ ਕਿ ਆਮ ਤੌਰ 'ਤੇ ਪੋਲੀਟੀਕਲ ਪਾਰਟੀਆਂ ਕਹਿੰਦੀਆਂ ਹੁੰਦੀਆਂ, ਇਸੇ ਤਰ੍ਹਾਂ ਹੀ ਉੱਥੇ ਜਾ ਕੇ ਕਿਹਾ। ਐਂਡ ਜਿਹੜੀ ਰਣਨੀਤੀ ਇੱਥੇ ਸੀ ਇੱਕ ਮੌਕੇ ਵਾਲੀ ਜੀ, ਉਹੀ ਇੱਕ ਮੌਕੇ ਵਾਲੀ ਰਣਨੀਤੀ ਗੁਜਰਾਤ ਦੇ ਵਿੱਚ ਜਾ ਕੇ ਉਹਨੇ ਸ਼ੁਰੂ ਕਰਤੀ ਵੀ ਇੱਕ ਮੌਕਾ ਤੁਸੀਂ ਸਾਨੂੰ ਦੇ ਕੇ ਦੇਖੋ। ਦਿੱਲੀ 'ਚ ਅਸੀਂ ਕਰਤਾ, ਪੰਜਾਬ ਵਾਲਿਆਂ ਦਾ ਕੰਮ ਸ਼ੁਰੂ ਹੋ ਗਿਆ, ਤੇ ਬਸ ਹੁਣ ਤੁਹਾਡੀ ਵਾਰੀ ਹੈ। ਦੇਖੋ ਸੰਧਾਲੀਆ ਸਾਹਿਬ, ਭਾਰਤੀ ਜਨਤਾ ਪਾਰਟੀ ਗੁਜਰਾਤ ਦੇ ਵਿੱਚ ਮਜ਼ਬੂਤ ਬਹੁਤ ਹੈ, ਉਹਨੂੰ ਹਿਲਾਉਣਾ ਹਾਲ ਦੀ ਘੜੀ ਔਖਾ ਹੈ, ਅਸੰਭਵ ਵਾਲੀ ਗੱਲ ਨਹੀਂ। ਇੰਨੀ ਕੁ ਮਜ਼ਬੂਤ ਆ ਕਿ 2.5 ਦਹਾਕੇ ਹੋ ਗਏ, 25 ਸਾਲ ਲਗਾਤਾਰ ਉਹਨਾਂ ਦਾ ਰਾਜ ਹੈ। ਹਰ ਵਾਰੀ ਵਿਧਾਨ ਸਭਾ ਦੀ ਚੋਣ ਆਉਂਦੀ ਹੈ, ਕਦੇ ਕਾਂਗਰਸ ਪਾਰਟੀ ਸ਼ੰਕਰ ਸਿੰਘ ਬਘੇਲਾਂ ਲੈ ਆਉਂਦੀ ਹੈ, ਕਦੇ ਇੱਕ ਪਟੇਲਾਂ ਦਾ ਲੀਡਰ ਹੈ, ਨੌਜਵਾਨ ਹੈ, ਉਹਨੂੰ ਲਿਆ ਕੇ ਦੇਖ ਲੈਂਦੇ ਆ, ਉਹਨੂੰ ਸੂਬਾ ਕਾਂਗਰਸ ਦਾ ਪ੍ਰਧਾਨ ਵੀ ਬਣਾ ਲੈਂਦੇ। ਮੈਂ ਕਾਂਗਰਸ ਦੀ ਗੱਲ ਕਰਦਾ ਕਿ ਅਸੀਂ ਇਹਦੇ ਰਾਹੀਂ ਟੱਕਰ ਦੇਣੀ ਹੈ,
ਅਸੀਂ ਭਾਜਪਾ ਨੂੰ ਇਹਦੇ ਰਾਹੀਂ ਟੱਕਰ ਦੇਣੀ ਹੈ। ਕਦੇ ਇਹਨਾਂ ਦੇ ਮਨ 'ਚ ਹੁੰਦਾ ਕਿ 15 ਸਾਲ ਹੋ ਗਏ ਭਾਜਪਾ ਦੀ ਸਰਕਾਰ ਬਣੀ ਨੂੰ, ਐਤਕੀ ਤਾਂ ਲੋਕਾਂ ਨੇ ਉਹੀ ਵੋਟਾਂ ਪਾ ਦੇਣੀਆਂ, ਪਰ ਲੋਕੀ ਉਹ ਨਹੀਂ ਵੋਟਾਂ ਪਾਉਂਦੇ, ਲੋਕੀ ਕਿਸੇ ਗੱਲ ਨੂੰ ਹੀ ਵੋਟਾਂ ਪਾਉਂਦੇ ਹੁੰਦੇ। ਜਾਣੀ ਕਿ ਕਾਂਗਰਸ ਪਾਰਟੀ ਦੇ ਭਾਜਪਾ ਨੇ 25 ਸਾਲਾਂ ਤੋਂ ਗੁਜਰਾਤ ਦੇ ਵਿੱਚ ਪੈਰ ਲੱਗਣ ਨਹੀਂ ਦਿੱਤੇ। ਮੋਦੀ ਸਾਹਿਬ ਮੁੱਖ ਮੰਤਰੀ ਬਣਨ, ਬੀਬੀ ਆਨੰਦੀਬੇਨ ਪਟੇਲ ਬਣੇ ਜਾਂ ਕੋਈ ਹੋਰ ਬਣੇ, ਜਿੱਤਦੇ ਉਹੀ ਹੈ। ਆਮ ਆਦਮੀ ਪਾਰਟੀ ਨੂੰ ਇਹ ਜਾਪ ਰਿਹਾ ਕਿ ਉੱਥੇ ਲੋਕ ਹੋ ਸਕਦਾ ਕਿ ਭਾਜਪਾ ਦੀ ਸਰਕਾਰ ਤੋਂ ਉਨੇ ਖੁਸ਼ ਨਾ ਹੋਣ, ਪਰ ਉਹ ਵਿਰੋਧੀ ਧਿਰਾਂ ਤੋਂ ਜ਼ਿਆਦਾ ਨਾ ਖੁਸ਼ ਨੇ, ਇਸ ਕਰਕੇ ਉੱਥੇ ਸਰਕਾਰ ਨਹੀਂ ਬਦਲਦੀ। ਹੁਣ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਗਏ, ਉਹ ਜਦੋਂ ਉੱਥੇ ਗਏ ਤੇ ਜਾ ਕੇ ਉਹਨਾਂ ਨੇ ਆਖਿਆ ਕਿ ਦੇਖੋ ਜੀ ਲੰਬਾ ਸਮਾਂ ਹੋ ਗਿਆ, ਮੌਕਾ ਇੱਕ ਸਾਨੂੰ ਦਿਓ। ਜਦੋਂ ਕੇਜਰੀਵਾਲ ਸਾਹਿਬ ਪੰਜਾਬ ਆਏ ਸੀ ਤੇ ਉਦੋਂ ਬਾਰ-ਬਾਰ ਇਹ ਕਹਿੰਦੇ ਸੀ ਕਿ ਅਸੀਂ ਦਿੱਲੀ 'ਚ ਕੀਤਾ, ਪੰਜਾਬ ਵਾਲਿਓ ਸਾਨੂੰ ਮੌਕਾ ਦਿਓ। ਹੁਣ ਅਰਵਿੰਦ ਕੇਜਰੀਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਕੋਲ ਨੈਸ਼ਨਲ ਪੱਧਰ ਦੇ ਉੱਤੇ ਇੱਕ ਲੀਡਰ ਹੋਰ ਹੈਗਾ ਜਿਹਦਾ ਨਾਮ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ। ਤੇ ਉੱਥੇ ਹੁਣ ਉਹ ਕਹਿੰਦੇ ਜੀ ਦੇਖੋ हमने दिल्ली में कार्य किया, काम हुए, लोग खुश थे, वोटर ने वोट दी, हमने पंजाब को बताया, समझदार थे लोग, लोगों ने वोट डाली, भगवंत जी मुख्यमंत्री बने, भगवंत जी आए, 35,000 लोगों को हमने पक्का करना है, कच्चे थे मुलाजिम, पगार कम मिलती थी, घर का गुजारा नहीं चलता था, अब देखिए वहाँ पर खुशियाँ 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 होंगी। हमने 25,000 बंदा नया भर्ती करना है, मैंने नहीं करना है, भगवंत जी ने करना है। ये देखिए साथ में खड़े भगवंत जी कहते हाँ जी करना है। फिर बहुत सारिया गल्लां जी, असी भ्रिष्टाचार विरोधी हैल्पलाइन बनाती, असी आ करता इंप्लीमेंट हुई चीज़ां ਜਾਂ नहीं हुई, ਉੱਥੇ ਜਾ ਕੇ ਉਹ ਦੱਸ ਰਿਹਾ ਕਿ ਭਾਈ ਆ ਦੇਖੋ ਦਿੱਲੀ 'ਚ ਹੋਇਆ ਸੀ, ਪੰਜਾਬ ਵਾਲਿਆਂ ਨੇ ਤਬਦੀਲੀ ਕਰਤੀ, ਤੁਸੀਂ ਵੀ ਕਰ ਦਿਓ। ਮੈਨੂੰ ਲੱਗਦਾ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ 'ਚ ਤੱਕ ਆ ਮੌਕਾ ਹੈ, ਪਰ ਦੇਖੋ ਰਾਜਨੀਤੀ ਤਾਂ ਰਾਜਨੀਤੀ ਹੈ। ਪੰਜਾਬ ਦੇ ਲੋਕ ਸ਼ਹੀਦ ਆਜ਼ਮ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਪਸੰਦ ਕਰਦੇ ਆ। ਇੱਥੇ ਸਾਰੀ ਦੀ ਸਾਰੀ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਮੁਕਾ ਦਿੱਤੀ ਸੀ ਡਾਕਟਰ BR ਅੰਬੇਦਕਰ ਤੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਉੱਤੇ ਕਿ ਭਾਈ ਤਸਵੀਰਾਂ ਉਹਨਾਂ ਦੀਆਂ ਲਾਉਣੀਆਂ ਹੈ, ਖਟਕੜ ਕਲਾਂ ਦੇ ਵਿੱਚ ਸਹੁੰ ਚੁੱਕਣੀ ਹੈ, ਪਹਿਲਾਂ ਵੀ ਜਦੋਂ ਗੱਲ ਕਰਨੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਕਰਨੀ ਹੈ। ਗੁਜਰਾਤ ਦੇ ਵਿੱਚ ਜਦੋਂ ਜਾ ਕੇ ਗੱਲ ਸ਼ੁਰੂ ਕੀਤੀ ਜਾਂਦੀ ਤਾਂ ਸਾਬਰਮਤੀ ਆਸ਼ਰਮ ਤੋਂ ਸ਼ੁਰੂ ਕੀਤੀ ਜਾਂਦੀ ਹੈ। ਉੱਥੇ ਅਰਵਿੰਦ ਕੇਜਰੀਵਾਲ ਸਾਹਿਬ ਵੀ ਚਰਖਾ ਕੱਤਦੇ ਆ ਤੇ ਤੰਦ ਜਿਹੜਾ ਭਗਵੰਤ ਮਾਨ ਸਾਹਿਬ ਨੇ ਵੀ ਉੱਥੇ ਜਾ ਕੇ ਪਾਇਆ ਹੈ ਨਾ। ਤੇ ਇਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਦੇਖੋ ਕ੍ਰਾਂਤੀਕਾਰੀ ਲੋਕ ਇੱਥੇ ਵਾਲੇ ਆ, ਗੁਜਰਾਤ ਵਾਲੇ ਆ, ਜਿੱਦਾਂ ਪੰਜਾਬ ਵਾਲੇ ਉੱਥੇ ਆ, ਇੱਕ ਵਾਰੀ ਵੋਟਾਂ ਦਿਓ। ਆਮ ਆਦਮੀ ਪਾਰਟੀ ਦੀ ਟੇਕ ਇਸੇ ਗੱਲ ਤੇ ਹੈ ਕਿ ਜਿੱਦਾਂ ਪੰਜਾਬ 'ਚ ਭੁਰਨ ਲੋਕ ਬਾਕੀ ਸਿਆਸੀ ਧਿਰਾਂ ਨੂੰ ਛੱਡ ਕੇ ਸਾਡੇ ਵਾਲੇ ਪਾਸੇ ਆਏ ਕਿ ਜਿਹੜੇ ਭਾਜਪਾ ਦੇ ਵਿਰੋਧੀ ਨੇ, ਅਸੀਂ ਆਪਣੇ ਪਿੰਡ 'ਚ ਇਕੱਠੇ ਕਰਕੇ ਮਜ਼ਬੂਤ ਹੋ ਜਾਈਏ। ਅਰੇ ਬੰਦੇ ਉਹਨਾਂ ਨੂੰ ਮਿਲ ਜਾਣੇ ਆ, ਬੰਦੇ ਇਸ ਕਰਕੇ ਮਿਲ ਜਾਣੇ ਕਿਉਂਕਿ ਉਹ ਜਦੋਂ 25 ਸਾਲਾਂ ਦੇ ਅੱਕੇ ਆ ਨਾ ਕਿਤੇ ਦੂਜੀਆਂ ਪਾਰਟੀਆਂ 'ਚ ਬੰਦੇ, ਹੁਣ ਉਹ BJP 'ਚ ਗੱਲ ਬਣਦੀ ਨਹੀਂ ਪਈ। ਇੱਦਾਂ ਹੁੰਦਾ ਵੀ ਯਾਰ ਬੱਸ ਵਾਹਵਾ ਚਿਰ ਦੀ ਲੱਗੀ ਭਰੀ, ਛੱਤ 'ਤੇ ਵੀ ਬੰਦੇ ਜਿਹੜੇ ਟਿਕਟ ਮਿਲਣੀ ਡੇ ਕਰੀਏਗੀ ਜੀ। ਕੋਈ ਵੈਸੇ ਕਿਸੇ ਵੇਲੇ ਹੁੰਦਾ ਨਾ ਵੀ ਉਹ ਬੱਸ ਦਾ ਪਰਮਿਟ ਨਾਮ ਹੀ ਹੋਵੇ, ਕਿਸੇ ਵੇਲੇ ਹੁੰਦਾ ਵੀ ਕੋਈ ਆਟੋ ਵਾਲਾ ਕਹਿੰਦਾ ਵੀ ਯਾਰ ਹੁਣ ਆਖਰੀ ਗੇੜਾ ਇੱਕ ਲਾ ਲਈ, ਉਹ ਵੀ ਐਂ ਹੀ ਭਰ ਜਾਂਦਾ ਹੁੰਦਾ। ਹੋ ਸਕਦਾ ਵੀ ਉੱਥੇ ਉਹਨਾਂ ਨੂੰ ਇਹ ਗੱਲ ਦਾ ਬੈਨੀਫਿਟ ਮਿਲ ਜਾਵੇ, ਪਰ ਕਾਰਨ ਇਹ ਆ ਵੀ ਗੁਜਰਾਤ ਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਵੀ ਜਿੱਥੇ ਉਹ ਪਹੁੰਚ ਕੇ ਗੱਲਾਂ ਕਰ ਰਹੇ ਨੇ ਉਹਦਾ ਸਿੱਧਾ ਲਿੰਕ BJP ਤੋਂ ਵੀ ਜ਼ਿਆਦਾ ਮੋਦੀ ਸਾਹਿਬ ਦੇ ਨਾਲ ਆ, ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ। ਐਂਡ ਦੂਜੀ ਗੱਲ ਜਿਹੜੀ ਕਿ ਦੇਸ਼ ਦੇ ਵਾਸੀਆਂ ਨੇ 14 'ਚ ਬਹੁਤ ਚੰਗੀ ਤਰ੍ਹਾਂ ਸੁਣੀ ਦੇਖੀ ਸੀ ਵੀ ਯਾਰ ਇੱਕ ਗੁਜਰਾਤ ਮਾਡਲ ਹੈ ਜਿਹੜਾ ਕਿ ਮੋਦੀ ਸਾਹਿਬ ਨੇ ਬਣਾਇਆ, ਤੇ ਕਿਉਂ ਨਾ ਜੇ ਗੁਜਰਾਤ ਸਟੇਟ ਜਿਹੜੀ ਆ ਉਹ ਇੰਨੀ ਮਤਲਬ ਤਰੱਕੀ ਕਰ ਸਕਦੀ ਤੇ ਪੂਰਾ ਦੇਸ਼ ਕਿਉਂ ਨਾ ਕਰੇ। ਇਸ ਕਰਕੇ ਉੱਥੋਂ ਦੇ ਮੁੱਖ ਮੰਤਰੀ ਹੁੰਦਿਆਂ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਤੌਰ 'ਤੇ ਪ੍ਰੋਜੈਕਟ ਕੀਤਾ BJP ਨੇ। ਹੁਣ ਕਾਰਨ ਹੈ ਵੀ ਜਦੋਂ ਉੱਥੇ ਜਾ ਕੇ ਇਹ ਆਪਣੇ ਵੱਲੋਂ ਚਾਬੀ ਘਮਾਉਣਗੇ ਜਾਂ ਜੜ੍ਹਾਂ ਤੇਲ ਦੇਣ ਦੀ ਕੋਸ਼ਿਸ਼ ਕਰਨਗੇ ਤੇ ਫਿਰ ਅਗਲਿਆਂ ਨੂੰ ਵੀ ਨਜ਼ਰ ਆਊਗਾ ਵੀ ਓਕੇ ਜੀ ਕਿੱਥੇ ਕਹਾਣੀ ਕਰਨੀ। ਮੈਂ ਤਾਂ ਇਹਨੂੰ ਇਸ ਗੱਲ ਦਾ ਜ਼ਿਕਰ ਕੀਤਾ ਵੀ ਜਿਹੜੀ ਇਸ ਤੋਂ ਪਹਿਲਾਂ ਆਪਾਂ ਚੰਡੀਗੜ੍ਹ ਅਚਾਨਕ ਹਿਮਾਚਲ ਦਾ ਹੋ ਗਿਆ ਸੀ ਨਾ ਜੀ, ਉਹ ਕਈਆਂ ਨੂੰ ਹੁਣ ਜਾ ਕੇ ਕਿਸੇ ਵੇਲੇ ਹੁੰਦਾ ਨਾ ਵੀ ਯਾਰ ਸਾਰਾ ਸਵਾਲ ਕੱਢਦਿਆਂ ਆਹ ਐਕਸ ਦੀ ਵੈਲਿਊ ਕਿੱਥੋਂ ਆਈ, ਇਹ ਵੈਲਿਊ ਉੱਥੋਂ ਆਈ। ਸੋ ਇਹ ਕਹਾਣੀ ਹੋ ਸਕਦਾ ਵੀ ਅਜੇ ਤੇ ਇੱਕ ਹੋਈ ਆ, ਆਉਣ ਵਾਲੇ ਦਿਨਾਂ 'ਚ ਕਈ ਕੁਛ ਹੋਵੇ ਤੇ ਪੰਜਾਬ ਵਾਲੇ ਆਖਣ ਯਾਰ ਆਹ ਕਿੱਦਾਂ ਜੇ ਕਹਾਣੀ ਬਣ ਗਈ ਏ। ਉਹ ਕਹਿੰਦੇ ਵੀ ਇਹ ਇੱਥੋਂ ਨਹੀਂ ਬਣੀ, ਇਹ ਤਾਰ ਕਿਤੇ ਹੋਰ ਜੁੜੀਏ ਜਾ ਕੇ। ਜੇ ਆਪਾਂ ਥੋੜ੍ਹੀਆਂ ਬ੍ਰੈਕਟਾਂ ਹੋਰ ਖੋਲੀਏ, ਕਹਿੰਦੇ ਨਹੀਂ ਹੁਣ ਬ੍ਰੈਕਟਾਂ ਖੋਲੋ, ਹਿਸਾਬ ਦਾ ਸਵਾਲ ਜਦੋਂ ਕਰੀਦਾ ਬ੍ਰੈਕਟਾਂ ਖੋਲੀਏ ਤਾਂ ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਤੇ ਦਿੱਲੀ ਵਾਲੇ ਮਾਡਲ ਦਾ ਮੁਕਾਬਲਾ ਸੀ। ਉਹ ਲਾਗੂ ਹੋਣਾ ਪੰਜਾਬ 'ਚ ਕਿ ਨਹੀਂ ਹੋਣਾ ਵੱਖਰੀ ਗੱਲ ਹੈ, ਉੱਥੇ ਮਾਡਲ ਦੇ ਨਾਲ ਮਾਡਲ ਭਿੜਨਾ। ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਹੁੰਦੇ ਕਿ ਗੁਜਰਾਤ ਮਾਡਲ ਪਰਫੈਕਟ ਹੈ, ਗੁਜਰਾਤ ਅਸੀਂ ਬਹੁਤ ਉੱਪਰ ਲੈ ਗਿਆ ਤੇ ਉੱਦਾਂ ਹੀ ਦੇਸ਼ ਲੈ ਜਾਣਾ। ਕੇਜਰੀਵਾਲ ਸਾਹਿਬ ਜਿੱਥੇ ਜਾਂਦੇ ਉੱਥੇ ਦਿੱਲੀ ਵਾਲਾ ਮਾਡਲ ਲੈ ਕੇ ਜਾਂਦੇ ਆ। ਹੁਣ ਉੱਥੇ ਇੱਕ ਗੁਜਰਾਤ ਦਾ ਮਾਡਲ ਹੋਏਗਾ ਤੇ ਦੂਸਰਾ ਦਿੱਲੀ ਦਾ ਮਾਡਲ ਹੋਏਗਾ। ਕਾਂਗਰਸ ਪਾਰਟੀ ਦੇ ਕੋਲ ਕਿਸੇ ਕਿਸਮ ਦਾ ਕੋਈ ਮਾਡਲ ਹੈ ਜਾਂ ਨਹੀਂ ਹੈ, ਕਿਉਂਕਿ ਉਹਨਾਂ ਦੀ ਰਾਜਸਥਾਨ ਸਰਕਾਰ ਹੈ। ਉਹ ਉੱਥੇ ਗਹਿਲੋਤ ਮਾਡਲ, ਰਾਜਸਥਾਨ ਮਾਡਲ, ਛੱਤੀਸਗੜ੍ਹ ਮਾਡਲ, ਭੁਪੇਸ਼ ਬਘੇਲ ਹੋਰਾਂ ਦਾ ਮਾਡਲ, ਜਾਂ ਕੈਪਟਨ ਸਾਹਿਬ 4.5 ਸਾਲ ਪੰਜਾਬ 'ਚ ਮੁੱਖ, ਇੱਥੇ ਦਾ ਕੋਈ ਮਾਡਲ। ਜੇ ਤਾਂ
ਲੋਕ ਕਿਤੇ ਸੰਤੁਸ਼ਟ ਨੇ, ਕਾਂਗਰਸ ਤੋਂ ਖੁਸ਼ ਨੇ, ਉਹ ਵੀ ਆਪਣਾ ਮਾਡਲ ਲੈਣ। ਉੱਥੇ 3 ਮਾਡਲ ਭੇਜ ਜਾਣ, ਕਿਸੇ ਨੂੰ ਕੋਈ ਇਤਰਾਜ਼ ਥੋੜੀ ਹੈ। ਪਰ ਇਹ ਲੱਗਦਾ ਕਿ ਉੱਥੇ ਕੇਜਰੀਵਾਲ ਸਾਹਿਬ ਦਿੱਲੀ ਵਾਲੇ ਮਾਡਲ ਦੀ ਖੂਬੀ ਦੱਸਣਗੇ, ਭਾਰਤੀ ਜਨਤਾ ਪਾਰਟੀ ਦੀ 25 ਸਾਲਾਂ ਤੋਂ ਚੱਲਦੀ ਸਰਕਾਰ ਗੁਜਰਾਤ ਮਾਡਲ ਦੀ ਖੂਬੀ ਦੱਸੂ। ਲੋਕਾਂ ਨੂੰ ਕਿਹਦੀ ਖੂਬੀ ਪਸੰਦ ਆਉਂਦੀ ਇੱਕ ਵੱਖਰੀ ਗੱਲ ਹੈ, ਪਰ ਭਾਜਪਾ ਦੇ ਮੁਕਾਬਲੇ ਕਾਂਗਰਸ ਵੀ ਉੱਥੇ ਕਮਜ਼ੋਰ ਹੈ। ਆਮ ਆਦਮੀ ਪਾਰਟੀ ਅਜੇ ਨਵੀਂ ਹੈ, ਇੱਕ ਸ਼ਹਿਰ ਦੇ ਵਿੱਚ ਉਹਦਾ ਖਾਤਾ ਜ਼ਰੂਰ ਖੁੱਲ੍ਹਾ ਸੀ, ਪਰ ਉਹ ਇੱਕ ਸ਼ਹਿਰ 'ਚ ਖੁੱਲ੍ਹਾ ਸੀ, ਅਜੇ ਲੰਬਾ ਪੈਂਡਾ ਤੈਅ ਕਰਨਾ ਬਾਕੀ ਹੈ। ਹਾਂ, ਇੱਕ ਆਪਾਂ ਬੇਨਤੀ ਕਰ ਦਿੰਦੇ ਵੀ ਉੱਥੋਂ ਦੀ ਵਿਧਾਨ ਸਭਾ 'ਚ ਕੈਗ ਦੀ ਰਿਪੋਰਟ ਗਈ ਇੱਕ ਜੀ। ਉਸ ਰਿਪੋਰਟ ਨੇ ਇਹ ਕਿਹਾ ਕਿ ਵੀ ਭਾਈ ਸਾਹਿਬ ਗੁਜਰਾਤ ਜਿਹੜਾ ਨਾ ਕਰਜ਼ੇ 'ਚ ਦਬ ਗਿਆ, ਤੇ ਜੇ ਸਰਕਾਰ ਨੇ ਹੁਣ ਆਉਣ ਵਾਲੇ ਆ ਜਿਹੜੇ ਸਮਾਂ, ਇਸ ਸਮੇਂ ਦੇ ਵਿੱਚ ਉਹਦਾ 60-61% ਤੋਂ ਜ਼ਿਆਦਾ ਜਿਹੜਾ ਵੀ ਜੋ ਵੀ ਉਹਨਾਂ ਦੇ ਕੋਲ ਕਰਜ਼ਾ, ਉਹਦਾ ਕੋਈ ਨਾ ਕੋਈ ਹੱਲ ਕਰਨ ਦੀ ਕੋਸ਼ਿਸ਼ ਨਾ ਕੀਤੀ, ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕਿਸ਼ਤੀ ਹੈ ਨਾ, ਕਿਸੇ ਵੇਲੇ ਹੁੰਦਾ ਯਾਰ ਸਵਾਰੀਆਂ ਬਹੁਤ ਨੇ, ਹੁਣ ਕਰੀਏ ਕੀ। ਉਹ ਜੇ ਨਾ ਕੁਛ ਕੀਤਾ ਗਿਆ ਤੇ ਇਹ ਨਾ ਹੋਵੇ ਵੀ ਉਹ ਕਿਸ਼ਤੀ ਵਾਲਾ ਕੰਮ ਥੱਲੇ ਨੂੰ ਜਾਣ ਲੱਗ ਪਏ, ਕਿਉਂਕਿ ਕਾਰਨ ਇਹ ਆ ਵੀ ਕਰਜ਼ਾ ਹੁਣ ਤੱਕ ਤਾਂ ਪੰਜਾਬੀਆਂ ਕਹਿੰਦੇ ਪੰਜਾਬ ਦਾ ਕਰਜ਼ਾ ਸੁਣਿਆ ਸੀ, ਪਰ ਬਹੁਤ ਸਾਰੀਆਂ ਸਟੇਟਾਂ ਨੇ ਜਿਨ੍ਹਾਂ ਤੇ ਕਰਜ਼ਾ, ਅਜੇ ਆਪਾਂ ਸ੍ਰੀਲੰਕਾ ਦੇ ਕਰਜ਼ੇ ਵਾਲੇ ਪਾਸੇ ਬਾਅਦ ਜਾਣਾ। ਹੁਣ ਇੱਕ ਸਟੇਟ ਤੋਂ ਬਾਅਦ ਦੂਸਰੀ ਸਟੇਟ, ਦੂਸਰੀ ਤੋਂ ਬਾਅਦ ਤੀਸਰੀ ਸਟੇਟ, ਜਿੱਥੇ ਜਾ ਕੇ ਵੀ ਕਿਤੇ ਨਾ ਕਿਤੇ ਚਰਚਾ ਚੱਲਦੀ, ਉੱਥੇ ਜੇ ਸਰਕਾਰੀ ਈਵਨ ਕੈਗ ਦੀ ਰਿਪੋਰਟ ਜਿਹੜੀ ਉਹ ਕੇਂਦਰ ਸਰਕਾਰ ਦੀ ਕਮੇਟੀ ਜਿਹਨੇ ਬਣਾਉਣੀ ਹੁੰਦੀ ਆ, ਉਹਨਾਂ ਦੇ ਵੱਲੋਂ ਜੇ ਕਿਹਾ ਗਿਆ ਕਿ ਭਾਈ ਸਾਹਿਬ ਆਹ ਸੂਬਾ ਤੇ ਇਹਦੇ ਆਹ ਫਾਈਨੈਂਸ਼ੀਅਲ ਹਾਲਾਤ ਨੇ, ਜੇ ਇਹਦਾ ਹੱਲ ਨਾ ਕੀਤਾ ਗਿਆ ਤੇ ਕੰਮ ਔਖਾ ਹੋਊਗਾ। ਮੇਰਾ ਖਿਆਲ ਜੇ ਹੁਣ ਆਮ ਆਦਮੀ ਪਾਰਟੀ ਉੱਥੇ ਗਈ, ਇਹਨੂੰ ਵੀ ਕਾਂਗਰਸ ਪਾਰਟੀ ਨੇ ਕੋਈ ਮਾਡਲ ਲੈਣਾ, ਇਹਨੂੰ ਵੀ, ਜਾਂ 25 ਸਾਲ ਤੋਂ ਰਾਜ ਕਰਦੀ ਬੀਜੇਪੀ ਨੂੰ ਸੋਚਣਾ ਚਾਹੀਦਾ ਵੀ ਯਾਰ ਕਿੱਥੇ ਜੇ ਨੁਕਸ ਰਹਿ ਗਿਆ ਵੀ ਆਪਾਂ ਸਟੇਟਾਂ ਦੇ ਸਿਰ ਤੇ ਕਰਜ਼ੇ ਵਧਾਈ ਜਾਂਦੇ, ਤੇ ਬਾਅਦ ਦੇ ਵਿੱਚ ਜਦੋਂ ਲੋਕ ਸਹੂਲਤਾਂ ਭਾਲਦੇ ਨੇ ਉਦੋਂ ਕੋਈ ਨਾ ਕੋਈ ਇਹੋ ਜਿਹਾ ਰਫੜ ਆਣ ਕੇ ਵਿੱਚ ਪੈਂਦਾ, ਉਹ ਸਹੂਲਤ ਬਾਅਦ 'ਚ ਦਿਓ, ਪਹਿਲਾਂ ਵਿਆਜ ਦੇ ਲਓ। ਸੰਤਾਲੀਆ ਸਾਹਿਬ, ਮੈਨੂੰ ਲੱਗਦਾ ਕਿ ਇਸ ਮੁੱਦੇ ਦੇ ਉੱਤੇ ਚਰਚਾ ਗੰਭੀਰਤਾ ਨਾਲ ਹੋਣੀ ਜ਼ਰੂਰੀ ਹੈ। ਤੁਸੀਂ ਦੇਖੋ ਕਿ ਜੇ ਪੰਜਾਬ ਦੇ ਸਿਰ ਵੀ ਕਰਜ਼ਾ, ਗੁਜਰਾਤ ਦੇ ਸਿਰ ਵੀ ਕਰਜ਼ਾ, ਭਾਰਤ ਦਾ ਇੱਕ ਵੀ ਸੂਬਾ ਇਦਾਂ ਦਾ ਨਹੀਂ ਜਿਹੜਾ ਕਰਜ਼ਾ ਜਿਹਦੇ ਸਿਰ ਕਰਜ਼ਾ ਨਾ ਹੋਵੇ। ਕਰਜ਼ਾ ਹੋਣਾ ਕੋਈ ਮਾੜੀ ਗੱਲ ਨਹੀਂ, ਪਰ ਉਹ ਵਧੀ ਜਾਂਦਾ ਹੈ ਕਿ ਘਟ ਰਿਹਾ ਹੈ। ਹੁਣ ਜੇ ਪੰਜਾਬ ਵਰਗੇ ਸੂਬੇ ਦੇ ਵਿੱਚ ਆਮਦਨ ਦਾ ਬਹੁਤਾ ਹਿੱਸਾ ਤਨਖਾਹਾਂ 'ਚ, ਪੈਨਸ਼ਨਾਂ 'ਚ ਤੇ ਕਰਜ਼ੇ ਦੇ ਵਿਆਜ ਦੇ ਭੁਗਤਾਨ 'ਚ ਜਾਂਦਾ, ਮੂਲ ਦਾ ਭੁਗਤਾਨ ਨਹੀਂ ਹੋ ਰਿਹਾ, ਸਿਰਫ ਇੰਟਰਸਟ ਪੇ ਕੀਤਾ ਜਾ ਰਿਹਾ ਕਿ ਪੈਸੇ ਲੈ ਲੈ, ਪੈਸੇ ਤਾਂ ਨਹੀਂ ਦੇ ਹੋਣੇ, ਆ ਇੰਨਾ ਕਿ ਇੰਟਰਸਟ ਬਣਦਾ, ਤੁਸੀਂ ਉਨੀ ਦੇਰ ਘਰੇ ਬੈਠੇ ਖਾਓ, ਤੁਹਾਨੂੰ ਵਿਆਜ ਦੇਈ ਜਾਂਦੇ ਆ। ਜੇ ਬਹੁਤੇ ਸੂਬਿਆਂ ਦਾ ਬਹੁਤਾ ਪੈਸਾ ਇਹਨਾਂ ਚੀਜ਼ਾਂ ਦੇ ਵਿੱਚ ਲੱਗੂਗਾ ਤਾਂ ਦੇਸ਼ ਸੂਬਿਆਂ ਦੇ ਸਿਰ ਤੇ ਹੀ ਹੁੰਦਾ। ਦੇਸ਼ ਆਪਣੇ ਆਪ ਸੂਬਿਆਂ ਦੇ ਸਮੂਹ ਨੂੰ ਹੀ ਦੇਸ਼ ਕਹਿੰਦੇ ਆ ਨਾ। ਜਾਂ ਤਾਂ ਕਹੋ ਕਿ ਭਾਈ ਭਾਰਤ ਦੇ ਵਿੱਚ 22 ਸੂਬੇ ਨੇ, ਥੋੜਾ ਜਿਹਾ ਥਾਂ ਹੋਰ ਹੈ, ਜਾਂ ਭਾਰਤ ਦੇ ਵਿੱਚ ਇੰਨੇ ਸੂਬੇ ਨੇ, ਇੰਨੇ ਕੇਂਦਰ ਸ਼ਾਸਿਤ ਪ੍ਰਦੇਸ਼, ਥੋੜਾ ਜਿਹਾ ਥਾਂ ਹੋਰ ਹੈ, ਤੇ ਸਾਰਿਆਂ ਦੇ ਸਮੂਹ ਨੂੰ ਭਾਰਤ ਕਹਿੰਦੇ ਆ। ਇਹ ਉਹ ਨਹੀਂ ਠੀਕ, ਪਰ ਇਹ ਇੱਕ ਵਿਸ਼ਾ ਜਿਹੜਾ ਕਿ ਵਿਚਾਰਨ ਦੀ ਲੋੜ ਹੈ, ਕਿਉਂਕਿ ਦੇਖੋ ਹੁਣ ਹੁੰਦਾ ਕੀ ਹੈ, ਮੋਸਟਲੀ ਹੁਣ ਪੰਜਾਬ ਵਾਲੇ ਪਾਸੇ ਵੀ ਅੱਜ ਨਹੀਂ ਕੱਲ੍ਹ ਨੂੰ ਹੌਲੀ ਹੌਲੀ ਪਰਤਾਂ ਖੁੱਲਣਗੀਆਂ ਕਿ ਯਾਰ ਅਗਲਾ ਕਹਿੰਦਾ ਵੀ ਬਾਕੀ ਸਾਰਾ ਕੁਝ ਤੇ ਫਿੱਟ ਆ, ਹੁਣ ਨਵੀਂ ਯੋਜਨਾ ਚਾਹੀਦੀ। ਉਹ ਕਹਿੰਦੇ ਕੋਈ ਵਰਲਡ ਬੈਂਕ, ਕੋਈ ਉਦੋਂ ਪਰਾਂ ਦੀ ਬੈਂਕ, ਕੋਈ ਇੱਧਰ ਉੱਧਰ ਵਾਲੀ ਬੈਂਕ, ਉਹ ਵੇਖੋ ਕਹਿੰਦੇ ਜੀ ਉਹ ਤਾਂ ਹੱਥ ਖੜੇ ਕਰ ਗਏ। ਅੱਛਾ, ਫਿਰ ਕੋਈ ਇੱਧਰ ਉੱਧਰੋਂ ਪ੍ਰਾਪਰਟੀ, ਕੋਈ ਹੋਰ ਕੁਛ ਦੇਖੋ ਜਿਹੜਾ ਕੋਈ ਗਹਿਣੇ ਗੂਣੇ ਦੇ ਕੇ ਜਾਂ ਕੋਈ ਵੈਸੇ ਹੀ ਕਿਸੇ ਨੂੰ ਵੇਚ ਵੱਟ ਕੇ ਆਪਾਂ ਕੰਮ ਚਲਾ ਲਈਏ। ਇਹ ਹੁਣ ਕੰਮ ਇੱਥੇ ਕੁ ਖੜ ਗਿਆ, ਇਕੱਲੇ ਪੰਜਾਬ ਦਾ ਨਹੀਂ, ਬੜੀਆਂ ਸਟੇਟਾਂ ਦੇ ਵਿੱਚ ਸਾਰਾ ਕੁਛ। ਇੱਥੇ ਆ ਕੇ ਮੁਸ਼ਕਿਲ ਇਹ ਆਉਂਦੀ ਆ ਵੀ ਹੁਣ ਕੁਛ ਨਾ ਕੁਛ ਤੇ ਕਰਨਾ ਹੀ ਪੈਣਾ, ਨਵੀਂ ਯੋਜਨਾ ਵੀ ਲਿਆਉਣੀ ਪੈਣੀ ਹੈ, ਵਿਕਾਸ ਵੀ ਕਰਨਾ ਪੈਣਾ, ਸਾਰਾ ਕੁਛ ਇਹਦਾ ਪੈਸਾ ਤਾਂ ਚਾਹੀਦਾ ਹੀ ਹੈ। ਹੁਣ ਜੇ ਪੈਸਾ ਉਸੇ ਸਟੇਟ ਦੀਆਂ ਜਾਇਦਾਦਾਂ, ਜ਼ਮੀਨਾਂ ਜਾਂ ਉਹਦੇ ਸਿਰ ਤੇ ਹੋਰ ਕਰਜ਼ਾ ਪਾ ਕੇ ਜੇ ਆਪਾਂ ਉਹਨੂੰ ਵਿਕਾਸ ਕਹਿ ਦਈਏ, ਕਿਤੇ ਨਾ ਕਿਤੇ ਕੰਮ ਉੱਥੇ ਗਲਤ ਸੀਗਾ। ਹਾਂ, ਜੇ ਤੁਹਾਨੂੰ ਲੱਗਦਾ ਵੀ ਯਾਰ ਆਪਾਂ ਉਦੋਂ ਵਿਆਜ ਤੇ ਪੈਸੇ ਚੱਕ ਕੇ ਤੇ 100 ਰੁਪਈਆ ਲਿਆਂਦਾ, ਇਹ 100 ਨਾਲ ਆਪਾਂ ਆਹ ਕੰਮ ਕਰਨਾ ਸੀ, ਸਾਨੂੰ ਆਸ ਸੀ ਵੀ ਇੱਥੋਂ 200 ਆਊਗਾ, ਤੇ ਹੋਇਆ ਕੀ ਪਤਾ ਬਾਅਦ 'ਚ ਲੱਗਾ ਵੀ ਯਾਰ ਉਹ 'ਚੋਂ 75 ਤੱਕ ਦੇ ਹੋਰ ਹੀ ਚਲ ਗਏ, 25 ਆਪਾਂ ਲਾਏ ਸੀ ਤੇ 25 ਦਾ ਵੀ ਪਤਾ ਨਹੀਂ 5 ਸਾਲਾਂ ਨੂੰ ਖਤਮ ਹੀ ਹੋ ਜਾਣ। ਉਹ ਜਿਹੜੀਆਂ ਚੋਰ ਮੋਰੀਆਂ ਨੇ, ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਕੋਈ ਨਾ ਕੋਈ ਡੱਕਾ ਲਾ ਲਵੇ ਤੇ ਮਸਲਾ ਹੱਲ ਹੋ ਸਕਦਾ। ਸੰਤਾਲੀਆ ਸਾਹਿਬ, ਬਿਲਕੁਲ ਦੇਖੋ ਜ਼ਰੂਰੀ ਹੈ, ਹਰ ਸੂਬੇ 'ਚ ਜਿੱਥੇ ਚੋਣਾਂ ਹੁੰਦੀਆਂ ਮੁਫਤ ਦੇਵਾਂਗੇ। ਪੰਜਾਬ 'ਚ ਆਹ ਕੁਛ ਹੀ ਹੋਇਆ, ਹਰ ਪਾਰਟੀ ਉਹ 'ਚ ਲਿਬੜੀ ਹੈ, ਮੁਫਤ ਦੇ ਦਿਆਂਗੇ, ਜੇ ਨਿਰਪਈਏ ਦੇ ਦਿਆਂਗੇ, ਕਿਸੇ ਦੀ ਸਰਕਾਰ ਬਣ ਗਈ, ਕਿਸੇ ਦੀ ਰਹਿ ਗਈ। ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ ਆ, ਉਦੋਂ ਵੀ ਮੈਨੀਫੈਸਟੋ ਇਦਾਂ ਦਾ ਹੀ ਸੀ ਕਿ ਹਰ ਇੱਕ ਪਾਰਟੀ ਮੁਫਤ, ਟੈਕਸ ਕੋਈ ਨਹੀਂ ਲਾਉਣਾ, ਮੁਫਤ ਦੇ ਦਿਆਂਗੇ। ਪੈਸੇ ਕਿੱਥੋਂ ਆਉਣੇ ਆ, ਇਹਦਾ ਕੋਈ ਬੰਦਾ ਨਹੀਂ ਸੀ ਦੱਸਦਾ। ਜੇ ਹਾਲਾਤ ਆਹੀ ਰਹਿੰਦੇ ਆ ਤਾਂ ਕੰਮ ਮਾੜਾ ਹੋ ਜੂ। ਤੁਸੀਂ ਕਿਹਾ ਸੀ ਸ਼੍ਰੀਲੰਕਾ ਦੀ ਗੱਲ ਬਾਅਦ 'ਚ ਕਰਾਂਗੇ, ਮੈਨੂੰ ਲੱਗਦਾ ਨਿਬੇੜ ਲਈਏ। ਉਹ ਨਿਬੇੜ ਇਸ ਕਰਕੇ ਲਈਏ ਕਿ ਐਮਰਜੈਂਸੀ ਲੱਗ ਗਈ ਉੱਥੇ। ਇਸ ਕਰਕੇ ਐਮਰਜੈਂਸੀ ਲੱਗੀ ਹੈ ਕਿ ਡੀਜ਼ਲ ਪੈਟਰੋਲ ਮੁੱਕ ਜਾਂਦਾ ਹੈ। ਜਾਣੀ ਇੱਕ ਤਾਂ ਹੁੰਦਾ ਨਾ ਕਿ ਕੀਮਤ ਵੱਧ ਗਈ ਹੈ, ਕੀਮਤ ਵੱਧ ਗਈ ਹੈ, ਤੁਹਾਡੇ ਵਰਗੇ ਬੰਦੇ ਚਲੋ 10 ਰੁਪਏ ਵਾਧੂ ਖਰਚ ਕੇ ਲੀਟਰ ਪਵਾ ਲੈਣਗੇ, ਮੇਰੇ ਕੋਲ ਥੋੜ੍ਹੇ ਹੋਣਗੇ, ਮੈਂ ਅੱਧਾ ਲੀਟਰ ਪਾ ਲਊਂਗਾ। ਘੱਟੋ ਘੱਟ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਕਿ ਤੁਸੀਂ ਆਪਣਾ ਵਹੀਕਲ ਚਲਾ ਲਓਗੇ। ਤੇ ਜਦੋਂ ਸਰਕਾਰ, ਕਿਉਂਕਿ ਡੀਜ਼ਲ ਪੈਟਰੋਲ ਉੱਥੇ ਤਾਂ ਨਿਕਲਦਾ ਨਹੀਂ ਸਾਰਾ, ਬਾਹਰੋਂ ਮੰਗਵਾਉਣ ਜੋਗੇ ਪੈਸੇ ਹੀ ਨਹੀਂ ਸਰਕਾਰ ਕੋਲ, ਕਿਉਂਕਿ ਸਰਕਾਰ ਕੋਲ ਡਾਲਰ ਹੋਣਗੇ ਸ਼੍ਰੀਲੰਕਾ ਦੀ ਕੋਲ ਤੇ ਉਹ ਫੇਰ ਖਰੀਦਣਗੇ। ਡਾਲਰ ਹੈ ਨਹੀਂ, ਰੂਬਲ ਹੋਣਗੇ, ਯੂਆਨ ਹੋਣਗੇ ਤਾਂ ਖਰੀਦਣਗੇ, ਪੈਸੇ ਤਾਂ ਹੈ ਹੀ ਨਹੀਂ। ਤੇਲ ਆ ਨਹੀਂ ਰਿਹਾ, ਪੰਪ ਸੁੱਕ ਗਏ, ਡਰਾਈ ਹੋ ਗਏ, 1 ਦਿਨ 2 ਦਿਨ ਸੜਕਾਂ ਦੇ ਉੱਤੇ, ਫਿਰ ਵਹੀਕਲ ਕਿੱਦਾਂ ਚੱਲਣ, ਰੌਲਾ ਪੈ ਗਿਆ। ਦੂਸਰਾ,
ਹੋ ਸਕਦਾ ਕਿ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਬੈਠੇ ਨੱਥਾ ਸਿੰਘ, ਰਾਮ ਲਾਲ ਜੀ, ਇਲਮਦੀਨ ਜੀ ਉਹ ਸੋਚਣ ਯਾਰ ਠੀਕ ਹੈ ਸਰਕਾਰ ਦੇ ਕੋਲੇ ਨਹੀਂ ਤਾਂ ਕੀ ਕਰੀਏ, ਜਾਂ ਮੰਦੀ ਫੈਲ ਗਈ ਨਾ। ਬਹੁਤ ਧਿਆਨ ਰੱਖਣਾ ਪਊਗਾ। ਭਾਰਤ ਉਹਦੇ ਤੋਂ ਬਹੁਤ ਚੰਗਾ ਵਿੱਤੀ ਤੌਰ ਤੇ ਕੋਈ ਨੁਕਸਾਨ ਨਹੀਂ, ਹਾਲ ਦੀ ਘੜੀ ਲੱਗਦਾ ਨਹੀਂ ਕਿ ਕੁਝ ਹੋਊਗਾ, ਪਰ ਸਾਨੂੰ ਆਂਢ ਗੁਆਂਢ ਤੋਂ ਸਬਕ ਸਿੱਖਣਾ ਚਾਹੀਦਾ। ਸੰਧਾਲੀਆ ਸਾਹਿਬ, ਹੁਣ ਜਿਹੜਾ ਬੰਦਾ ਆਪਣੇ ਘਰ 'ਚ ਬੈਠਾ ਸ਼੍ਰੀਲੰਕਾ ਦਾ, ਉਹਦਾ ਕੀ ਕਸੂਰ ਆ? ਜੇ ਪ੍ਰਬੰਧ ਚੰਗੇ ਤਰੀਕੇ ਨਹੀਂ ਕਰ ਹੋਏ ਤਾਂ ਸਰਕਾਰ ਤੋਂ ਨਹੀਂ ਕਰ ਹੋਏ। ਪਹਿਲਾਂ ਟੂਰਿਜ਼ਮ ਦਾ, ਸੈਲਾਨੀਆਂ ਦਾ ਕੰਮ ਚੱਲਦਾ ਸੀ, ਸਰਕਾਰ ਆਰਾਮ ਨਾਲ ਬੈਠੀ ਦੇਖੀ ਜਾਂਦੀ, ਬਾਕੀ ਕੀ ਲੋੜ ਹੈ, ਲੋਕ ਆਉਂਦੇ ਆ ਪੈਸੇ ਦੇ ਜਾਂਦੇ। ਕੋਵਿਡ ਆਇਆ, ਟੂਰਿਜ਼ਮ ਦਾ ਕੰਮ ਬੰਦ ਹੋ ਗਿਆ, 20 ਚੀਜ਼ਾਂ ਹੋਰ ਖਰਾਬ ਹੋ ਗਈਆਂ, ਰੁਪਈਆ ਬਚਿਆ ਕੋਲ ਕੁਛ ਨਹੀਂ, ਲੋਕ ਬੇਰੁਜ਼ਗਾਰ ਹੋ ਗਏ। ਹੁਣ ਇੱਕ ਬੰਦਾ ਆਪਣੇ ਘਰ 'ਚ ਬੈਠਾ ਹੈ, ਉਹਨੂੰ ਸ਼੍ਰੀਲੰਕਾ ਦੇ 5000 ਰੁਪਈਏ ਤਨਖਾਹ ਮਿਲਦੀ ਹੈ। ਯਾਨੀ ਆਮ ਬੰਦੇ ਦੇ ਦੁੱਖ ਕੀ ਨੇ? ਘਰ ਦੇ ਵਿੱਚ ਛੋਟਾ ਬੱਚਾ ਹੈ ਜਾਂ ਘਰ ਦੇ ਵਿੱਚ ਬਜ਼ੁਰਗ ਹੈ, ਉਹਨੂੰ ਬ੍ਰੈਡ ਚਾਹੀਦੀ ਹੈ। ਅੱਗੇ ਉਹ ਜਾਂਦੇ ਸੀ 15 ਰੁਪਈਆਂ ਦੀ ਬ੍ਰੈਡ ਬਾਜ਼ਾਰ ਦੇ ਵਿੱਚੋਂ ਖਰੀਦ ਕੇ ਲੈ ਆਉਂਦੇ ਸੀ, ਹੁਣ ਉਹੀ 100 ਤੇ 50 ਰੁਪਈਏ ਦੀ ਮਿਲਦੀ ਹੈ। ਅੱਗੇ ਉਹ ਜਾਂਦੇ ਸੀ 50 ਰੁਪਈਆਂ ਦਾ ਤੇਲ ਲੀਟਰ ਪਵਾ ਲੈਂਦੇ ਸੀ, ਉਹਨੂੰ 250 ਦਾ ਮਿਲਦਾ ਹੈ, ਮੰਨ ਲਓ। ਅੱਗੇ ਉਹ ਜਾਂਦੇ ਸੀ ਦੁੱਧ 25 ਰੁਪਈਆਂ ਦਾ ਲੈ ਆਉਂਦੇ ਸੀ, ਹੁਣ ਉਹ ਕਹਿੰਦੇ 125 ਰੁਪਈਆ ਦਾ ਦੁੱਧ ਉਨਾ ਹੀ ਮਿਲਣਾ। ਜਾਣੀ ਸ਼੍ਰੀਲੰਕਾ ਦੇ ਸਧਾਰਨ ਲੋਕਾਂ ਦੀ ਆਮਦਨ ਉੱਥੇ ਹੀ ਹੈ ਜਾਂ ਘਟੀ ਹੈ, ਮਹਿੰਗਾਈ ਤਿੱਗਣੀ ਚੌਗਣੀ 5 ਗੁਣਾ ਹੋ ਗਈ। ਇਹਦੇ ਤੋਂ ਇਲਾਵਾ ਸੰਧਾਲੀਆ ਸਾਹਿਬ ਤੁਸੀਂ ਹੋਰ ਦੇਖੋ, ਇਹ ਵੀ ਕਹਿ ਦਿੱਤਾ ਕਿ ਜੇ ਸਰਕਾਰ ਤੋਂ ਪ੍ਰਵਾਨਗੀ ਕੀਤੇ ਬਗੈਰ ਤੁਸੀਂ ਇਕੱਠ ਕੀਤਾ ਤਾਂ ਗੈਰ ਕਾਨੂੰਨੀ ਹੋਊਗਾ, ਚੱਕ ਕੇ ਜੇਲ੍ਹ 'ਚ ਸੁੱਟ ਦਾਂਗੇ। ਇਹਦਾ ਮਤਲਬ ਹੈ ਕਿ ਲੋਕ ਸੜਕਾਂ ਤੇ ਆਉਣ ਲੱਗ ਪਏ, ਖਾਣ ਨੂੰ ਨਹੀਂ ਲੱਭੂਗਾ, ਲੋਕ ਭੁੱਖੇ ਹੋਣਗੇ, ਡੀਜ਼ਲ ਪੈਟਰੋਲ ਨਹੀਂ ਲੱਭੂਗਾ, ਹਸਪਤਾਲਾਂ ਦੇ ਵਿੱਚ ਕੰਮ ਖਰਾਬ ਹੋ ਜੂ, ਦਵਾਈਆਂ ਦੀ ਘਾਟ ਪੈਦਾ ਹੋ ਜੂਗੀ, ਤੇ ਸਾਰੇ ਦਾ ਸਾਰਾ ਸੰਤਾਪ ਤਾਂ ਆਮ ਬੰਦੇ ਨੂੰ ਭੁਗਤਣਾ ਪੈਂਦਾ। ਇਸ ਕਰਕੇ ਭਾਰਤ ਬਹੁਤ ਚੰਗੀ ਹਾਲਤ ਦੇ ਵਿੱਚ ਹੈ, ਭਾਰਤ ਦੇ ਵਿੱਚ ਹਾਲਾਤ ਉਨੇ ਮਾੜੇ ਨਹੀਂ, ਪਰ ਸਾਨੂੰ ਇਹ ਹਾਲਾਤ ਚੰਗੇ ਬਣਾਉਣ ਲਈ ਕੰਮ ਕਰਨਾ ਪਊਗਾ, ਨਿਰਭਰਤਾ ਘਟਾਈਏ ਬਸ। ਨਹੀਂ, ਬੜਾ ਜ਼ਰੂਰੀ ਹੈ। ਬਾਕੀ ਇਹ ਵੀ ਆਪਾਂ ਬੇਨਤੀ ਕਰਦੇ ਹਾਂ ਵੀ ਕਿਸੇ ਵੇਲੇ ਹੁੰਦਾ ਵੀ ਯਾਰ ਗਵਾਂਢੀ ਦੇ ਤੌਰ ਤੇ ਭਾਰਤ ਨੇ ਕੁਝ ਕੀਤਾ ਕਿ ਨਹੀਂ ਕੀਤਾ। ਹੁਣ ਕਹਿੰਦੇ ਆ ਵੀ ਬੜੀ ਵੱਡੀ ਡੀਜ਼ਲ ਦੀ ਖੇਪ ਜਿਹੜੀ ਚੌਥੀ ਖੇਪ, ਪਹਿਲੀ ਨਹੀਂ ਅੱਪੜ ਗਈ ਹੈ, ਚੌਥੀ ਖੇਪ ਸ਼੍ਰੀਲੰਕਾ ਨੂੰ ਭੇਜੀ ਹੈ ਤਾਂ ਜੋ ਵੀ ਉਹਨਾਂ ਦਾ ਕੰਮ ਚੱਲਦਾ ਰਹੇ, ਕਿਉਂਕਿ ਕਾਰਨ ਹੈ ਵੀ ਉੱਥੇ ਤਾਂ ਹੁਣ ਬਿਜਲੀ ਦਾ ਵੀ ਪ੍ਰਬੰਧ ਕਹਿੰਦੇ ਵੀ ਬਿਲਕੁਲ ਹੀ ਵਿਗੜ ਗਿਆ। ਹੁਣ ਜੇ ਡੀਜ਼ਲ ਦੀ ਏਡੀ ਵੱਡੀ ਖੇਪ ਚੌਥੀ ਵਾਰ ਭਾਰਤ ਨੇ ਦਿੱਤੀ ਹੈ ਤੇ ਵਧੀਆ ਗੱਲ ਹੈ। ਪਰ ਇੱਕ ਮੈਂ ਚੀਜ਼ ਸੋਚਦਾ ਸੀ ਵੀ ਹੁਣ ਦੇਖੋ ਉਸ ਦੇਸ਼ ਦੇ ਵਿੱਚ ਹੈ ਤੇ ਉਹ ਟਾਪੂਨੁਮਾ ਦੇਸ਼, ਇੱਧਰ ਆਪਾਂ ਪੰਜਾਬ ਦੇ ਵਿੱਚ ਕਈ ਵਾਰ ਜ਼ਿਕਰ ਸੁਣਦੇ ਹੁੰਦੇ, ਆਪਣੇ ਲੀਡਰ ਸਾਹਿਬਾਨ ਇਹ ਗੱਲ ਕਰਦੇ ਹੁੰਦੇ ਵੀ ਯਾਰ ਸਾਡੀ ਨਾ ਬੰਦਰਗਾਹ ਨਾਲ ਨਹੀਂ ਲੱਗਦੀ, ਮਤਲਬ ਕੋਈ ਵੀ ਹੱਦ ਸਮੁੰਦਰ ਦਾ ਕੰਢਾ ਹੋਵੇ ਨਾ, ਕਦੇ ਵੇਖੀ ਕਮਾਲ ਅਸੀਂ ਕਿੱਦਾਂ ਕਰ ਦਿੰਦੇ ਹਾਂ। ਉਹਨਾਂ ਦੇ ਘੇਰੇ ਘੇਰੇ ਸਮੁੰਦਰ ਹੈ ਤੇ ਉਹ ਇਹਦਾ ਮਤਲਬ ਸਮੁੰਦਰ 'ਚ ਰਹਿ, ਉਹਨਾਂ ਨੂੰ ਇਹ ਲੱਗਦਾ ਵੀ ਯਾਰ ਸਾਡਾ ਕਿਤੇ ਧਰਤੀ ਨਾਲ ਕੋਈ ਹਿੱਸਾ ਨਹੀਂ ਲੱਗਦਾ, ਨਹੀਂ ਤੇ ਅਸੀਂ ਬਚ ਜਾਣਾ ਸੀ। ਅੱਜ ਉਹਨਾਂ ਨੂੰ ਇਹ ਇਸ ਕਰਕੇ ਉਹ ਵਿਚਾਰੇ ਡੁੱਬ ਰਹੇ ਨੇ ਕਿਉਂਕਿ ਉਹ ਸਮੁੰਦਰ 'ਚ ਨੇ। ਇਸ ਕਰਕੇ ਐਕਸਕਿਊਜ਼ ਕੋਈ ਵੀ ਕੱਢਿਆ ਜਾ ਸਕਦਾ ਵੀ ਅਸੀਂ ਸਮੁੰਦਰ 'ਚ ਜਾਂ ਅਸੀਂ ਸਮੁੰਦਰ ਦੇ ਨਾਲ ਨਹੀਂ ਲੱਗਦੇ। ਗੱਲ ਸਿਰਫ ਇਹ ਆ ਵੀ ਕਿਸੇ 'ਤੇ ਵੀ ਕੋਈ ਵੀ ਵਕਤ ਆ ਸਕਦਾ। ਫਰਕ ਸਿਰਫ ਇਹ ਆ ਵੀ ਉਹ ਜਿਹੜੀਆਂ ਨੀਤੀਆਂ ਨੇ ਉਹ ਥੋੜ੍ਹੀਆਂ ਦੂਰਦਰਸ਼ੀ ਹੋਣ, ਦੇ ਲੋਕ ਪੱਖੀ ਹੋਣ। ਹਾਂ, ਸ਼੍ਰੀਲੰਕਾ ਦੇ ਬਾਬਤ ਨਾ ਚਰਚਾ ਵੀ ਹੋਣੀ ਚਾਹੀਦੀ ਹੈ, ਸੋਚਣਾ ਵਿਚਾਰਨਾ ਵੀ ਆਮ ਲੋਕਾਂ ਨੂੰ ਚਾਹੀਦਾ। ਉਹਨੂੰ ਪੜ੍ਹੋ, ਪਿਛਲੇ 20 25 30 ਸਾਲਾਂ 'ਚ ਉੱਥੇ ਕੀ ਹੋਇਆ, ਸਰਕਾਰਾਂ ਉੱਥੇ ਕਿਉਂ ਟੁੱਟਦੀਆਂ ਰਹੀਆਂ, ਇੱਕ ਪਰਿਵਾਰ ਦਾ ਹੀ ਉੱਥੇ ਰਾਜ ਆ, ਉੱਥੇ ਵੀ ਹੁੰਦਾ ਰਿਹਾ, ਪ੍ਰਧਾਨ ਮੰਤਰੀ ਕੌਣ, ਰਾਸ਼ਟਰਪਤੀ ਕੌਣ, ਇੱਕੋ ਹੀ ਟੱਬਰ ਦੇ ਵਿੱਚੋਂ। ਅੱਛਾ, ਹੁਣ ਉਹ ਕੀ ਕਹਿੰਦੇ ਰਾਸ਼ਟਰਪਤੀ ਸਾਹਿਬ? ਸਾਰੀਆਂ ਪਾਰਟੀਆਂ ਦੀ ਸਰਕਾਰ ਬਣਾ ਲੈਂਦੇ ਆਪਾਂ, ਇਕੱਠੀ ਬਣਾ ਲੈਂਦੇ, ਦੋ ਬੰਦੇ ਤੁਹਾਡੇ ਲੈ ਲੈਂਦੇ। ਮਤਲਬ ਇਹ ਵੀ ਪਹਿਲਾਂ ਤਾਂ ਹੁੰਦਾ ਵੀ ਸਭ ਕੁਝ ਮੇਰਾ, ਹੁਣ ਜਦੋਂ ਉੱਜੜ ਗਿਆ ਸਾਰਾ ਕੁਝ, ਹੁਣ ਆ ਜਾਓ ਯਾਰ ਹੁਣ ਸਾਰੇ ਜਾਣੇ ਸਰਕਾਰ। ਮਤਲਬ ਇਹ ਜੇ ਪਹਿਲਾਂ ਕਰ ਲਿਆ ਜਾਂਦਾ, ਕਿਉਂਕਿ ਜ਼ਰੂਰੀ ਥੋੜਾ ਦਾ ਵੀ ਇੱਕੇ ਪਾਰਟੀ 'ਚ ਸਾਰੇ ਸਿਆਣੇ ਸਿਰ ਹੋ ਸਕਦੇ ਆ, ਸਾਰਿਆਂ ਦੇ ਵਿੱਚ ਸਿਆਣੇ ਸਿਰ ਉਦੋਂ ਸੀ। ਠੀਕ ਆ, ਤੁਸੀਂ ਪਾਰਟੀ ਦੀ ਸਰਕਾਰ ਨਹੀਂ ਬਣਾ ਸਕਦੇ, ਸਲਾਹ ਹੀ ਲੈ ਲਓ। ਨਹੀਂ, ਮੁਲਕ ਬਚਾਉਣ ਦਾ ਵੇਲਾ। ਬਾਕੀ ਸੰਧਾਲੀਆ ਸਾਹਿਬ, ਪੰਜਾਬ 'ਚ ਜੇ ਕਿਸੇ ਨੇ ਡੀਜੇ ਲਾਇਆ, ਸਪੀਕਰ ਲਾਇਆ, ਵਿਆਹ ਆਇਆ, ਕਿਸੇ ਦਾ ਜਨਮ ਦਿਨ ਹੈ, ਕੋਈ ਖੁਸ਼ੀ ਦਾ ਸਮਾਗਮ ਹੈ, ਤੇ ਜੇ ਉੱਥੇ ਤੁਸੀਂ ਗੀਤ ਇੱਦਾਂ ਦਾ ਵਜਾਇਆ ਕਿ ਗੰਡਾਸੇ 'ਤੇ ਰੱਖ ਕੇ ਰੋਟੀ ਖਾਣ ਵਾਲੀ ਗੱਲ, ਕਿ ਫੈਰ ਉੱਥੇ ਹੀ ਵੱਜੂਗਾ ਜਿੱਥੇ ਮਾਰਨਾ ਚਾਹੁੰਦੇ ਆ, ਜਾਂ ਕੋਈ ਵੀ ਸ਼ਰਾਬ ਵਾਲਾ ਗੀਤ, ਕੋਈ ਵੀ ਹਥਿਆਰ ਵਾਲਾ ਗੀਤ, ਯਾਨੀ ਲੋਕਾਂ ਨੂੰ ਉਕਸਾਉਣ ਵਾਲੀ ਕੋਈ ਵੀ ਚੀਜ਼ ਜੇ ਵਜਾਈ ਜਾਊਗੀ ਨਾ ਸਪੀਕਰ ਦੇ ਉੱਤੇ, ਤਾਂ ਪੰਜਾਬ ਦੇ ADGP ਲਾ ਐਂਡ ਆਰਡਰ ਵਾਲੇ ਜਿਹੜੇ ਹੈ ਉਹ ਕਹਿੰਦੇ ਕਿ ਗਲਤ ਹੈ ਭਾਈ, ਕਾਰਵਾਈ ਹੋਊਗੀ। ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਹੁਕਮ ਦਾ, ਹਦਾਇਤ ਦਾ ਹਵਾਲਾ ਵੀ ਦਿੱਤਾ ਤੇ ਤਰਕੇ ਦਿੱਤਾ। ਉਹ ਕਹਿੰਦੇ ਜੀ ਵਿਆਹਾਂ 'ਚ ਗੋਲੀਆਂ ਚੱਲਦੀਆਂ, ਕਨਾਤਾਂ ਪਾੜ ਦਿੰਦੇ ਆ, ਕਤਲ ਕਰ ਦਿੰਦੇ ਆ, ਲੜਾਈਆਂ ਹੁੰਦੀਆਂ, ਤੇ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੁੰਦਾ ਕਿ ਭਾਈ ਉੱਥੇ ਗੀਤ ਇੱਦਾਂ ਦੇ ਚੱਲਦੇ ਆ, ਲੋਕ ਉਬਾਲੇ ਲੈਣ ਲੱਗ ਪੈਂਦੇ ਆ, ਗੀਤ ਬੰਦ ਹੋਣੇ ਚਾਹੀਦੇ ਵੱਜਣੇ। ਮੈਂ ਇਹ ਸੋਚਦਾ ਸੀ ਵੀ ਇਹਦੇ ਤੋਂ ਬਾਅਦ ਹੋਣਾ ਕੀ ਇਹ ਪਲਟੀਨਾ ਮੋਟਰਸਾਈਕਲ ਕਾਲੇ ਜਿਹੇ ਰੰਗ ਦਾ, ਟੈਂਕੀ ਤੇ ਇੱਕ ਮੁੰਡਾ ਪਾਇਆ, ਇੱਕ ਕੱਚਾ ਪੀਲਾ ਜਿਹਾ ਸੂਟ ਭੈਣ ਜੀ ਹੋਣਾ ਪਾਇਆ, ਇੱਕ ਜਵਾਕ ਉਹਨਾਂ ਚੁੱਕਿਆ, ਹੋ ਸਕਦਾ ਇੱਕ ਤਾਂ ਬੂੰਦੀ ਵਾਲਾ ਲਿਫਾਫਾ ਵੀ ਜਾਂਦੇ ਜਾਂਦੇ ਫੜਾਤਾ ਹੋਵੇ ਮਾਤਾ ਨੇ, ਲਾਲ ਜੀ ਪੱਗ ਉਹ ਵੀ ਢਿੱਲੀ ਜੀ ਕਰਕੇ, ਪ੍ਰਾਹੁਣਾ ਸਾਹਿਬ ਬੜੇ ਗੁੱਸੇ 'ਚ ਅੱਖਾਂ ਲਾਲ ਤੇ ਆਉਣਾ ਵੀ ਮੈਂ ਚੱਲਿਆ ਪਿੰਡ। ਉਹ ਜਦੋਂ ਮੋਟਰਸਾਈਕਲ ਕਰਕੇ ਉੱਥੋਂ ਨਿਕਲਣਾ ਨਾ, ਅੱਧੇ ਬੰਦੇ ਨੂੰ ਪਤਾ ਲੈਣਾ ਵੀ ਹੋਇਆ ਕੀ, ਕਹਿੰਦਾ ਪ੍ਰਾਹੁਣੇ ਨੇ ਡਿਮਾਂਡ ਕੀਤੀ ਫਲਾਨਾ ਗਾਣਾ ਸੁਣਨਾ, ਇਹਨਾਂ ਲਾਇਆ ਨਹੀਂ,
ਅਗਲਾ ਚੱਲ ਗਿਆ ਰੁੱਸ ਇਸ ਸਾਰੇ ਦ੍ਰਿਸ਼ 'ਚੋਂ ਇੱਕ ਚੀਜ਼ ਗਾਇਬ ਹੈ। ਕਿਉਂਕਿ ਜੇ ਤਾਂ ਜਾਂਦੇ ਪ੍ਰੋਗਰਾਮ ਮੁਕਾਏ ਤੇ ਫੇਰ ਤਾਂ ਬੀਬੀ ਨੇ ਪ੍ਰਬੰਧ ਕੀਤਾ ਹੁੰਦਾ, ਮੁੰਡੇ ਦੀ ਸੱਸ ਨੇ, ਕੁੜੀ ਦੀ ਮਾਂ ਨੇ। ਤੇ ਜਦੋਂ ਅੱਧ ਵਿਚਾਲੇ ਫਿਰ ਪ੍ਰਾਹੁਣਾ ਸਾਹਿਬ ਹੁੰਗਾਰੇ ਜਾਂ ਮਾਰਦੇ ਜਾਣਾ ਚਾਹੁੰਦੇ ਹੁੰਦੇ ਆ, ਉਧਰਲੇ ਪਾਸੇ ਬੀਬੀ ਬੂੰਦੀ ਵਾਲਾ ਲਿਫਾਫਾ ਤਾਂ ਫੜਾ ਗਈ ਹੁੰਦੀ ਆ, ਹੌਲੀ ਜਾਣੀ 100 ਰੁਪਈਆ ਦਾ ਨੋਟ ਵੀ ਘੁੱਟ ਕੇ ਫੜਾ ਗਈ ਹੁੰਦੀ ਆ, ਨਿਆਣੇ ਵੀ ਦੋਨੇ ਉੱਪਰ ਬਹਿ ਜਾਂਦੇ ਆ। ਜਦੋਂ ਤੱਕ ਪ੍ਰਾਹੁਣਾ ਸਾਹਿਬ ਉਸ ਰੇਸ ਦੇ ਗਾਂਹ ਨਿਕਲ ਜਾਂਦੇ, ਜਾਨੂੰ ਬੀਬੀ ਉਹ ਪੁੱਤ ਆ ਵੀ ਲੈ ਜਾਂਦੇ ਘਰ ਜਾ ਕੇ, ਦਾਲ ਕਿੱਥੇ ਬਣਾਉਂਦੇ ਰਹੋਗੇ ਹੁਣ, ਮੈਂ 4 ਕੁ ਫੁਲਕੇ ਤੇ ਦਾਲ ਤੇ ਥੋੜੀ ਜਿਹੀ ਸਬਜ਼ੀ, ਆ ਖੱਟਾ ਸੀ ਥੋੜਾ ਜਿਹਾ, ਲਿਫਾਫਾ ਡਬਲ ਕਰ ਦੇ ਮੇਰਾ ਪੁੱਤ, ਰਾਜ ਜਾਂਦੇ ਉਹ ਬੀਬੀ ਦਾ ਲਿਫਾਫਾ ਖੱਟੇ ਵਾਲਾ ਹੱਥ 'ਚ ਰਹਿ ਜਾਂਦਾ ਹੁੰਦਾ ਕਈ ਵਾਰੀ। ਮਤਲਬ ਇਹ ਹੋ ਸਕਦਾ ਹੈ ਨਾ, ਮਤਲਬ ਇਹ ਅਸੀਂ ਤਾਂ ਬੇਨਤੀ ਕਰਦੇ ਹਾਂ ਵੀ ਇਦਾਂ ਦੀਆਂ ਚੀਜ਼ਾਂ ਨਜ਼ਰ ਆ ਸਕਦੀ, ਕਿਉਂਕਿ ਜਿਹੜਾ ਇਹ ਫੈਸਲਾ ਕੀਤਾ ਇਹਦੀ ਪਹਿਲੀ ਗੱਲ ਤੇ ਅੱਜ ਨਹੀਂ ਬੜੀ ਦੇਰ ਪਹਿਲਾਂ ਤੋਂ ਲੋੜ ਸੀ ਜੀ, ਕਿਉਂਕਿ ਇਹ ਉਹ ਵਾਲਾ ਨੱਕਾ ਜਿਹੜਾ ਬੜਾ ਲਾਉਣ ਦੀ ਲੋੜ ਸੀ। ਕਿਉਂਕਿ ਕਾਰਨ ਹੈ ਵੀ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਕਿਸੇ ਵੀ ਕਲਾਕਾਰ ਭਾਈ ਨੂੰ ਪੁੱਛ ਲਓ ਜਾਂ ਐਂਟਰਟੇਨਮੈਂਟ ਇੰਡਸਟਰੀ ਵਾਲੇ ਨਾਲ ਗੱਲ ਕਰੋ, ਉਹਦੇ ਲੋਕ ਸੁਣਦੇ ਨੇ ਜੀ, ਵਿਆਹਾਂ 'ਚ ਵੱਜਦੇ ਨੇ, ਮਾਰਕੀਟ 'ਚ ਡਿਮਾਂਡ, ਹੁਣ ਜਿਹੜੀ ਚੀਜ਼ ਦੀ ਡਿਮਾਂਡ ਹੋਊਗੀ ਉਹੀ ਅਸੀਂ ਬਣਾਉਣੇ ਆ ਗੀਤ। ਇਹਦਾ ਮਤਲਬ ਇਹ ਹੋਗਾ ਵੀ ਡਿਮਾਂਡ ਹੀ ਜਦੋਂ ਰੋਕ ਦਿੱਤੀ ਜਾਊਗੀ, ਜੇ ਆਪਣੇ ਆਪ ਨਹੀਂ ਰੋਕਦੀ ਤਾਂ ਅਗਲੇ ਕਹਿੰਦੇ ਵੀ ਸਾਨੂੰ ਰੋਕਣੀ ਆਉਂਦੀ ਆ ਜੀ। ਇਹ ਵਧੀਆ ਗੱਲ ਹੈ ਵੀ ਜਦੋਂ ਅਗਲੇ ਨੂੰ ਲੱਗੇ ਵੀ ਯਾਰ ਵਿਆਹ 'ਚ ਉਹ ਗੀਤ ਨਹੀਂ ਵੱਜਣੇ ਭਰਾਵਾ, ਕਿਉਂਕਿ ਕਾਰਨ ਇਹ ਆ ਇਹ ਡਿਮਾਂਡ ਆਈ ਕਿੱਥੋਂ। ਕਿਉਂਕਿ ਜੇ ਆਪਾਂ ਪਹਿਲੀਆਂ ਆਪਣੇ ਉਹ ਸੁਹਾਗ ਸਿੱਠਣੀਆਂ ਜਾਂ ਪੁਰਾਣੇ ਆਪਾਂ ਗੀਤ ਲੋਕ ਗੀਤ ਸੁਣ ਲਈਏ, ਉਹਦੇ ਵਿੱਚ ਤੇ ਕੋਈ ਮਾਤਾ ਨਹੀਂ ਸੀ ਆਂਦੇ ਹੁੰਦੇ ਵੀ ਮੈਂ ਫਿਰ ਹੁਣ ਫੈਰ ਮਾਰੂੰਗੀ, ਮੈਂ ਧੀਏ ਨਹੀਂ ਹੈ ਨਾ, ਸੁਹਾਗ ਗਾਉਂਦਿਆਂ ਫੈਰ ਮਾਰਨਾ, ਇਹ ਕਿੱਥੋਂ ਡਿਮਾਂਡ ਪੈਦਾ ਹੋ ਗਈ ਤੇ ਕਿਵੇਂ ਆਈ, ਇਹ ਬਹੁਤ ਵਧੀਆ ਗੱਲ ਜੇ ਕਰ ਲਿਆ ਇਹਨਾਂ ਨੇ ਤਾਂ। ਸੰਧਾਲੀਆ ਸਾਹਿਬ ਲਾਗੂ ਹੋ ਜਵੇ। ਦੂਸਰੀ ਗੱਲ, ਜਿਹੜੇ ਆਮ ਪਰਿਵਾਰ ਨੇ, ਜਦੋਂ ਅਸੀਂ ਸਾਈ ਦੇਣ ਜਾਂਦੇ ਹਾਂ ਆਰਕੈਸਟਰਾ ਵਾਲਿਆਂ ਨੂੰ, ਡੀਜੇ ਵਾਲਿਆਂ ਨੂੰ, ਤੁਸੀਂ ਪੈਸੇ ਦੇ ਕੇ ਪ੍ਰੋਗਰਾਮ ਲਵਾਉਂਦੇ ਹੋ ਤੇ ਪੈਸੇ ਪਰਿਵਾਰ ਦਾ ਸਿਆਣਾ ਬੰਦਾ ਹੀ ਦਿੰਦਾ ਆਮ ਤੌਰ ਤੇ। ਹੁਣ ਬਾਪੂ ਤੋਂ ਹੀ ਲੈ ਕੇ ਜਾਂਦੇ ਆ, ਆਪ ਨਾਲ ਜਾਓ ਤੇ ਉਹਨਾਂ ਨੂੰ ਕਹੋ ਕਿ ਭਾਈ ਇਦਾਂ ਦਾ ਕੋਈ ਗੀਤ ਵੱਜਣਾ ਨਹੀਂ ਚਾਹੀਦਾ, ਜੇ ਇਦਾਂ ਦਾ ਗੀਤ ਵੱਜਿਆ ਤਾਂ ਫਿਰ ਪਤਾ ਨਹੀਂ ਕੀ ਵੱਜਣਾ। ਵੈਸੇ ਇੱਕ ਗੱਲ ਕਰਦੇ, ਇੱਕ ਕੰਮ ਹੋਰ ਹੋ ਸਕਦਾ, ਅਗਲਾ ਬੰਦਾ ਕਹਿੰਦਾ ਵੀ ਯਾਰ ਮੰਨ ਲਓ ਅਗਲਾ ਨੇ ਆਪਾਂ ਬਹੁਤ ਸਸਤਾ ਰੇਟ ਰੱਖਦੇ ਵੀ 25,000 ਚ ਪ੍ਰੋਗਰਾਮ ਬੁੱਕ ਹੋ ਗਿਆ। ਇੱਕ ਦੁਆਰਾ ਰੇਟ ਤਾਂ ਸਸਤਾ ਸ਼ਬਦ ਦੋਨੇ ਮਾੜਾ ਜਿਹਾ ਨੇੜੇ ਕਰਿਓ ਮੈਨੂੰ। ਠੀਕ, ਮੁੰਡਾ ਰਸਾਉਣਾ ਹੁਣ, ਪ੍ਰਾਹੁਣਾ ਆ ਕੇ ਚੱਲ ਗਿਆ, ਹੁਣ ਮੁੰਡਾ ਵਸਾ ਦਈਏ, ਫਿਰ ਉਹ ਗੱਲਾਂ 20 ਕਰ ਦਈਏ, ਨਵੇੜੀਏ ਕੰਮ। ਥੋੜਾ ਕਰੋ, ਮੈਂ ਉਹੀ ਕਹਿੰਦਾ ਵੀ ਸਹਿੰਦਾ ਜਾਂ ਕਰੋ। ਅੱਗੇ ਸ਼੍ਰੀਲੰਕਾ ਚ 150 ਕਰ ਦਈਏ, 20 ਕਰ ਦਿਓ। ਲਓ ਜੀ 20 ਚ ਪ੍ਰੋਗਰਾਮ ਬੁੱਕ ਹੋ ਗਿਆ। ਅਗਲੇ ਆਖਿਆ ਵੀ ਉੱਤੋਂ ਹੋ ਜਾਣੇ ਆ ਜੀ 5 7 10 ਜੋ ਵੀ। ਅਗਲੇ ਕਿਹਾ ਵੀ ਉੱਤੋਂ ਵੀਰ ਹੋਣ ਨਾ ਹੋਣ ਜੀ। ਅਗਲਾ ਬੰਦਾ ਤੈਨੂੰ ਆਖੇ ਵੀ ਮੈਂ 500 ਦਊਂਗਾ, ਤੂੰ ਫਲਾਨਾ ਗਾਣਾ ਲਾ, ਵੀ ਜੇ ਤੂੰ ਵੀਰ ਲਾਤਾ ਤੇ ਤੈਨੂੰ 500 ਹੀ ਮਿਲਣਾ, ਸਾਡੇ 20 ਦੀ ਆਸ ਨਾ ਰੱਖੀ, ਤੈਨੂੰ ਹੁਣੇ ਦੱਸ ਦਿੰਦੇ ਤੂੰ ਉਹਦੇ 500 ਦੇ ਨੱਚੀ, ਤੂੰ 500 ਦੇ ਨੱਚੀ, ਕਿਉਂਕਿ ਪੈਸੇ ਤੈਨੂੰ ਅਸੀਂ ਦੇਣੇ ਆ, ਗਾਣੇ ਤੂੰ ਉਹ ਲਾਉਣੇ ਆ। ਠੀਕ ਆ, ਵਿਆਹ ਦੇ ਮੌਕੇ ਤੇ ਅਗਲਾ ਕਹਿੰਦਾ ਵੀ ਐਂਟਰਟੇਨਮੈਂਟ ਚਾਹੀਦਾ, ਕਰੋ, ਆਪਾਂ ਨਹੀਂ ਵੀ ਉਹਨਾਂ ਦਾ ਵਿਚਾਰਿਆਂ ਦਾ ਰੋਜ਼ਗਾਰ ਬੰਦ ਹੋਣਾ ਚਾਹੀਦਾ। ਕਿੰਨੇ ਨੌਜਵਾਨ ਮੁੰਡੇ ਕੁੜੀਆਂ ਨੂੰ ਰੋਜ਼ਗਾਰ ਮਿਲਿਆ। ਹਾਂ, ਉਹਨਾਂ ਨੂੰ ਇੰਨਾ ਕਿਤੇ ਕਿਹਾ ਜਾ ਸਕਦਾ ਵੀ ਪ੍ਰਾਹੁਣਾ ਸਾਡਾ ਇਦਾਂ ਦਾ ਹੀ ਹੈ ਜੀ, ਉਹ ਰੋਸ ਕੇ ਜਾਂਦਾ, ਜਾਣਦੇ ਕੋਈ ਗੱਲ ਨਹੀਂ, ਅਸੀਂ ਬਾਅਦ ਜਾ ਕੇ ਪਤਾ ਲੈ ਆਂਗੇ ਵੀ ਹਾਂ ਕੀ ਰੌਲਾ। ਤੁਸੀਂ ਉਹਦੇ ਆਖੇ ਲਾ ਕੇ ਆਹ ਕੰਮ ਨਹੀਂ ਕਰਨਾ। ਨਹੀਂ, ਮੈਨੂੰ ਇਦਾਂ ਵੀ ਲੱਗਦਾ ਜਿਹੜੇ ਸਾਡੇ ਡੀਜੇ ਤੇ ਆਰਕੈਸਟਰਾ ਵਾਲੇ ਨੇ ਨਾ, ਉਹਨਾਂ ਲਈ ਔਖਾ ਹੈ। ਉਹ ਕਹਿੰਦੇ ਜੀ ਕੀ ਕਰੀਏ, ਉੱਥੇ ਹੁਣ ਅਸੀਂ 10 ਜਣੇ ਹੁੰਦੇ ਆ, ਤੁਹਾਡੇ ਉੱਥੇ 150 ਬਰਾਤੀ ਹੁੰਦਾ, 250 ਮੇਲ ਵਾਲਾ ਹੁੰਦਾ। ਜੇ ਬਰਾਤੀਆਂ 'ਚ ਕੋਈ ਹੁਣ 15 ਬੰਦਿਆਂ 150 ਨੂੰ ਕੁੱਟ ਥੋੜੀ ਖਾਣੀ ਹੈ ਪ੍ਰਾਹੁਣੇ ਦੇ ਨਾਲ। ਜਾਣੀ ਜਿਹੜਾ ਮੇਰੇ ਵਰਗਾ ਬੰਦਾ ਕਦੇ ਨਹੀਂ ਕਿਸੇ ਨੂੰ ਕੁਝ ਕਹਿੰਦਾ ਹੁੰਦਾ, ਪ੍ਰਾਹੁਣੇ ਦੀ ਗੱਲ ਮੰਨੋ ਨਹੀਂ। ਹੁਣ ਗੀਤ ਉਹ ਲੈਣਾ ਚਾਹੀਦਾ ਪ੍ਰਾਹੁਣੇ ਵਾਲਾ, ਹੈ ਨਾ, ਜਾਣੀ ਵੀ ਉਦੋਂ ਕਹਿਣਾ ਚਾਹੁੰਦਾ ਨਹੀਂ ਹੁੰਦਾ, ਆਵਾਜ਼ ਫਿਰ ਰੁਕਦੀ ਹੁੰਦੀ ਹੈ। ਸੰਧਾਲੀਆ ਸਾਹਿਬ ਪਰਿਵਾਰ ਵਾਲਿਆਂ ਨੂੰ ਕਹਿ ਦੇਣ ਕਿ ਭਾਜੀ ਗੀਤ ਜੇ ਤਾਂ ਉਦਾਂ ਦੇ ਲਵਾਉਣੇ ਆ ਤੇ ਇੱਥੇ ਲਿਖ ਕੇ ਦੇ ਜੋ, ਭਾਈ ਕਸੂਰ ਸਾਡਾ ਹੀ ਸਾਰਾ ਕੁਝ, ਤੇ ਤੁਸੀਂ ਆਪਦੇ ਪ੍ਰਾਹੁਣੇ ਨੂੰ ਆਪ ਸਾਂਭਣਾ। ਮੈਨੂੰ ਇਹ ਵੀ ਲੱਗਦਾ ਕਿ ਪੰਜਾਬ ਦੇ ਲੋਕ, ਜੇ ਹੁਣ ਤੁਸੀਂ ਤਬਦੀਲੀ ਤੇ ਆ ਹੀ ਗਏ ਹੋ, ਕਾਰਡ ਦੇ ਉੱਤੇ ਲਿਖ ਲਓ ਕਿ ਭਾਈ ਇੱਥੋਂ ਗਾਉਣ ਵਜਾਉਣ ਜ਼ਰੂਰ ਹੋਊਗਾ, ਪਰ ਹਥਿਆਰਾਂ ਦੇ ਤੇ ਸ਼ਰਾਬ ਵਾਲੇ ਗੀਤ ਉੱਥੇ ਨਹੀਂ ਵੱਜਣਗੇ। ਇਸ ਕਰਕੇ ਕਿਰਪਾ ਕਰਕੇ ਜਿਹੜੇ ਬੰਦੇ ਉੱਥੇ ਪ੍ਰੋਗਰਾਮ ਲਾਉਣਾ ਹੈ ਉਹਨਾਂ ਨੂੰ ਤੰਗ ਨਾ ਕੀਤਾ ਜਾਵੇ। ਇੱਕ ਕੰਮ ਹੋਰ ਵੀ ਕੀਤਾ ਜਾ ਸਕਦਾ, ਉਹ ਇਹ ਆ ਕਿ ਵੀ ਆਪਣੇ ਆਪ ਹੀ ਜੇ ਸੈਲਫ ਕੰਟਰੋਲ ਕਰ ਲਿਆ ਜਾਵੇ ਤੇ ਉਹ ਕੰਮ ਕਰ ਸਕਦੇ ਆਪਣੇ ਸਿੰਗਰ ਸਾਹਿਬਾਨ, ਕਿਉਂਕਿ ਮਾਰਕੀਟ ਹੀ ਚੇਂਜ ਕਰਨੀ ਆ। ਹੁਣ ਪਿਛਲੇ ਦਿਨ ਇਹ ਸਾਲ ਸਵਾ ਸਾਲ ਮੰਨ ਲਓ ਖੇਤੀ ਅੰਦੋਲਨ ਚੱਲਦਾ ਸੀ, ਉਦੋਂ ਭੁੱਲ ਗਿਆ ਸੀ ਸਾਰਾ ਕੁਝ। ਉਦੋਂ ਕੋਈ ਇਹੋ ਜਿਹਾ ਗਾਣਾ ਨਹੀਂ ਚੱਲਦਾ ਸੀ, ਉਦੋਂ ਆਪਾਂ ਇੱਕ ਵੱਖਰੇ ਰੰਗ ਦੇ ਗੀਤ ਗਾਉਂਦੇ ਸੀ, ਉਹ ਕਿਹੜਾ ਚੱਲੇ ਨਹੀਂ ਜੀ। ਗੱਲ ਤੇ ਆ ਵੀ ਜੇ ਆਪਾਂ ਉਹ ਲੋਕਾਂ ਨੂੰ ਉਹ ਚੀਜ਼ ਦਈਏ ਜਿਹੜੀ ਚੰਗੀ ਹੋਵੇ, ਸੱਭਿਆਚਾਰਕ ਹੋਵੇ, ਲੋਕਾਂ ਨੂੰ ਵੀ ਲੱਗਦਾ ਵੀ ਯਾਰ ਇਹ ਵਧੀਆ ਐਂਟਰਟੇਨਮੈਂਟ ਹੈ। ਹੋ ਸਕਦਾ ਵੀ ਜੇ ਇਹ ਸਾਰਾ ਕੁਝ ਵਿਗੜਦਿਆਂ ਚੰਦ ਸਾਲ ਲੱਗੇ ਨੇ ਜੀ, ਸੁਧਰਦਿਆਂ ਵੀ ਟਾਈਮ ਲੱਗ ਜਾਵੇ, ਪਰ ਸੁਧਰੂਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਬਾਕੀ ਸੰਧਾਲੀਆ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ MLA ਨੇ, ਕਾਦੀਆਂ ਤੋਂ ਨੇ ਉਹਨਾਂ ਨੇ, ਤੇ ਇਧਰਲੇ ਪਾਸੇ ਜਲੰਧਰ ਕੈਂਟ ਤੋਂ MLA ਨੇ ਪ੍ਰਗਟ ਸਿੰਘ, ਦੋਨਾਂ ਨੇ ਨਿਸ਼ਾਨਾ ਸਾਧਿਆ ਵੱਖਰਾ ਵੱਖਰਾ। ਦੋਨੋਂ ਕਾਂਗਰਸੀ MLA ਆ, ਪੁਰਾਣੇ ਬੰਦੇ ਨੇ। ਉਹ ਕਹਿੰਦੇ ਜੀ ਕਮਾਲ ਹੋ ਗਈ ਹੈ, ਬਦਲਾਅ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਬਦਲਾਅ ਕਰਨਾ ਹੀ, ਕਹਿੰਦੇ ਬਦਲਾਅ ਬਦਲੂ ਤਾਂ ਨਹੀਂ ਕਰਦੇ, ਬਦਲੀ ਕਰਦੇ ਆ। ਫਿਰ ਮੂਹਰੇ ਲੋਕਾਂ ਨੇ ਪੁੱਛਿਆ ਜੀ ਕਿਵੇਂ, ਸਮਝ ਨਹੀਂ ਆਈ ਗੱਲ, ਜਰਾ ਖੋਲ ਕੇ ਗੱਲ ਸਮਝ, ਬ੍ਰੈਕਟਾਂ ਖੋਲੋ ਪਹਿਲਾਂ ਇਹਦੀਆਂ।
ਉਹ ਕਹਿੰਦੇ ਜੀ ਹੁਸ਼ਿਆਰਪੁਰ ਤੋਂ ਐਸਐਸਪੀ ਸਾਹਿਬ ਸੀ, ਉਹਨਾਂ ਨੇ ਪਿਛਲੇ ਦਿਨੀ ਬੜੀ ਵਧੀਆ ਕਾਰਵਾਈ ਕੀਤੀ, 1.5 ਕਰੋੜ ਰੁਪਈਆ ਮਾਈਨਿੰਗ ਮਾਫੀਆ ਵਾਲਿਆਂ ਕੋਲੋਂ ਬਰਾਮਦ ਕੀਤਾ, ਬੰਦੇ ਚੱਕ ਕੇ ਅੰਦਰ ਦੇ ਦਿੱਤੇ। ਤੇ ਮਾਈਨਿੰਗ ਮਾਫੀਆ ਨੂੰ ਨੱਥ ਪਾਉਣ ਦੀ ਗੱਲ ਆਮ ਆਦਮੀ ਪਾਰਟੀ ਕਰਦੀ ਸੀ। ਉਹ ਕਹਿੰਦੇ ਬਹੁਤ ਵਧੀਆ ਇਨਾਮ ਹੀ ਇੰਨਾ ਵਧੀਆ ਮਿਲਿਆ ਨਾ, ਉਹ ਬੰਦੇ ਨੇ ਕਹਿੰਦੇ ਬਦਲਾ ਲਿਆਂਦਾ, ਇਹਨਾਂ ਨੇ ਚੱਕ ਕੇ ਬਦਲੀ ਕਰਤੀ। ਕਹਿੰਦੇ ਹੁਣ ਜਵਾਬ ਦਿਓ ਕਿ ਇਮਾਨਦਾਰ ਬੰਦਾ ਜਿਹਨੇ ਮਾਈਨਿੰਗ ਮਾਫੀਆ ਨੂੰ ਨਕੇਲ ਪਾਈ ਆ, ਤੁਸੀਂ ਇਦਾਂ ਕਿਉਂ ਕੀਤਾ? ਇਹਦਾ ਤੇ ਮੇਰੇ ਖਿਆਲ ਨਾਲ ਹੁਸ਼ਿਆਰਪੁਰ ਜ਼ਿਲ੍ਹਾ ਉੱਥੋਂ ਦੇ ਜਿਹੜੇ ਲੀਡਰ ਸਾਹਿਬਾਨ ਨੇ, ਐਮਐਲਏ ਸਾਹਿਬਾਨ ਨੇ ਚੁਣੇ ਹੋਏ, ਉਹਨਾਂ ਨੂੰ ਜ਼ਰੂਰ ਜਵਾਬ ਦੇਣਾ ਚਾਹੀਦਾ। ਐਂਡ ਵੱਡੀ ਗੱਲ ਕਿਤੇ ਨਾ ਕਿਤੇ ਲੀਡਰ ਸਾਹਿਬਾਨ ਜਿਹੜੇ ਇਸ ਵਕਤ ਰਾਜ ਕਰਦੀ ਪਾਰਟੀ ਦੇ ਨੇ, ਉੱਪਰ ਬੈਠੇ ਹੋਏ, ਉਹਨਾਂ ਨੂੰ ਮੇਰੇ ਖਿਆਲ ਨਾਲ ਬੜੀ ਬਰੀਕ ਨਜ਼ਰ ਨਾਲ ਦੇਖਣਾ ਪੈਣਾ। ਇਹ ਮੇਰੇ ਖਿਆਲ ਨਾਲ ਉਹ ਟਾਈਮ ਹੈ ਜਦੋਂ ਹੋ ਸਕਦਾ ਕਿਸੇ ਵੇਲੇ ਐਨਕ ਪਹਿਲੀ ਨਾ ਕੰਮ ਕਰਦੀ ਹੋ ਤਾਂ ਡਾਕਟਰ ਕੋਲੋਂ ਚੈੱਕ ਕਰਾ ਕੇ, ਕਿਸੇ ਵੇਲੇ ਹੁੰਦਾ ਵੀ ਦੋਵੇਂ ਸ਼ੀਸ਼ੇ ਪਾ ਦਿੰਦੇ, ਦੂਰ ਦੀ ਨੇੜੇ ਦੀ ਇਕੱਠੀ ਬਣਾ ਦਿੰਦੇ ਆ, ਉਹ ਦੂਰ ਦੀ ਨੇੜੇ ਵਾਲੀ ਇਕੱਠੀ ਐਨਕ ਬਣਾ ਕੇ ਮੇਰੇ ਖਿਆਲ ਨਾਲ ਫਿਰ ਦੇਖਣ ਦੀ ਲੋੜ ਪੈਣੀ ਹੈ। ਕਿਉਂਕਿ ਆਪਾਂ ਜਦੋਂ ਪਹਿਲੇ ਹਿਸਾਬ ਨਾਲ ਗੱਲ ਕਰਦੇ ਸੀ, ਅਗਲਾ ਕਹਿੰਦਾ ਉਹ ਯਾਰ ਆਉਂਦੀ ਹੁੰਦੀ ਸਰਕਾਰ, ਥੋੜ੍ਹਾ ਕਰਦੀ ਹੁੰਦੀ, ਕੋਈ ਨਹੀਂ 4 ਦਿਨ ਰੁਕੋ ਫਿਰ ਕਰ ਲਵਾਂਗੇ ਆਪਾਂ। ਜੇ ਤੇ 4 ਦਿਨ ਰੁਕੋ ਫਿਰ ਆਪਾਂ ਕਰ ਲਵਾਂਗੇ ਦੇ ਉੱਪਰ ਆਉਣਾ, ਫਿਰ ਬਹੁਤ ਵਧੀਆ ਚੱਲਣ ਡਿਆ, ਫਿਰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਹਾਂ, ਜੇ ਆਪਾਂ ਵਾਕਈ ਚਾਹੁੰਦੇ ਵੀ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਜਾਣ, ਤੇ ਫਿਰ ਇਹ ਜ਼ਰੂਰ ਖਿਆਲ ਰੱਖਿਆ ਜਾਵੇ ਵੀ ਯਾਰ ਜਿਹੜਾ ਵੀ ਫੈਸਲਾ ਡਿਸੀਜਨ ਲਿਆ ਜਾਵੇ ਉਹ ਲੋਕਾਂ ਦੇ ਲਈ ਲੋਕ ਪੱਖੀ ਨਜ਼ਰ ਆਵੇ। ਜੀ ਮੈਂ ਵੈਸੇ ਨਾ ਤੁਹਾਡਾ ਹੋਰ ਜਵਾਬ ਉਡੀਕਦਾ ਸੀ। ਕਿਹੜਾ? ਮੈਂ ਕਿਹਾ ਤੁਸੀਂ ਕਹਿਣਾ ਹੈਗਾ ਸਾਡੇ ਕੋਲ ਜਵਾਬ, ਕਿਹੜਾ? ਰੂਟੀਨ ਬਦਲੀਆਂ ਨੇ। ਨਹੀਂ, ਮੈਂ ਤਾਂ ਅੱਗੇ ਹੀ ਕਿਹਾ ਵੀ ਜੇ ਤਾਂ ਉਹ ਵਾਲਾ ਜਵਾਬ ਹੈ ਤਾਂ ਫਿਰ ਤਾਂ ਜਵਾਬ ਹੀ ਆ ਸਾਡੇ ਕੋਲ। ਨਹੀਂ, ਜਵਾਬ ਹੀ ਆ। ਬਾਕੀ ਸੰਧਾਲੀਆ ਸਾਹਿਬ, ਕਿਸਾਨ ਅੰਦੋਲਨ ਚੱਲਿਆ ਸੀ ਤੇ ਜਦੋਂ ਮੁੱਕਿਆ, ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਸਾਹਿਬ ਨੇ ਕਿਹਾ ਸੀ ਕਿ ਭਾਈ ਵਾਪਸ ਲੈਂਦੇ ਆ ਤਿੰਨੇ ਕਾਨੂੰਨ ਨਾ, ਬੜਾ ਕੁਝ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਦਿਨ ਸੀ। ਉਸ ਤੋਂ ਬਾਅਦ ਕਿਸਾਨ ਚਲੋ ਆਪੋ ਆਪਣੇ ਘਰਾਂ ਨੂੰ ਆਏ, ਸਹਿਮਤੀ ਬਣੀ ਸੀ ਕਿ MSP ਜਾਣੀ ਕਿ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਫਸਲਾਂ ਦਾ, ਉਹਦੇ ਤੇ ਕਮੇਟੀ ਬਣਾ ਦੇਵਾਂਗੇ, ਕਿਸਾਨਾਂ ਦੇ ਨੁਮਾਇੰਦੇ ਵਿੱਚ ਲਵਾਂਗੇ। ਹੁਣ ਚਰਚਾ ਚੱਲੀ ਸੀ, ਪਿਛਲੇ ਦਿਨ ਹੀ ਕਿਸਾਨ ਮੋਰਚੇ ਵਾਲੇ ਨੇ ਕਿਹਾ ਸੀ ਕਿ ਨਹੀਂ ਭਾਈ, ਹਿੱਲੇ ਨਹੀਂ ਮੁੜ ਕੇ ਅਸੀਂ ਅੰਦੋਲਨ ਦੁਬਾਰਾ ਸ਼ੁਰੂ ਕਰ ਸਕਦੇ ਹਾਂ। ਭਾਰਤ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਸਾਹਿਬ ਦਾ ਬਿਆਨ ਆਇਆ, ਉਹ ਕਹਿੰਦੇ ਜੀ ਅਸੀਂ 2 ਮੈਂਬਰ ਮੰਗੇ ਉਹਨਾਂ ਤੋਂ ਕਿ MSP ਦੀ ਕਮੇਟੀ ਬਣਾ ਦੇਣੇ ਆ, ਕਿਸਾਨ ਜਥੇਬੰਦੀਆਂ ਆਪਦੇ 2 ਬੰਦੇ ਦੇ ਦੇਣ। ਉਹਨਾਂ ਨੇ ਕਹਿੰਦੇ ਮੈਂਬਰ ਹੀ ਨਹੀਂ ਦਿੱਤੇ, ਹੁਣ ਅਸੀਂ ਦੱਸੋ ਕੀ ਕਰੀਏ? ਸਰਕਾਰ ਚਾਹੁੰਦੀ ਹੈ, ਕਿਸਾਨ ਜਥੇਬੰਦੀਆਂ ਨੇ ਆਪਣੇ 2 ਮੈਂਬਰ ਨਹੀਂ ਦਿੱਤੇ, ਰੌਲਾ ਪਏਗਾ ਕਿਸਾਨ ਕਿਉਂ ਨਹੀਂ ਮੈਂਬਰ ਦਿੰਦੇ? ਹੁਣ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਗਮੋਹਨ ਸਿੰਘ ਹੋਰੀ ਡਕੌਂਦਾ ਜਥੇਬੰਦੀ ਦੇ ਪ੍ਰਧਾਨ ਨੇ, ਉਹ ਕਹਿੰਦੇ ਜੀ ਗੱਲ ਇੱਦਾਂ, ਸਾਨੂੰ ਸੁਨੇਹਾ ਬਣਿਆ ਸੀ ਲਿਖਤੀ ਕਿ ਮਿਨੀਮਮ ਸਪੋਰਟ ਪ੍ਰਾਈਸ ਤੈਅ ਕਰਨ ਦੇ ਲਈ ਹੋਏ ਸਮਝੌਤੇ ਦੇ ਮੁਤਾਬਕ ਕਮੇਟੀ ਬਣਾਉਣੀ ਹੈ, ਕਿਸਾਨ ਜਥੇਬੰਦੀਆਂ ਆਪਣੇ 2 ਮੈਂਬਰ ਦੇ ਦੇਣ। ਉਹ ਕਹਿੰਦੇ ਅਸੀਂ ਮੈਂਬਰ ਦੇਣ ਨੂੰ ਤਿਆਰ ਹਾਂ, ਪਰ ਅਸੀਂ ਵੀ ਕਹਿੰਦੇ ਬਰਾਬਰ ਫਿਰ ਉਹ ਚਿੱਠੀ ਪਾਈ ਸੀ ਕਿ ਤੁਸੀਂ ਦੱਸੋ ਅਸੀਂ 2 ਮੈਂਬਰ ਦੇ ਦੇਣੇ ਕਿ ਕਮੇਟੀ ਦਾ ਚੀਫ ਕੌਣ ਹੋਊਗਾ, ਮੁਖੀ, ਕਮੇਟੀ ਦੀਆਂ ਸ਼ਰਤਾਂ ਕੀ ਹੋਣਗੀਆਂ, ਨਿਯਮ ਕੀ ਹੋਣਗੇ, ਕਿੰਨੀ ਦੇਰ ਕਮੇਟੀ ਨੇ ਕੰਮ ਕਰਨਾ, ਕਿਹੜੇ-ਕਿਹੜੇ ਮੁੱਦੇ ਤੇ ਕੰਮ ਕਰਨਾ, ਰਿਪੋਰਟ ਉਹਦੀ ਕਦੋਂ ਆਉਣੀ ਆ, ਸਮਾਂ ਵੱਧ ਚਾਹੀਦਾ। ਤੇ ਕਹਿੰਦੇ ਅਸੀਂ ਸਭ ਤੋਂ ਵੱਡੀ ਗੱਲ ਉਹਨਾਂ ਨੂੰ ਇਹ ਪੁੱਛੀ ਸੀ ਨਾਲ ਕਿ ਤੁਸੀਂ ਇਹ ਦੱਸੋ ਕਿ ਰਿਪੋਰਟ ਮੰਨ ਲਓ ਬਣ ਗਈ, ਤੁਸੀਂ ਸਾਨੂੰ ਜਵਾਬ ਦੇ ਦਿੱਤੇ, ਅਸੀਂ ਮੈਂਬਰ ਦੇ ਦਿੱਤੇ, ਸਲਾਹ ਬਰਾ ਕਰਕੇ ਕਮੇਟੀ ਨੇ ਰਿਪੋਰਟ ਬਣਾਤੀ ਕਿ MSP ਦਾ ਕਾਨੂੰਨ ਇਦਾਂ ਦਾ ਹੋਵੇ ਤੇ ਇਦਾਂ ਲਾਗੂ ਹੋਵੇ। ਉਹ ਕਹਿੰਦੇ ਅਸੀਂ ਤਰੀਕ ਚਾਹੁੰਦੇ ਹਾਂ ਕਿ ਸਾਨੂੰ ਦੱਸੋ ਕਿ ਕਮੇਟੀ ਦੀ ਰਿਪੋਰਟ ਲਾਗੂ ਕਦੋਂ ਹੋਣੀ ਆ, ਇਹ ਨਾ ਹੋਵੇ ਕਮੇਟੀ ਬਣ ਜਾਵੇ, ਰਿਪੋਰਟ ਆ ਜਾਵੇ, ਤੁਸੀਂ ਬਹੁਤ ਸਾਰੀਆਂ ਪਹਿਲੀਆਂ ਕਮੇਟੀਆਂ ਦੀਆਂ ਰਿਪੋਰਟਾਂ ਮੰਗ ਉਹ ਅਲਮਾਰੀ 'ਚ ਰੱਖ ਲਓ, ਮੁੜ ਕੇ ਲਾਗੂ ਹੀ ਨਾ ਹੋਵੇ। ਇਹ ਇੱਕ ਐਸਾ ਰੌਲਾ ਜਿਹੜਾ ਮੇਰੇ ਖਿਆਲ ਨਾਲ ਇੰਨੀ ਛੇਤੀ ਨਿਬੜਨ ਵਾਲਾ ਮੈਨੂੰ ਲੱਗਦਾ ਨਹੀਂ ਜੀ, ਕਿਉਂਕਿ ਜੇ ਨਿਬੜਨ ਵਾਲਾ ਹੁੰਦਾ ਨਾ ਤੇ ਮੇਰੇ ਖਿਆਲ ਨਾਲ ਜਦੋਂ ਕੇਂਦਰ ਸਰਕਾਰ ਨੇ ਉਹ ਕਾਨੂੰਨ ਵਾਪਸ ਲਏ ਸੀ ਉਦੋਂ ਹੀ ਉਹਨਾਂ ਨੇ ਫਟਾਫਟ ਝਟਪਟ ਕਰ ਦੇਣਾ ਸੀ ਯਾਰ ਵੀ ਕਮੇਟੀ ਕਾਹਦੀ ਆ, ਕਿਉਂਕਿ ਬੜੀ ਦੇਰ ਤੋਂ ਸਵਾਮੀਨਾਥਨ ਰਿਪੋਰਟ ਦੀ ਆਪਾਂ ਚਾਹੇ ਗੱਲ ਕਰ ਲਈਏ, ਚਾਹੇ ਆਪਾਂ ਭਾਰਤ ਸਰਕਾਰ ਦੇ ਜਾਂ ਈਵਨ BJP ਦੀ ਉਹ ਗੱਲ ਕਰ ਲਈ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ। ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਇਹ ਲੱਗਦਾ ਸੀ ਵੀ ਯਾਰ MSP ਕੋਈ ਸ਼ਬਦ ਨਵਾਂ ਨਹੀਂ, ਮਿਨੀਮਮ ਸਪੋਰਟ ਪ੍ਰਾਈਸ ਦੇਣੀ ਆ। 22-23 ਫਸਲਾਂ ਨੇ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਹਿੱਸਿਆਂ ਦੇ ਵਿੱਚ ਵੱਖ-ਵੱਖ ਫਸਲ ਪ੍ਰਮੁੱਖਤਾ ਨਾਲ ਬੀਜੀ ਜਾਂਦੀ ਆ, ਉਹਦਾ ਅਸੀਂ ਇੱਕ ਰੇਟ ਤੈਅ ਕਰ ਦਿੰਦਾ ਵੀ ਘੱਟੋ ਘੱਟ ਕੀਮਤ ਇਸ ਫਸਲ ਦੀ ਆ ਤੇ ਕੋਈ ਗੱਲ ਨਹੀਂ, ਚੱਕ ਲਓ, ਕੀ ਫਰਕ ਪੈਂਦਾ। ਲੌਜਿਕ ਦੇ ਨਾਲ ਇਹ ਦਿੰਦੇ ਸੀ ਵੀ ਯਾਰ ਠੀਕ ਹੈ, ਜੇ ਸਰਕਾਰ ਨੇ ਖਰੀਦਣੀ ਖਰੀਦੇ, ਜੇ ਸਰਕਾਰ ਨੂੰ ਲੱਗਦਾ ਵੀ ਅਸੀਂ ਸਾਡਾ ਇੰਨਾ ਕੁ ਕੋਟਾ ਵਪਾਰੀ ਖਰੀਦੂਗਾ। ਤੇ ਜਦੋਂ ਮਿਨੀਮਮ ਸਪੋਰਟ ਪ੍ਰਾਈਸ ਤੈਅ ਕੀਤੀ ਜਾਂਦੀ ਉਹ ਇਸੇ ਹਿਸਾਬ ਨਾਲ ਤੈਅ ਕੀਤੀ ਜਾਂਦੀ ਹੈ ਨਾ ਵੀ ਇਸ ਵਕਤ ਬਾਜ਼ਾਰ ਦੇ ਵਿੱਚ ਉਹਦਾ ਫਾਈਨਲ ਪ੍ਰੋਡਕਟ, ਮੰਨ ਲਓ ਇੱਕ ਦਾਲ ਆ ਤੇ ਅਸਲ ਦਾਲ ਖਾਣ ਵਾਲੀ, ਮੰਨ ਲਓ ਜੇ ਝੋਨਾ ਆ ਤੇ ਚੌਲ ਖਾਣ ਵਾਲੇ, ਜੇ ਕਣਕ ਆ ਤੇ ਗਾਂ ਆਟਾ ਖਾਣ ਵਾਲਾ, ਮਤਲਬ ਜਿਹੜੀਆਂ ਚੀਜ਼ਾਂ ਇੱਕ ਫਾਈਨਲ ਪ੍ਰੋਡਕਟ, ਜਾਂ ਜੇ ਕੋਈ ਤੇਲ ਬੀਜ ਨੇ ਤੇ ਉਹਨਾਂ ਦਾ ਗਾਂ ਤੇਲ ਵੀ ਉਹ ਕਿਸ ਭਾਅ 'ਤੇ ਆ, ਉਹਦੇ ਤੋਂ ਲੈ ਕੇ ਉਹਦੀ ਪ੍ਰੋਸੈਸਿੰਗ ਤੋਂ ਲੈ ਕੇ ਸਾਰੇ ਕੁਝ ਜਿੰਨੇ ਵੀ ਲੋਕ ਨੇ ਵਿੱਚ ਜਿਨ੍ਹਾਂ ਦਾ ਵੀ ਜੋ ਬਣਦਾ ਹੱਕ ਆ ਉਹ ਮਿਲੇ, ਉਹਦੇ ਹਿਸਾਬ ਨਾਲ ਤੈਅ ਕੀਤੀ ਜਾਂਦੀ ਸੀ। ਜੇ ਤਾਂ ਇਹ ਸਾਰਾ ਕੁਝ ਇੰਨਾ ਹੀ ਸਿੰਪਲ ਸਿੱਧਾ ਹੁੰਦਾ ਤੇ ਆਹ ਕਮੇਟੀ ਤੇ ਆਣ ਕੇ ਅੜਚਣ ਪੈਣ ਦੀ ਮੈਨੂੰ ਲੱਗਦਾ ਸੀ ਵੀ ਗੱਲ ਬਣਨੀ ਨਹੀਂ ਸੀ ਜੀ। ਇਹ ਬਾਣੀ ਇਸੇ ਕਰਕੇ ਹੀ ਹੋ ਸਕਦਾ ਵੀ ਜਿੱਦਾਂ ਕੰਗ ਸਾਹਿਬ ਕਹਿੰਦੇ ਉਹਨਾਂ ਦਾ ਸ਼ੱਕ ਕਿਤੇ ਨਾ ਕਿਤੇ ਸਹੀ ਹੋਵੇ, ਕਿਉਂਕਿ ਜੇ ਕਿਤੇ ਨਾ ਕਿਤੇ ਇਹ ਗੱਲ ਦੇ ਵਿੱਚ ਇਹੋ ਜਿਹਾ ਕੋਈ ਲੌਜਿਕ ਨਾ ਹੁੰਦਾ ਵੀ ਹਾਂ ਵੀ ਕੋਈ ਗੱਲ ਨਹੀਂ ਯਾਰ, ਫਿਰ ਜੇ ਆਪਾਂ ਇੰਨਾ ਕੁਝ ਪਹਿਲਾਂ ਮੰਨੇ ਤੇ ਇਹ ਵੀ ਮੰਨ ਜਾਓ ਕੀ ਫਰਕ ਪੈਂਦਾ, ਫਿਰ ਹੁਣ ਤੱਕ ਹੋ ਸਕਦਾ ਵੀ ਕਮੇਟੀ ਵੀ ਬਣ ਗਈ ਹੁੰਦੀ, ਉਹਦੀਆਂ 1-2 ਬੈਠਕਾਂ ਵੀ ਹੋ ਗਈਆਂ ਹੁੰਦੀਆਂ। ਤੇ ਆਹ ਜਦੋਂ ਆਪਾਂ ਇਸ ਟਾਈਮ ਦੇ ਉੱਪਰ ਕਣਕ ਦੀ ਗੱਲ ਕਰਦੇ ਹਾਂ ਵੀ 2015 ਰੇਟ ਹੈ ਤੇ ਉਹ ਕਹਿੰਦੇ ਜੀ ਮਾਰਕੀਟ 23-24 ਨੂੰ ਚੱਲੀ ਜਾਂਦਾ ਕੰਮ,
ਉਹ ਸ਼ਾਇਦ ਹੁਣ ਉਹ ਗੱਲ ਚੱਲਦੀ ਵੀ ਯਾਰ MSP ਤਾਂ ਰਹਿ ਗਈ, ਤੁਸੀਂ ਦੇਖੋ ਬਾਜ਼ਾਰ ਦੇ ਹਿਸਾਬ ਨਾਲ ਕੀ ਕੰਮ ਚੱਲੀ ਜਾਂਦਾ। ਹੁਣ ਤਾਂ ਕੰਮ ਤਾਂ ਚਲੇ ਗਏ। ਅਸੀਂ ਤਾਂ ਤੁਹਾਨੂੰ ਪਹਿਲਾਂ ਕਹਿੰਦੇ ਸੀ ਵੀ ਬਾਜ਼ਾਰ ਕੇ ਹਿਸਾਬ ਸੇ ਕਿਸਾਨ ਵੇਚੇ, ਮਤਲਬ ਉਹ ਗੱਲ ਜੇ ਪਹਿਲਾਂ ਤੋਂ ਤੁਰੀ ਹੁੰਦੀ ਤੇ ਸ਼ਾਇਦ ਅੱਜ ਉਹਦਾ ਰਿਜ਼ਲਟ ਦੇਖਣ ਨੂੰ ਮਿਲਦਾ। ਪਰ ਮਾੜੀ ਗੱਲ ਇਹ ਆ ਵੀ ਰਿਜ਼ਲਟ ਕਦੋਂ ਮਿਲਣਾ ਚਾਹੀਦਾ ਉਹ ਮਿਲਿਆ ਨਹੀਂ, ਕਣਕ ਆਉਣ ਲੱਗ ਪਈ ਤੇ ਰੱਟਾ ਅਜੇ ਵੀ ਉਹੀ ਆ ਵੀ MSP ਦੀ ਕਮੇਟੀ ਬਣਾਉਣੀ ਆ। ਸੰਧਾਲੀਆ ਸਾਹਿਬ ਖਲੋਤੀ ਉੱਥੇ ਆ ਨਾ ਹੁਣ ਰੌਲਾ, ਜੇ ਤਾਂ ਮਨਸ਼ਾ ਇਹ ਹੋਵੇ ਕਿ ਅਸੀਂ ਕਿਸਾਨ ਤੋਂ ਲੈ ਕੇ ਜਿਹੜਾ ਮੀਡੀਏਟਰ ਹੈ ਜਾਂ ਅੱਗੇ ਛੋਟਾ ਦੁਕਾਨਦਾਰ ਹੈ ਜਾਂ ਵੱਡਾ, ਕਿ ਸਾਰਿਆਂ ਨੂੰ ਤਾਂ ਬਣਦਾ ਹਿੱਸਾ ਦੇਣਾ, ਅਸੀਂ ਖੇਤੀਬਾੜੀ ਨੂੰ ਵਧੀਆ ਕਰਨਾ। ਮੈਨੂੰ ਲੱਗਦਾ ਸੀ ਕਿ ਪਾਲਿਸੀ ਤੇ ਕਿਤੇ ਨਾ ਕਿਤੇ ਇਹ ਆਵੇ ਕਿ ਪੰਜਾਬ ਲੋੜ ਸੀ ਤਾਂ ਦੇਸ਼ ਦਾ ਢਿੱਡ ਭਰਿਆ, ਅੱਜ ਦੇਸ਼ ਕੋਲ ਅਨਾਜ ਬਥੇਰਾ ਤੇ ਅਸੀਂ ਹੁਣ ਪੰਜਾਬ ਦੀ ਜ਼ਮੀਨ ਦਾ ਢਿੱਡ ਭਰਨਾ, ਉਹਨੂੰ ਵਧੀਆ ਕਰਨਾ। ਜੇ ਉਦੋਂ ਖਾਦਾਂ ਦਵਾਈਆਂ ਸਪੈਸ਼ਲ ਪੈਕੇਜ ਦਿੱਤੇ ਜਾ ਸਕਦੇ ਆ ਜਦੋਂ ਅਨਾਜ ਦੀ ਲੋੜ ਸੀ, ਅੱਜ ਵੀ ਪੰਜਾਬ ਹਰਿਆਣਾ ਤੇ ਉਹ ਸਮਾਂ ਜਿੱਥੇ ਗ੍ਰੀਨ ਰੈਵੋਲੂਸ਼ਨ ਲਿਆਂਦਾ ਗਿਆ ਸੀ ਉਹ ਸਾਰੀ ਥਾਂ ਉਹਨਾਂ ਨੂੰ ਪੈਕੇਜ ਫੇਰ ਦੇ ਦਿਓ ਕਿ ਭਾਈ ਤੁਹਾਡੀ ਫਸਲ ਅਸੀਂ ਚੱਕਣੀ ਆ 5 7 8 ਸਾਲ ਚੱਕਾਂਗੇ, ਤੁਸੀਂ ਖਾਦ ਘਟਾਓ ਦਵਾਈ ਘਟਾਓ, ਪਿਛਲੇ 5 7 ਸਾਲ ਜਿੰਨੀ ਪ੍ਰੋਡਕਸ਼ਨ ਹੁੰਦੀ ਉਹਦੇ ਹਿਸਾਬ ਨਾਲ ਪੈਸੇ ਤੁਹਾਡੇ ਪੱਕੇ ਨੇ। ਜੇ ਤਾਂ ਇਧਰਲੇ ਪਾਸੇ ਨੂੰ ਤੁਰਦੇ ਤਾਂ ਫੇਰ ਸ਼ਾਇਦ ਲੋਕਾਂ 'ਚ ਸੰਤੁਸ਼ਟੀ ਵੀ ਹੁੰਦੀ, ਧਰਤੀ ਵੀ ਠੀਕ ਹੁੰਦੀ, ਸਾਡੀਆਂ ਅਨਾਜ ਠੀਕ ਹੁੰਦਾ, ਅਸੀਂ ਵਿਦੇਸ਼ਾਂ 'ਚ ਵੇਚਦੇ ਤਾਂ ਸਾਡੇ ਉਹ ਪਲੰਦੇ ਦੇ ਪਲੰਦੇ ਮੁੜ ਕੇ ਨਾ ਆਉਂਦੇ ਕਿ ਭਾਈ ਇਹਦੇ ਵਿੱਚ ਜ਼ਹਿਰਾਂ ਬਹੁਤ ਨੇ। ਉਹ ਤਾਂ ਤੁਰ ਰਹੀ ਆ। ਭਾਰਤ ਸਰਕਾਰ ਨੇ ਕਿਹਾ ਕਿ ਸਾਡੀ ਨੈਕਸਟ ਪਾਲਿਸੀਜ਼ ਕਿ ਜ਼ੀਰੋ ਬਜਟ ਖੇਤੀ ਜੀ। ਜ਼ੀਰੋ ਬਜਟ ਖੇਤੀ ਦਾ ਮਤਲਬ ਇਹ ਕਿ ਵੀ ਨਾ ਆਪਾਂ ਖਾਦ ਪਾਉਣੀ, ਨਾ ਦਵਾਈਆਂ ਪਾਉਣੀਆਂ, ਨਾ ਆਪਾਂ ਕੋਈ ਰੇਹ ਸਪਰੇਅ ਪਾਉਣੀ, ਹੋਰ ਜਿਹੜਾ ਉਹਦੇ ਉੱਪਰ ਓਵਰਹੈਡ ਖਰਚਾ ਜੀ ਉਹ ਘਟਾਇਆ ਜਾਵੇ ਤਾਂ ਜੋ ਜਿਹੜੀ ਉਪਜ ਹੋਵੇ ਇੱਕ ਤੋਂ ਉੱਤੇ ਖਰਚਾ ਘੱਟ ਹੋਵੇ, ਇੱਕ ਉਹ ਆਰਗੈਨਿਕ ਹੋਵੇ ਵੀ ਜੇ ਆਪਾਂ ਗੱਲ ਨੂੰ ਅੰਤਰਰਾਸ਼ਟਰੀ ਮਾਰਕੀਟ 'ਚ ਵੀ ਵੇਚਦੇ ਆ ਤੇ ਸਾਨੂੰ ਉਹਦਾ ਮੁੱਲ ਮਿਲੇ ਜੀ। ਹੁਣ ਸਿੰਪਲ ਜੀ ਗੱਲ ਹੈ ਵੀ ਜੇ ਹਰੀ ਕ੍ਰਾਂਤੀ ਦੇ ਲਈ ਆਪਾਂ ਉਦੋਂ ਸੋਚ ਸਕਦੇ ਵੀ ਯਾਰ ਆਹ ਆ ਜ਼ਮੀਨ ਤੇ ਆਹ ਨੇ ਬੰਦੇ ਜੀ, ਤੇ ਫਿਰ ਹੁਣ ਵੀ ਤੇ ਮੇਰੇ ਖਿਆਲ ਨਾਲ ਉਹੀ ਸੋਚਣਾ ਚਾਹੀਦਾ ਵੀ ਯਾਰ ਹੁਣ ਆਪਾਂ ਇੱਕ ਚੀਜ਼ ਨਵੀਂ ਕਰ ਰਹੇ ਹਾਂ, ਇਹਦੇ ਲਈ ਆਹ ਆ ਜ਼ਮੀਨ ਤੇ ਆਹ ਨੇ ਬੰਦੇ। ਸਿੰਪਲ ਜੀ ਉਹੀ ਆ ਜ਼ਮੀਨ ਤੇ ਉਹੀ ਨੇ ਬੰਦੇ, ਤਾਂ ਤੇ ਸਿੰਪਲ ਹੋ ਜਾਏਗਾ ਹੈ ਨਾ। ਅਗਲਿਆਂ ਨੂੰ ਵੀ ਲੱਗੇ ਵੀ ਯਾਰ ਠੀਕ ਹੈ ਜੀ, ਪਹਿਲਾਂ ਸਰਕਾਰ ਚਾਹੁੰਦੀ ਸੀ ਵੀ ਤੁਸੀਂ ਸਧਾਰਨ ਖੇਤੀ ਤੋਂ ਰੇਹ ਸਪਰੇਅ ਵਾਲੀ ਕਰ ਲਓ, ਉਹਨਾਂ ਨੇ ਉਦੋਂ ਕਰ ਲਈ। ਹੁਣ ਸਰਕਾਰ ਚਾਹੁੰਦੀ ਵੀ ਰੇਹ ਸਪਰੇਅ ਤੋਂ ਸਧਾਰਨ ਕਰ ਲਓ, ਸਧਾਰਨ ਕਰ ਲੈਣਗੇ। ਫਰਕ ਸਿਰਫ ਇਹਨਾਂ ਵੀ ਸਪੋਰਟ ਚਾਹੀਦੀ। ਨਹੀਂ, ਮੈਨੂੰ ਲੱਗਦਾ ਕਿ ਹੁਣ ਟਕਰਾਅ ਨਾ ਹੋਵੇ, ਕਿਸਾਨ ਜਥੇਬੰਦੀਆਂ ਇਕਜੁੱਟ ਹੋਣ, ਸਰਕਾਰ ਉਹਨਾਂ ਦੇ ਨਾਲ ਗੱਲ ਕਰੇ, ਮਸਲਾ ਨਿਬੇੜਨ ਨਾਲ ਵਧੀਏ, ਕਿਉਂਕਿ ਪਾਕਿਸਤਾਨ ਦੇ ਵਿੱਚ ਹਾਲਾਤ ਅਜੀਬੋ ਗਰੀਬ ਨੇ, ਉਹ ਆਰਥਿਕ ਤੌਰ ਦੇ ਉੱਤੇ ਵੀ ਤੇ ਪੋਲੀਟੀਕਲੀ ਵੀ। ਚੀਨ ਤੇ ਰੂਸ ਦਾ ਗੱਠਜੋੜ ਹੈ, ਅਮਰੀਕਾ ਵਾਲੇ ਸਾਂਝ ਪਾਉਣ ਨੂੰ ਫਿਰਦੇ ਆ, ਰੂਸ ਨਾਲ ਸਾਂਝ ਪਹਿਲਾਂ ਦੀ ਹੈ, ਚੀਨ ਜੋ ਸ਼੍ਰੀਲੰਕਾ 'ਚ ਹੋਇਆ ਆਪਣੇ ਸਾਹਮਣੇ ਹੈ। ਲੋਕਾਂ ਦਾ, ਸਰਕਾਰ ਦਾ, ਅਫਸਰਸ਼ਾਹੀ ਦਾ, ਵਪਾਰੀਆਂ ਦਾ ਇਕਜੁੱਟ ਹੋ ਕੇ ਦੇਸ਼ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਅਸੀਂ ਤਾਂ ਇਹੀ ਬੇਨਤੀ ਕਰਾਂਗੇ। ਚਲੀਏ ਹੁਣ ਆਪਾਂ। ਬਹੁਤ ਸ਼ੁਕਰੀਆ ਜੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।